बहुत वधिया जी, बहुत वधिया। एक सौ 134 ਤੇ ਨਿੱਜਾ ਸਾਹਿਬ ਮੈਨੂੰ ਤਾਂ ਨਹੀਂ ਮਿਲ ਰਿਹਾ ਕੋਈ, ਦੁਬਾਰਾ ਤੋਕ ਬੋਲਿਓ। ਹਰ ਜੇਠ ਜੁੜਨ ਦਾ ਲੋੜੀਏ ਨੰਬਰ ਪਏ ਹੋਏ ਆ, ਦੇਖ ਲਓ 4 ਨੰਬਰ ਜਿਹੜਾ ਪਿਆ ਹੋਇਆ, 3 ਨੰਬਰ ਦੇ ਬਾਅਦ 4 ਨੰਬਰ ਵੀਰ ਜੀ 134 ਅੰਗ ਤੇ 134 ਤੇ ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਹਾਂਜੀ। ਹਰ ਜੇਠ ਜੁੜਨ ਦਾ ਲੋੜੀਏ, ਇਹ ਜਿਹੜੀ ਹੈ 5ਵੀਂ ਪਾਤਸ਼ਾਹੀ ਦੀ ਹੈ 12 ਮਹਾ ਮਾਝ ਮਹੱਲਾ 5ਵਾਂ ਘਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ। ਇਹਦੇ ਵਿੱਚ ਜਿਹੜਾ ਹੈਗਾ ਜੇਠ ਦੇ ਮਹੀਨੇ 'ਚ ਆਉਂਦਾ ਹੈ। ਮਹਾਰਾਜ ਜੇਠ ਦੇ ਮਹੀਨੇ 'ਚ ਆਪਾਂ ਨੂੰ ਗਿਆਨ ਦਿੰਦੇ ਆ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਕਹਿੰਦੇ ਜੇਠ ਦੇ ਮਹੀਨੇ ਦੇ ਵਿੱਚ ਵੀ ਉਸ ਮਾਲਕ ਪਰਮਾਤਮਾ ਦੇ ਨਾਲ ਹੀ ਜਿਹੜਾ ਹੈਗਾ, ਉਹਨੂੰ ਮਾਲਕ ਪਰਮਾਤਮਾ ਦੇ ਨਾਲ ਹੀ ਜੋੜ ਮੇਲਾ ਜਿਹੜਾ ਲੋੜਨਾ ਚਾਹੀਦਾ, ਪਰਮੇਸ਼ਰ ਦੇ ਨਾਲ ਹੀ ਜਿਹੜੀ ਸਾਂਝ ਪਾਉਣੀ ਚਾਹੀਦੀ ਆ। ਜਿਸ ਅੱਗੇ ਸਭ ਨਿਵਨ, ਜਿਸ ਦੇ ਅੱਗੇ ਸਾਰੇ ਜਿਹੜੇ ਹੈਗੇ ਨਿਵਦੇ ਆ, ਜਿਹੜੇ ਸਾਰੇ ਮਾਲਕ ਦੇ ਹੁਕਮ ਦੇ ਵਿੱਚ, ਸਾਰੀ ਸ੍ਰਿਸ਼ਟੀ ਸਾਰੇ ਜੀਵ ਮਾਲਕ ਦੇ ਹੁਕਮ ਦੇ ਵਿੱਚ ਹੈਗੇ ਆ। ਉਸ ਮਾਲਕ ਪਰਮਾਤਮਾ ਦੇ ਨਾਲ ਹੀ ਜੁੜਨਾ ਜਿਹੜਾ ਹੈਗਾ ਲੋੜੀਦਾ ਹੈਗਾ, ਜੇਠ ਦੇ ਮਹੀਨੇ ਦੇ ਵਿੱਚ ਲੋੜਨਾ ਚਾਹੀਦਾ ਆ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣੇ ਲੱਗਿਆ, ਕਿਸੇ ਨਾ ਦੇਈ ਬੰਨ। ਕਹਿੰਦੇ ਜੇ ਪਰਮੇਸ਼ਰ ਦੇ ਨਾਲ ਆਪਾਂ ਜੁੜ ਜਾਈਏ, ਪਰਮੇਸ਼ਰ ਦੇ ਨਾਲ ਬੰਨੇ ਜਾਈਏ, ਪਰਮੇਸ਼ਰ ਦੇ ਨਾਲ ਆਪਣਾ ਜਿਹੜਾ ਹੈਗਾ ਆਪਣੀ ਅਟੈਚਮੈਂਟ ਪਰਮੇਸ਼ਰ ਦੇ ਨਾਲ ਹੋ ਜਾਏ। ਦਾਵਣ ਕਹਿੰਦੇ, ਦੌਣ ਕਹਿੰਦੇ, ਦੌਣ ਮੰਜੇ ਦੀ ਦੌਣ ਹੁੰਦੀ ਕਹਿੰਦੇ। ਇਸ ਤਰ੍ਹਾਂ ਜੇ ਪਰਮੇਸ਼ਰ ਦੇ ਨਾਲ ਆਪਾਂ ਲਿਪਟ ਜਾਈਏ, ਪਰਮੇਸ਼ਰ ਦੇ ਨਾਲ ਪਿਆਰ ਪੈ ਜਾਏ ਆਪਣਾ, ਕਿਸੇ ਨਾ ਦੇਈ ਬਨ। ਫਿਰ ਕੋਈ ਵੀ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਇਆ ਜਿਹੜੀ ਜਿੰਨਾ ਮਰਜੀ ਟਿੱਲ ਲਾ ਲੈ, ਇਹ ਨਹੀਂ ਬਣ ਸਕਦੀ ਪਾਏ। ਜਿਸ ਦੀ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਗਿਆ, ਉਹਨੂੰ ਮਾਇਆ ਜਿਹੜੀ ਹੈਗੀ ਕੁਛ ਨਹੀਂ ਕਹਿ ਸਕਦੀ, ਕਿਉਂਕਿ ਮਾਇਆ ਜਿਹੜੀ ਦਾਸੀ ਹੈਗੀ ਪਰਮੇਸ਼ਰ ਦੀ। ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਨ। ਕਹਿੰਦੇ ਪਰਮੇਸ਼ਰ ਦਾ ਨਾਮ ਹੀ ਬਹੁਤ ਬੇਸ਼ਕੀਮਤੀ ਮੋਤੀ ਹੈਗਾ ਪਾਏ। ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਨ। ਇਹ ਗੁਣ ਹੈਗੇ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਤੇ ਉਹਨਾਂ ਇਹ ਗੁਣ ਧਾਰਨ ਕਰਨ ਦੇ ਨਾਲ ਨਾਮ ਵਾਲਾ ਗੁਣ ਮਿਲ ਜਾਂਦਾ ਹੈ। ਔਰ ਉਹਨੂੰ ਕਹਿੰਦੇ ਆ ਕੋਈ ਵੀ ਸੰਨ ਨਹੀਂ ਲੱਗ ਸਕਦੀ, ਕੋਈ ਉਹਨੂੰ ਚੁਰਾ ਨਹੀਂ ਸਕਦਾ। ਜਿੰਨਾ ਆਪਾਂ ਵੰਡਾਂਗੇ ਓਨਾ ਹੀ ਜਿਹੜਾ ਵਧੂਗਾ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਔਰ ਜਿੰਨੇ ਵੀ ਮਨ ਨੂੰ ਪਾਉਂਦੇ ਆ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਰੰਗ ਜਿਹੜੇ ਵੀ ਹੈ, ਜੋ ਵੀ ਦੁਨੀਆ ਦੇ ਵਿੱਚ ਕੁਦਰਤ ਮਾਲਕ ਪਰਮਾਤਮਾ ਦੀ ਜੇ ਰੰਗ ਬਰੰਗੀ ਹੈਗੀ ਆ, ਜਿੰਨੇ ਵੀ ਰਸ ਸਵਾਦ ਜੋ ਵੀ ਮਾਲਕ ਨੇ ਚੋਗਾ ਖਿਲਾਰਿਆ ਆ, ਸਾਰੇ ਮਾਲਕ ਪਰਮਾਤਮਾ ਦੇ ਰੰਗ ਹੈਗੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਔਰ ਜੋ ਮਾਲਕ ਪਰਮਾਤਮਾ ਚਾਹੁੰਦਾ ਆ ਉਹੀ ਉਹ ਕਰਦਾ ਆ। ਔਰ ਜਿਸ ਤਰ੍ਹਾਂ ਮਾਲਕ ਚਾਹੁੰਦਾ ਆ ਉਸੇ ਤਰੀਕੇ ਦੇ ਨਾਲ ਜੀਵ ਜਿਹੜੇ ਹੈਗੇ ਉਹਨਾਂ ਲੀਹਾਂ ਦੇ ਵਿੱਚ ਹੀ ਜੀਵ ਤੁਰਦੇ ਆ ਜੋ ਮਾਲਕ ਨੇ ਬਣਾਈਆਂ ਹੋਈਆਂ। ਆ ਕੀ ਹੋ ਗਿਆ ਜੀ? ਚਲੋ, ਜੋ ਹਰ ਲੋੜ ਹੈ ਸੋ ਕਰੇ। ਥੋੜਾ ਜਿਹਾ ਜਿਹੜਾ ਨਾ ਇਹ ਮਾੜਾ ਜਿਹਾ ਜਿਹੜਾ ਥੋੜਾ ਜਿਹਾ ਖਿਆਲ ਰੱਖਣ ਨਾ, ਚੌਕਸ ਰਹਿਣ ਤੇ ਇਸ ਤਰ੍ਹਾਂ ਦਾ ਨਾ ਹੋਏ। ਜੋ ਹਰ ਲੋੜ ਹੈ ਸੋ ਕਰੇ ਸੋਈ ਜੀ ਕਰਨ। ਜੋ ਮਾਲਕ ਚਾਹੁੰਦਾ ਹੈਗਾ, ਲੋੜਦਾ ਹੈਗਾ, ਉਹੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਜੀਵ ਉਹਨਾਂ ਹੀ ਜਿਹੜੇ ਹੈਗੇ ਨਿਰਧਾਰਿਤ ਲੀਹਾਂ ਦੇ ਵਿੱਚ ਹੀ ਚੱਲਦੇ ਆ। ਜੋ ਜਿਸ ਤਰ੍ਹਾਂ ਹੁਣ ਇਨਸਾਨ ਹੈ, ਇਨਸਾਨ ਨੂੰ ਮਾਲਕ ਨੇ ਲਿਵ ਔਰ ਧਾਤ ਦੋ ਲੀਹਾਂ ਬਣਾਈਆਂ ਹੈ। ਮਾਇਆ ਵੱਲ ਨੂੰ ਗਤੀ ਕਰ ਸਕਦਾ ਹੈ ਜਾਂ ਮਾਲਕ ਪਰਮਾਤਮਾ ਵੱਲ ਨੂੰ ਗਤੀ ਕਰ ਸਕਦਾ ਹੈ। ਬਾਕੀ ਜਿਹੜੇ ਹੈਗੇ ਜੂਨਾਂ ਹੈਗੀਆਂ, ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਭੋਗੀ ਜੂਨਾਂ ਹੈਗੀਆਂ, ਉਹਨਾਂ ਨੇ ਆਪਣੀ ਜੂਨ ਕੱਟਣੀ ਹੈ। ਉਹਨਾਂ ਦੇ ਵਾਸਤੇ ਕੋਈ ਹੋਰ ਆਪਸ਼ਨ ਨਹੀਂ ਹੈ, ਇੱਕੋ ਹੀ ਆਪਸ਼ਨ ਹੈ ਉਹਨਾਂ ਦੇ ਅੰਦਰ, ਉਹਨਾਂ ਦੇ ਵਾਸਤੇ। ਇਹ ਮਾਲਕ ਜਿਹਨੇ ਲੋੜਿਆ ਆ, ਮਾਲਕ ਚਾਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਉਹਨੇ ਸਿਸਟਮ ਬਣਾਇਆ ਔਰ ਉਸੇ ਤਰੀਕੇ ਦੇ ਨਾਲ ਸਾਰੇ ਦੀ ਸਾਰੀ ਖੇਡ ਚੱਲ ਰਹੀ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ ਸਹੀ ਕਈਆਂ ਤਨ। ਜਿਨ੍ਹਾਂ ਨੂੰ ਮਾਲਕ ਪਰਮਾਤਮਾ ਨੇ
ਆਪਣੇ ਬਣਾ ਲਿਆ ਆ। ਜਿਨ੍ਹਾਂ ਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਚਾਹਿਆ ਹੈਗਾ, ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਪ੍ਰੇਮ ਵਾਲਾ, ਜਿਨ੍ਹਾਂ ਨੇ ਲਿਵ ਵਾਲਾ ਰਸਤਾ ਜਿਹੜਾ ਹੈਗਾ ਉਹ ਅਡਾਪਟ ਕਰ ਲਿਆ, ਲਿਵ ਵਾਲਾ ਰਸਤਾ ਜਿਹੜਾ ਹੈਗਾ ਇਸ ਤੇ ਚੱਲਣਾ ਪਸੰਦ ਕਰ ਲਿਆ ਵੀ ਸਾਨੂੰ ਤੇਰੀ ਖੇਡ ਤੇਰੇ ਰਸ ਕਸ ਨਹੀਂ, ਮੈਨੂੰ ਤੂੰ ਚਾਹੀਦਾ ਹੈ ਬਾਪੂ। ਜੋ ਪ੍ਰਭ ਕੀਤੇ ਆਪਣੇ ਉਹਨਾਂ ਨੂੰ ਮਾਲਕ ਆਪਣੇ ਬਣਾ ਲੈਂਦਾ ਹੈ। ਮਹਾਰਾਜ ਪੰਜ ਪਾਤਸ਼ਾਹ ਕਹਿ ਰਹੀ ਕਹਿੰਦੇ ਉਹੀ ਧਨ ਹੈਗੇ ਭਾਈ, ਉਹੀ ਧਨਤਾ ਦੇ ਯੋਗ ਹੈਗੇ ਆ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ, ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਮਨ। ਕਹਿੰਦੇ ਮਾਲਕ ਪਰਮਾਤਮਾ ਦਾ ਜਿਹੜਾ ਰਸਤਾ ਹੈਗਾ, ਇਹ ਮਾਲਕ ਪਰਮਾਤਮਾ ਜਿਹੜਾ ਇਹਦਾ ਸਾਥ ਹੈਗਾ ਪਰਮਾਤਮਾ ਦਾ, ਕਹਿੰਦੇ ਜੇ ਆਪਣੀ ਇੱਛਾ ਦੇ ਨਾਲ, ਆਪਣੇ ਜਿਹੜੇ ਹੈਗੇ ਆ, ਜੇ ਆਪਣੇ ਉਪਰਾਲੇ ਦੇ ਨਾਲ, ਜੇ ਆਪਣੇ ਜਿਹੜੇ ਹੈਗੇ ਆ ਆਪਣੇ ਮਨ ਦੇ ਵਿੱਚ ਆ ਗਿਆ ਤੇ ਖਾਲੀ ਸੋਚਣ ਦੇ ਨਾਲ, ਆਪਣੀ ਸੋਚ ਦੇ ਨਾਲ ਜੇ ਪਰਮਾਤਮਾ ਮਿਲਦਾ ਹੁੰਦਾ ਤੇ ਵਿਛੜ ਕੇ ਕਿਉਂ ਰੋਂਦੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਮਾਲਕ ਪਰਮਾਤਮਾ ਨੇ ਮਿਲਣਾ ਹੈ ਭਾਈ ਗੁਰੂ ਦੀ ਸੰਗਤ, ਸਾਧੂਆਂ ਦੀ ਸੰਗਤ, ਸਾਧ ਸੰਗਤ ਦੇ ਵਿੱਚ ਮਾਲਕ ਪਰਮਾਤਮਾ ਨੇ ਮਿਲਣਾ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਔਰ ਜਿਹੜੇ ਹੈਗੇ ਆ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਜਿਨ੍ਹਾਂ ਨੂੰ ਸਾਧੂ ਸੰਗ ਪ੍ਰਾਪਤ ਹੁੰਦਾ ਹੈ ਉਹ ਪਰਮੇਸ਼ਰ ਦੇ ਨਾਮ ਦਾ ਰੰਗ ਮਾਣਦੇ ਆ, ਉਹ ਪਰਮੇਸ਼ਰ ਦੇ ਅੰਮ੍ਰਿਤ ਰਸ ਨੂੰ ਮਾਣਦੇ ਆ। ਹਰ ਜੇਠ ਰੰਗੀਲਾ ਤਿਸ ਥਣੀ ਜਿਸ ਕੇ ਭਾਗ ਮਥਨ। ਜੇਠ ਦਾ ਮਹੀਨਾ ਜਿਹੜਾ ਹੈਗਾ, ਇੰਨਾ ਗਰਮੀ ਦਾ ਮਹੀਨਾ ਵੀ ਹੋਏ ਤਾਂ ਵੀ ਜਿਹੜਾ ਹੈਗਾ ਉਹਨਾਂ ਦੇ ਵਾਸਤੇ, ਉਹਨਾਂ ਜੀਵ ਇਸਤਰੀਆਂ ਦੇ ਵਾਸਤੇ ਖੁਸ਼ੀ ਦਾ ਹੈਗਾ, ਭਾਗਾਂ ਵਾਲਾ ਹੈਗਾ, ਜਿਨ੍ਹਾਂ ਨੂੰ ਪਰਮੇਸ਼ਰ ਦਾ ਜਿਹੜਾ ਹੈਗਾ, ਪਰਮੇਸ਼ਰ ਦੇ ਵਿੱਚ ਜਿਹੜੀਆਂ ਰੰਗੀਆਂ ਜਾਂਦੀਆਂ ਆ, ਜਿਹੜੀਆਂ ਧਿਆਨ ਸਿਮਰਨ ਕਰਦੀਆਂ ਆ, ਉਹਨਾਂ ਦੇ ਵਾਸਤੇ ਜੇਠ ਦਾ ਮਹੀਨਾ ਰੰਗੀਲਾ ਹੋ ਜਾਂਦਾ ਹੈ। ਜਿਨ੍ਹਾਂ ਦੇ ਕੋਲ ਧਣੀ ਹੈਗਾ, ਜਿਨ੍ਹਾਂ ਦੇ ਕੋਲ ਮਾਲਕ ਪਰਮਾਤਮਾ ਜਿਨ੍ਹਾਂ ਦੇ ਹਿਰਦੇ 'ਚ ਵਸਦਾ ਹੈ। ਇਹ ਪੰਜਵੇਂ ਪਾਤਸ਼ਾਹੀ ਦਾ ਸੀਗਾ ਜੀ ਮਾਝ ਰਾਗ ਦੇ ਵਿੱਚ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ। ਸਾਨੂੰ ਜਿਹੜਾ ਹੈਗਾ ਜੇਠ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਉਸ ਮਾਲਕ ਪਰਮਾਤਮਾ ਦੇ ਨਾਲ ਜੁੜਨਾ ਹੀ ਜਿਹੜਾ ਹੈਗਾ ਲੋੜਨਾ ਚਾਹੀਦਾ ਹੈ। ਇਹੀ ਆਪਣੇ ਅੰਦਰ ਜਿਹੜੀ ਇੱਛਾ ਮਾਲਕ ਦੇ ਨਾਲ ਪ੍ਰੇਮ ਦੀ ਇੱਛਾ ਹੋਣੀ ਚਾਹੀਦੀ ਹੈ, ਮਾਲਕ ਦੇ ਪਰਮਾਤਮਾ ਦੇ ਨਾਲ ਜੁੜਨ ਦੀ, ਜਿਹਦੇ ਅੱਗੇ ਜਿਹੜੇ ਆ ਸਾਰੀ ਸ੍ਰਿਸ਼ਟੀ ਜਿਹੜੀ ਹੈ, ਸਾਰੀ ਲੁਕਾਈ ਜਿਹਦੇ ਹੁਕਮ 'ਚ ਚੱਲਦੀ ਹੈ। ਹਾਂਜੀ ਵੀਰ ਜੀ। ਠੀਕ ਹੈ ਨਿਜਰ ਸਾਹਿਬ। ਹਰ ਮੈਂ ਲੱਭ ਤੇ ਲਿਆ, ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ, ਮੈਨੂੰ ਤਾਂ ਸਮਝ ਆਉਂਦਾ। ਚੌਥਾ ਨੰਬਰ ਹੈਗਾ, ਤੀਸਰੇ ਦੇ ਬਾਅਦ ਚੌਥਾ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬਨ। ਮੇਰੇ ਲੱਗਦਾ ਪਿੱਛੇ ਮੈਨੂੰ ਊੜਾ ਬੋਲ ਦੋ। 134 ਨੰਬਰ ਤੇ 134 ਨੰਬਰ ਤੇ ਹੈ। 34 ਤੇ ਨੀਚੇ ਤੱਕ ਪਤਾ ਨਹੀਂ ਮੇਰੇ ਸਾਹਮਣੇ ਨਹੀਂ। ਹਾਂ ਮਿਲ ਗਿਆ। ਹਾਂਜੀ ਹਾਂ ਹਰ ਜੇਠ ਜੁੜਨ ਦਾ ਲੋੜੀਂਦੇ ਲੋੜੀਐ। ਹਾਂਜੀ ਇਹ ਹਾਂ ਬੋਲੋ ਤੁਕ ਬੋਲੋ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ। ਕਹਿੰਦੇ ਹਰੀ ਉਹ ਮਾਲਕ ਪਰਮਾਤਮਾ, ਜੇਠ ਦੇ ਮਹੀਨੇ 'ਚ ਮਾਲਕ ਪਰਮਾਤਮਾ ਦੇ ਨਾਲ ਹੀ ਜੁੜਨਾ ਜਿਹੜਾ ਹੈਗਾ, ਜੁੜਨ ਵੱਲ ਉਪਰਾਲਾ ਕਰਨਾ ਚਾਹੀਦਾ ਹੈ। ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਜਿਹਦੇ ਅੱਗੇ ਨਿਭਦੀ ਆ, ਉਸੇ ਮਾਲਕ ਪਰਮਾਤਮਾ ਨੂੰ ਜਿਹਦੇ ਹੁਕਮ 'ਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਉਹਦੇ ਨਾਲ ਹੀ ਜੁੜਨਾ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਲੋੜਨਾ ਚਾਹੀਦਾ ਹੈ। ਉਸ ਵੱਲ ਨੂੰ ਜਿਹੜਾ ਹੈਗਾ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ। ਹਾਂਜੀ ਵੀਰ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਇਹ ਤਾਂ ਪਹਿਲੀ ਤੁਕ 'ਚ ਬੜੀ ਗੱਲ ਕਲੀਅਰ ਕਰਨ ਦਿਓ। ਜੇਕਰ ਆਪਾਂ ਸਮਝ ਗਏ ਨਾ, ਪਹਿਲੀ ਗੱਲ ਜੀ ਉਹਨਾਂ ਨੇ ਕਹਿੰਦੇ ਹਰ ਜੇਠ ਦਾ ਮਤਲਬ ਹੁੰਦਾ
ਜੇਠ ਦੇ ਮਹੀਨੇ 'ਚ। ਹਾਂਜੀ ਹਾਂਜੀ ਬਿਲਕੁਲ, ਜੇਠ ਦੇ ਮਹੀਨੇ ਦੇ ਵਿੱਚ ਵੀ ਪਰਮਾਤਮਾ ਦੇ ਨਾਲ ਹੀ ਜੁੜਨਾ ਮਤਲਬ ਉਪਰਾਲਾ ਕਰਨਾ ਚਾਹੀਦਾ। ਹਾਂਜੀ ਬਿਲਕੁਲ ਠੀਕ ਹੈ। ਉਹ ਪਤਾ ਕੀ ਕਹਿ ਰਹੇ ਨੇ ਇੱਥੇ, ਮਤਲਬ ਬਾਣੀ ਦਾ ਇਹ ਆ ਕਿ ਫਸਟ ਹੈਂਡ ਐਕਸਪੀਰੀਅੰਸ ਚਾਹੀਦਾ ਆਪਾਂ ਨੂੰ, ਮਤਲਬ ਖੁਦ ਦਾ ਅਨੁਭਵ ਚਾਹੀਦਾ ਹੈ। ਜੇਠ ਦਾ ਮਤਲਬ ਜਿੱਥੇ ਜੇਠ ਦੇ ਮਹੀਨੇ 'ਚ ਕਹਿੰਦੇ ਕਿ ਉਹ ਜਿਹੜਾ ਅਧਿਆਤਮਿਕ ਐਕਸਪੀਰੀਅੰਸ ਆ, ਜਿਹੜਾ ਬ੍ਰਹਮ ਦਾ ਤੈਨੂੰ ਅਨੁਭਵ ਆ, ਉਹ ਫਸਟ ਹੈਂਡ ਚਾਹੀਦਾ ਵਾ, ਸੈਕੰਡ ਹੈਂਡ ਨਹੀਂ। ਜਿੱਦਾਂ ਮੈਂ ਤੇ ਨਿੱਜਰ ਸਾਹਿਬ ਦੇ ਥਰੂ ਕਰਾਂਗਾ ਤੇ ਉਹ ਝੂਠਾ ਹੋ ਜਾਏਗਾ, ਮਤਲਬ ਉਹ ਕੀ ਹੋ ਰਿਹਾ। ਉਹ ਜਿਹੜਾ ਬ੍ਰਹਮ ਆ, ਜਿਹੜਾ ਹਰੀ ਆ, ਹਰੀ ਜਿਹੜਾ ਵਾ ਉਹ ਉਸਨੂੰ ਖੁਦ ਹੀ ਅਨੁਭਵ ਜਦ ਤੱਕ ਆਪਾਂ ਕਰਦੇ ਨਹੀਂ ਆ ਤਦ ਤੱਕ ਉਹ ਜੀਵਨ ਦੇ ਵਿੱਚ ਸਾਡੇ ਕੋਈ ਉਚਾਈ ਨਹੀਂ ਹੋਣੀ। ਜਿੰਨਾ ਚਿਰ ਤੱਕ ਅਸੀਂ ਕੋਸ਼ਿਸ਼ ਕਰਦੇ ਆ ਨਾ, ਅਸੀਂ ਸੈਕੰਡ ਤੇ ਬੈਠੇ ਆ ਨਿੱਜਰ ਸਾਹਿਬ, ਉਹਨਾਂ ਚਿਰ ਤੱਕ ਨਹੀਂ ਜੋ ਗੱਲ ਬਣਨੀ। ਤੇ ਸਾਡਾ ਜਿਹੜਾ ਕਨੈਕਸ਼ਨ ਆ ਉਹ ਬ੍ਰਹਮ ਦੇ ਨਾਲ ਡਾਇਰੈਕਟ ਹੋਣਾ ਚਾਹੀਦਾ, ਕਿਉਂਕਿ ਜਿੱਥੇ ਸਾਡਾ ਮਨ ਨਹੀਂ ਜਾ ਸਕਦਾ, ਸਾਡੀ ਬੁੱਧੀ ਨਹੀਂ ਜਾ ਸਕਦੀ, ਸਾਡਾ ਸਰੀਰ ਨਹੀਂ ਜਾ ਸਕਦਾ, ਸਾਡੀਆਂ ਗਿਆਨ ਇੰਦਰੀਆਂ, ਸਾਡੀਆਂ ਕਰਮ ਇੰਦਰੀਆਂ ਨਹੀਂ ਜਾ ਸਕਦੀਆਂ, ਜਿੱਥੇ ਸਮਾਂ ਨਹੀਂ ਹੈਗਾ ਉੱਥੇ ਜਗ੍ਹਾ ਹੈਗੀ? ਦੱਸੋ। ਸਾਡਾ ਨਾਮ ਨਹੀਂ ਉੱਥੇ ਜਾ ਸਕਦਾ, ਉੱਥੇ ਕਿੱਥੇ ਜਗ੍ਹਾ ਹੈਗੀ? ਹਾਂ ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਆਪਾਂ ਜਿਹੜੇ ਹੈਗੇ ਬ੍ਰਹਮ ਗਿਆਨੀਆਂ ਤੋਂ, ਗੁਰੂਆਂ ਤੋਂ ਗਿਆਨ ਲੈ ਸਕਦੇ ਹਾਂ, ਪਰ ਯਾਤਰਾ ਆਪਾਂ ਨੂੰ ਖੁਦ ਕਰਨੀ ਪਊਗੀ। ਹਾਂ ਬਿਲਕੁਲ ਜੀ, ਤੇਰੀ ਗੱਲ ਹੈ। ਔਰ ਇਹ ਦੇਖੋ ਸਾਧ ਸੰਗਤ ਜੀ, ਮੈਂ ਹੈਰਾਨ ਹੁੰਨਾ, ਚਲੋ ਮੇਰੀ ਇੱਕ ਆਪਣੀ ਸੋਚ ਹੈ, 99.9% ਲੋਕ ਅਸਫਲ ਪਤਾ ਕਿਉਂ ਹੋ ਜਾਂਦੇ ਆ? ਉਹ ਚਾਹੁੰਦੇ ਕਿ ਕੋਈ ਜੋੜ ਦੇ, ਮਤਲਬ ਕੋਈ ਸਾਡਾ ਬੰਦਾ ਕੋਈ ਜੋੜ ਦੇ। ਕਿੱਥੋਂ ਜੋੜ ਦੂਗਾ? ਉੱਥੇ ਜਗ੍ਹਾ ਹੀ ਨਹੀਂ ਹੈਗੀ। ਇੱਥੇ ਗਲਤੀ ਹੋ ਰਹੀ ਹੈ, ਉੱਥੇ ਕੋਈ ਗਲਤੀ ਨਹੀਂ। ਉਹ ਪਤਾ ਕੀ ਕਰਦਾ, ਆਪਣੇ ਵਾਲਾ ਜੋੜ ਦਿੰਦਾ ਨੂੰ ਬੰਦੇ ਨੂੰ। ਹੁਣ ਉਹ ਜਿੱਥੇ ਆਪ ਜੁੜਿਆ ਉਹ ਫਿਰ ਉੱਥੇ ਕੋਈ ਨਹੀਂ ਅੜ ਜਾਣਾ। ਪਹਿਲੀ ਗੱਲ ਤੇ ਕਿਸੇ ਨਾਲ ਜੁੜਨ ਦਾ ਮਤਲਬ ਹੀ ਨਹੀਂ। ਇੱਥੇ ਤੇ ਬ੍ਰਹਮ ਨਾਲ ਜੁੜਨ ਦੀ ਗੱਲ ਹੋਈ। ਦੱਸੋ ਬਾਣੀ ਦੇ ਵਿੱਚ ਸਭ ਕੁਝ ਦੱਸਿਆ ਕਿ ਕਿਸੇ ਬੰਦੇ ਨਾਲ ਜੁੜਦੇ ਤੁਸੀਂ ਬ੍ਰਹਮ ਹੋ ਜਾਓਗੇ? ਨਾ ਨਾ। ਹੁਣ ਜੇ ਇੱਕ ਹੋਰ ਭਰਮ ਆ, ਇੱਥੇ ਆਪਣੇ ਗਰੁੱਪ 'ਚ ਵੀ ਕਈ ਵਾਰੀ ਪਹਿਲਾਂ ਵੀ ਫੋਟੋ ਪਾਈ ਸੀ ਕਿਸੇ ਨੇ, ਕੋਈ ਕਹਿੰਦਾ ਮੈਨੂੰ ਜੀ ਕ੍ਰਿਸ਼ਨ ਦਿਖਦਾ ਹੈ, ਕੋਈ ਕਹਿੰਦਾ ਮੈਨੂੰ ਰਾਮ ਦਿਖਦਾ ਹੈ, ਕੋਈ ਕਹਿੰਦਾ ਮੈਨੂੰ ਕਾਲੀ ਮਾਤਾ ਦਿਖਦੀ ਹੈ, ਪਤਾ ਨਹੀਂ ਕਿਹੜੇ ਕਿਹੜੇ ਦਿਖੀ ਜਾਂਦੇ ਇਹਨਾਂ ਨੂੰ। ਹਾਂ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਦਿਖਦੇ ਆ, ਆਪਣੇ ਵੀ ਕਈ ਹੈਗੇ। ਹਾਂ, ਇਹ ਸਾਰੇ ਨਾ ਇੱਕ ਮਾਨਸਿਕ ਡਿਸੀਜ਼ ਹੈ, ਇੱਕ ਇਹਨੂੰ ਕਹਿੰਦੇ ਹੈਲੂਸੀਨੇਸ਼ਨ ਕਹਿੰਦੇ ਕੁਝ। ਬੰਦਾ ਨਾ ਉਹ ਉਹਨੂੰ ਦਿਖਣੇ, ਹੋਰ ਨਹੀਂ ਕਿਹਨੂੰ ਦਿਖਣੇ। ਇੱਕ ਮੈਨੂੰ ਵੀ ਮਿਲ ਗਿਆ ਨਿੱਜਰ ਸਾਹਿਬ, ਤੇ ਮੈਨੂੰ ਕਹਿੰਦਾ ਕਿ ਵੀਰ ਜੀ ਨਾ ਮੈਨੂੰ ਨਾ ਉਹਨੂੰ ਕ੍ਰਿਸ਼ਨ ਭਗਵਾਨ ਜੀ ਸਾਰਾ ਕੁਝ ਦੱਸਦੇ ਆ। ਮੈਂ ਬੜੀ ਵਧੀਆ ਗੱਲ ਹੈ। ਮੈਂ ਏਦਾਂ ਕਰੀਏ ਕਿ ਆਈਲੈਟਸ ਦਾ ਪੇਪਰ ਪੁੱਛ ਲਾ ਉਹਨਾਂ ਕੋਲ, ਇਹ ਵੀ ਤਾਂ ਦੱਸ ਹੀ ਦੇਣ ਕੀ ਫਰਕ ਪੈਂਦਾ। ਇਹ ਤਾਂ ਉਹ ਨਹੀਂ ਦੱਸ ਸਕਦੇ। ਮੈਂ ਪਤਾ ਜਿਹੜਾ ਦੱਸਦੇ ਪਏ ਉਹ ਜਦੋਂ ਤੂੰ ਸੋਚਦਾ ਉਹੀ ਦੱਸ ਸਕਦੇ ਆ, ਉਹ ਤੈਨੂੰ ਵੱਖਰੀ ਨਹੀਂ, ਕਿਉਂਕਿ ਤੇਰਾ ਘੜਿਆ ਹੋਇਆ ਕ੍ਰਿਸ਼ਨ ਹੈ। ਤੇਰੇ ਮਾਈਂਡ ਦੀ ਇੱਕ ਜਿੱਦਾਂ ਰਾਤ ਨੂੰ ਸੁਪਨੇ ਚ ਕਿੱਥੇ ਕੁਛ ਹੈਗਾ, ਉੱਥੇ ਕਿੰਨਾ ਵੇਖੋ ਮਨ ਕੀ ਕਰਦਾ, ਕਿੱਦਾਂ ਗੱਡੀਆਂ ਗੁੱਡੀਆਂ ਏਅਰਪੋਰਟ ਬਣਾ ਦਿੰਦਾ, ਕਿੱਦਾਂ ਸ਼ਿਪ ਬਣਾ ਦਿੰਦਾ। ਅਸਲ ਚ ਤਾਂ ਹੈ ਹੀ ਨਹੀਂ, ਉਹੀ ਮਾਈਂਡ ਦੀ ਕਲਾਕਾਰੀ ਹੈ। ਇਸੇ ਤਰ੍ਹਾਂ ਕਈ ਲੋਕ ਕਰਦੇ ਆ। ਇੱਕ ਆਪਣੇ ਵੀ ਗਰੁੱਪ ਚ ਕਥਾ ਪਾਈ ਸੀ ਇੱਕ ਬਾਬਾ ਜੀ ਦੀ। ਬਾਬਾ ਜੀ ਕਹਿੰਦੇ ਸੀ ਮੈਂ ਜੇਲ੍ਹ ਚ ਬੈਠਾ, ਮੈਂ ਜੀ ਸਟ੍ਰਾਈਕ ਕਰਤੀ, ਬਾਅਦ ਦੇ ਵਿੱਚ ਜੀ ਉੱਥੇ ਉਹ ਮੈਨੂੰ ਕਹਿਣ ਕਿ ਮੀਟ ਖਾ ਲਾ। ਚਲੋ ਠੀਕ ਹੈ, ਨਹੀਂ ਖਾਧਾ ਨਾ, ਮੈਂ ਨਹੀਂ ਮੀਟ ਖਾਵਾਂ, ਚਲੋ ਨਹੀਂ ਖਾਧਾ, ਜੇਲ੍ਹ ਚ ਰਿਹਾ। ਕਹਿੰਦਾ ਮੈਂ ਹੁਣ ਤੁਹਾਨੂੰ ਹੀ ਪਤਾ ਕਿ ਜਦੋਂ ਆਪਾਂ ਫਾਸਟਿੰਗ ਕਰਦੇ ਨਾ 7-8 ਦਿਨ 10 ਦਿਨ, ਫਿਰ ਕੀ ਹੁੰਦਾ ਕਿ ਜੋ ਇਹੀ ਚੀਜ਼ ਸਾਨੂੰ ਸੁਪਨੇ ਉਹਦੇ ਆਉਣੇ ਆ ਜਿਹੜੀ ਚੀਜ਼ ਅਸੀਂ ਫਾਸਟਿੰਗ ਕੀਤੀ। ਤੇ ਉਹ ਕਹਿੰਦਾ ਕਿ ਮੈਨੂੰ ਸੁਪਨਾ ਆਉਂਦਾ ਸੀ ਤੇ ਆਕਾਸ਼ ਚੋਂ ਥਾਲ ਆ ਰਿਹਾ ਮੇਰਾ ਨਿੱਜਰ ਸਾਹਿਬ ਰੋਟੀਆਂ ਦਾ। ਚਲੋ ਆ ਗਿਆ, ਚਲੋ ਕਹਿੰਦਾ ਮੈਂ ਰੋਟੀ ਖਾਣੀ, ਮੇਰੇ ਰੋਜ਼ ਦੀ ਕੜਾਹ ਆ ਜਾਣਾ ਮੇਰੇ ਲਈ, ਕੜਾਹ ਦੀ ਥਾਲ ਆ ਜਾ ਕਰਨਾ। ਮੈਂ ਕਹਿੰਦਾ ਖਾ ਲੈਣਾ। ਮੈਂ ਮਨ ਚ ਸੋਚਿਆ ਜੇ ਤੇਰੇ ਲਈ ਕੜਾਹ ਦਾ ਥਾਲ ਆਉਂਦਾ ਸੀ ਤੇ ਜਿਹੜੀ ਬਾਅਦ ਚ ਫਿਰ ਤੈਨੂੰ ਕਹਿੰਦਾ, ਮੈਨੂੰ ਕਹਿੰਦਾ ਕਿ ਫਿਰ ਇਹਨਾਂ ਕੀਤਾ ਮੈਨੂੰ 10 ਦਿਨਾਂ ਬਾਅਦ ਮੈਨੂੰ ਜੇਲ੍ਹ ਚੋਂ ਕੱਢਿਆ, ਮੈਨੂੰ ਇੰਡੀਆ ਭੇਜਤਾ। ਮੈਂ ਮਨ ਚ ਸੋਚਿਆ ਜੇ ਤੇਰੀ ਪ੍ਰਮਾਤਮਾ ਮਦਦ ਹੀ ਕਰਨ ਦਿਆ ਤੇ ਫਿਰ ਪ੍ਰਮਾਤਮਾ ਰਾਜੇ ਦੀ, ਜਿਹਨੇ ਰਾਜਾ ਸੀ, ਜੋ ਮਾਲਕ ਸੀ ਕੰਪਨੀ ਦਾ, ਉਹਦੇ ਹਿਰਦੇ ਚ ਵਸ ਕੇ ਤੇ ਉਹ ਜੋ ਤੂੰ ਮੰਗ ਕੀਤੀ ਉਹ ਕੋਈ ਨਹੀਂ ਪੂਰੀ ਹੋਈ। ਇਹ ਦੇਖੋ ਇਹਨੇ ਚ ਫਰਕ ਹੈਗਾ ਨਾ। ਬਿਲਕੁਲ। ਤੇ ਹੁਣ ਉੱਥੇ ਮੇਰੇ ਕੋਲ ਉੱਥੇ 1000-1500 ਲੋਕ ਉਹਦੇ ਤੁਰੇ ਫਿਰਦੇ ਨੇ ਮਗਰ, ਉਹ ਵੀ ਵਿਹਲੜ, ਉਹ ਤੋਂ ਬਾਹਰੋਂ ਆ ਗਿਆ। ਉਹਨਾਂ ਨੇ ਉਹਨੂੰ ਕਰਤਾ, ਉਹਨੂੰ ਡਿਪੋਰਟ ਕਰ ਦਿੰਦੇ, ਡਿਪੋਰਟ ਕਰਤਾ, ਕਿਉਂਕਿ ਜੂਨੀਅਰ ਬਣਾਈ। ਮੈਂ ਇੱਥੇ ਇੱਕ ਛੋਟਾ ਜਿਹਾ ਸਵਾਲ ਕਰਦਾ ਕਿ ਜੇ ਪਰਮਾਤਮਾ ਤੇਰੇ ਲਈ ਥਾਲ ਹੀ ਭੇਜਣ ਦਿਆ ਸੀ,
ਔਰ ਤੇਰੇ ਮਨ ਦੀ ਇੱਛਾ ਚੰਗੀ ਸੀ, ਤੂੰ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਸਾਂ, ਤੇ ਪ੍ਰਮਾਤਮਾ ਉਹ ਰਾਜੇ ਦੇ ਦਿਲ 'ਚ ਵਸਦਾ ਤੇ ਜਿਹੜੀਆਂ ਤੇਰੀਆਂ ਜੈਨੂਅਨ ਮੰਗਾਂ ਪੂਰੀਆਂ ਕਰ ਦੋ, 2-4 ਫਿਰ ਤੇ ਮੰਨਦੇ। ਉਹ ਵੀ ਵੀਰ ਜੀ ਦੇਖ ਲਓ, ਰਾਮ ਕ੍ਰਿਸ਼ਨ ਪਰਮਹੰਸ ਜਿਹੜੇ ਹੋਏ ਆ ਉਹਨਾਂ ਨੂੰ ਕਾਲੀ ਮਾਤਾ ਦਿਸਦੀ ਸੀਗੀ ਤੇ ਉਹ ਖੜਕ ਗੱਲਾਂ ਵੀ ਕਰਦੇ ਸੀ ਉਹਦੇ ਨਾਲ। ਹਾਂ, ਖੜਕ ਸਿੰਘ ਉਹਨਾਂ ਨੇ ਕਿਹਾ ਵੀ ਮੈਂ ਵੀ ਇਹ ਤਾਂ ਕਹਿੰਦੇ, ਉਹ ਕਹਿੰਦੇ ਵੀ ਮੈਨੂੰ ਮੈਂ ਉਹਨਾਂ ਦੇ ਨਾਲ ਵਾਰਤਾਲਾਪ ਹੋਇਆ, ਉਹ ਕਹਿੰਦੇ ਉਹ ਤਾਂ ਹੁਣ ਇਸ ਤੋਂ ਅੱਗੇ ਤਾਂ ਮੈਂ ਜਾ ਹੀ ਨਹੀਂ ਸਕਦਾ ਕਾਲੀ ਮਾਤਾ ਤੋਂ ਅੱਗੇ। ਕਹਿੰਦੇ ਮੈਂ ਕੀ ਕਰਾਂ, ਕਹਿੰਦੇ ਇਹਨੂੰ ਕਾਲੀ ਮਾਤਾ ਨੂੰ ਜਿਹੜਾ ਕੱਟ ਇਹਨੂੰ। ਉਹ ਕਹਿੰਦਾ ਕਿੱਥੋਂ ਕੱਟਾਂ, ਕਿਤੇ ਜਿੱਥੋਂ ਕਾਲੀ ਮਾਤਾ ਲਈ ਆ ਉੱਥੋਂ ਤਲਵਾਰ ਖਿੱਚ ਤੇ ਕੱਟ ਇਹਨੂੰ। ਹਾਂ ਬਿਲਕੁਲ ਸਹੀ ਹੈ ਨਿੱਜਰ ਸਾਹਿਬ। ਉਹ ਇਹ ਪਤਾ ਕੀ ਕਰਦੇ ਆ ਭਗਤ ਜਿਹੜੇ ਹੁੰਦੇ ਨਾ, ਉਹ ਕਰਦੇ ਆ ਮਤਲਬ ਉਹ ਜਦੋਂ 24 ਘੰਟੇ ਚੀਜ਼ ਨੂੰ ਸੋਚੀ ਜਾਣਾ, ਅਸਲ 'ਚ ਸੋਚਣ ਦਾ ਤੇ ਵਿਸ਼ਾ ਹੀ ਨਹੀਂ। ਬਾਣੀ ਖੁਦ ਕਿਹਾ ਨਾ ਤੇ ਉਹਦਾ ਰੂਪ ਹੈ ਤੇ ਨਾ ਤੇ ਰੰਗ ਹੈ ਤੇ ਨਾਲ ਦੀ ਰੇਖ ਹੈ। ਔਰ ਵੱਡੀ ਗੱਲ ਮੈਂ ਇਹ ਕਹਿਣਾ, ਚਲੋ ਮੰਨ ਲਓ ਤੁਹਾਨੂੰ ਪ੍ਰਮਾਤਮਾ ਮਿਲਦਾ, ਫਿਰ ਹਿੰਦੂ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲੇ ਹਨਾ, ਹਾਂ, ਤੇ ਜਿਹੜਾ ਸਿੱਖ ਹੈਗਾ ਉਹਨੂੰ ਰਾਮ ਮਿਲੇ, ਇਹ ਉਲਟੇ ਪਿਲਟੇ ਕਿਉਂ ਨਹੀਂ ਮਿਲਦੇ? ਉਹ ਜਿੱਥੇ ਜਿਹੜਾ ਤੁਸੀਂ ਮੰਨਦੇ ਉਹੀ ਪ੍ਰਗਟ ਹੋਣ ਦਿਆ ਵਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਮੈਨੂੰ ਮਿਲੇ ਨਾ, ਮੈਨੂੰ ਜਿਸ ਤੋਂ ਨਹੀਂ ਮਿਲਦਾ ਪਿਆ। ਜੇ ਅਸਲੀਅਤ ਆ ਉਹ ਮਿਲੇ ਨਾ, ਕਿ ਜਿਹੜੀ ਚੀਜ਼ ਮੈਂ ਨਹੀਂ ਸੋਚੀ, ਇਹਦਾ ਮਤਲਬ ਕਿ ਉਹੀ ਮਿਲਦਾ ਵਾ ਜਿਹੜਾ ਮੈਂ ਸੋਚਣ ਦਿਆਂ। ਇਹਨੂੰ ਨਿੱਜਰ ਸਾਹਿਬ ਪਤਾ ਨਹੀਂ ਕਹਿੰਦੇ, ਇਲੂਜ਼ਨ ਕਹਿੰਦੇ ਆ, ਇਲੂਜ਼ਨ, ਰੈਗੂਲੇਟਡ ਥਾਟਸ, ਇਦਾਂ ਦੀ ਕੋਈ ਡਿਸੀਜ਼ ਹੈ। ਹੈਲੂਸੀਨੇਸ਼ਨ ਜੀ, ਹੈਲੂਸੀਨੇਸ਼ਨ ਨਹੀਂ, ਹੈਲੂਸੀਨੇਸ਼ਨ ਵੀ ਹੈਗਾ ਤੇ ਇੱਕ ਅਨਰੈਗੂਲੇਟਡ ਥਾਟ ਵੀ ਕਹਿੰਦੇ ਇਹਨੂੰ। ਅਨਰੈਗੂਲੇਟਡ ਥਾਟਸ, ਉਹ ਬੰਦੇ ਦੀ ਥਾਟਸ ਇੰਨੀਆਂ ਜ਼ਿਆਦਾ ਪ੍ਰੋਸੈਸ ਕਰ ਰਿਹਾ ਅੰਦਰ, ਔਰ ਉਹਦੇ ਦਿਮਾਗ 'ਚ ਇੱਕ ਕੀੜਾ ਵੜ ਗਿਆ ਕਿ ਮੈਨੂੰ ਰੱਬ ਦੇਖਦਾ ਪਿਆ। ਔਰ ਰੱਬ ਕਿਹੜਾ? ਰੱਬ ਦੀ ਸ਼ਕਲ ਪਤਾ ਕਿੱਦਾਂ ਦੀ ਆ? ਇਹ ਜਿਹੜੀਆਂ ਬਾਜ਼ਾਰਾਂ 'ਚ ਫੋਟੋਆਂ ਵੇਖਦੀਆਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਔਰ ਉਹ ਰੱਬ ਮਿਲਦਾ ਵਾ ਜਿਹੜਾ ਉਹਨਾਂ ਨੇ ਸੋਚਿਆ, ਜਿਨ੍ਹਾਂ ਦੀ ਘਰ ਫੋਟੋ ਲਾ ਕੇ ਵਿੱਚ ਆਪਣੇ ਗਰੁੱਪ 'ਚ ਵੀ ਹੈਗੇ 2-4, ਤੇ ਉਹ ਬਸ ਉਹੀ, ਇਹ ਵੀ ਇੱਕ ਸੂਖਮ ਹੋਮ ਹੈ। ਇਮੈਜੀਨੇਸ਼ਨ ਵੀ ਵੀਰ ਵੀ ਤੁਸੀਂ ਇਮੈਜੀਨੇਸ਼ਨ ਵੀ ਲੋਕ ਕਰ ਲੈਂਦੇ ਆ ਨਾ, ਚਾਹੇ ਕੋਈ ਵੀ ਚੀਜ਼ ਆਪਾਂ ਇਮੈਜਿਨ ਵੀ ਕਰ ਸਕਦੇ ਆ ਭਾਜੀ। ਇਮੈਜੀਨੇਸ਼ਨ ਤੇ ਲੋਕੀ ਭੂਤ ਤਿਆਰ ਕਰ ਦਿੰਦੇ, ਭੂਤ ਵਿਖਵਾ ਨਹੀਂ ਜਾਂਦੇ ਘਰਾਂ 'ਚ। ਉਹੀ ਗੱਲ ਕਹਿ ਰਿਹਾ ਨਾ। ਹਾਂ, ਉਹ ਆਪਾਂ ਜਿਹੜੀ ਚੀਜ਼ ਨੂੰ ਇਮੈਜੀਨੇਸ਼ਨ ਕਰਨਾ, ਮੰਨ ਲਓ ਚੀਜ਼ ਤਿਆਰ ਕਰ ਦੇਣੀ ਤੁਹਾਡੇ ਨੇ। ਬਿਲਕੁਲ, ਹਾਂਜੀ ਹਾਂਜੀ। ਔਰ ਉਹ ਭੂਤ ਏਦਾਂ ਦਾ ਖਤਰਨਾਕ ਤੁਹਾਡੇ ਘਰ ਪੈਦਾ ਹੋਊਗਾ, ਉਹ ਤੁਹਾਡੇ ਕਰਟਨ ਨੂੰ ਹਿਲਾਵੇਗਾ, ਹੋ ਸਕਦਾ ਤੁਹਾਡਾ ਬੂਹਾ ਵੀ ਖੋਲ ਜਾ। ਜੈਸਾ ਸੇਵੇ ਤੈਸਾ। ਹਾਂ, ਇਹ ਨਾ ਓਸ਼ੋ ਦੀ ਕਹਾਣੀ ਹੈ ਤੱਕ ਮੈਨੂੰ ਯਾਦ ਆਉਂਦੀ ਆ। ਓਸ਼ੋ ਕਥਾ 'ਚ ਸੁਣਾਉਂਦੇ ਸੀ, ਕਥਾ 'ਚ, ਤੇ ਕਹਿੰਦੇ ਕਿ ਮੇਰਾ ਘਰ ਸੀ ਪਤਾ ਨਹੀਂ ਕਿੱਥੇ, ਥੋੜਾ ਜਿਹਾ ਵੱਡਾ ਘਰ, ਤੇ ਮੇਰਾ ਯਾਰ ਦੋਸਤ ਮੇਰੇ ਕੋਲ ਆਇਆ ਬੜਾ ਪੁਰਾਣਾ, ਤੇ ਉਹ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ, ਤੇ ਕਹਿੰਦੇ ਕਿ ਚਲੋ ਗੱਲਾਂ ਗੁੱਲਾਂ ਚੱਲਦੀਆਂ ਰਹੀਆਂ। ਫਿਰ ਪਤਾ ਨਹੀਂ ਘਰ ਸੀ ਉੱਥੇ, ਉਹ ਕਹਿੰਦੇ ਕਿ ਤੁਸੀਂ ਤੇ ਚੀਜ਼ 'ਚ ਵਿਸ਼ਵਾਸ ਨਹੀਂ ਨਾ ਕਰਦੇ। ਕਹਿੰਦੇ ਕਿਹੜੀਆਂ 'ਚ? ਕਹਿੰਦੇ ਬਸ ਭੂਤਾਂ ਪ੍ਰੇਤਾਂ ਚਿਹਰਾ ਵਗੈਰਾ। ਕਹਿੰਦਾ ਨਾ ਮੈਂ ਤੈਨੂੰ ਪਤਾ ਹੀ ਬਚਪਨ 'ਚ ਆਪਾਂ ਜਦੋਂ ਕਾਲਜ ਪੜ੍ਹਦੇ ਉਦੋਂ ਤੇ ਤੈਨੂੰ ਪਤਾ ਹੀ ਆਪਣੀ ਥਿਊਰੀ ਦਾ ਨਾ। ਉਹ ਜਿਹੜੇ ਇੱਥੇ ਰਹਿੰਦੇ ਸੀ ਨਾ, ਉੱਥੇ ਗੈਸਟ ਹਾਊਸ ਥੋੜਾ ਜਿਹਾ ਵੱਡੇ ਘਰ ਤੋਂ ਦੂਰ ਸੀ, ਉੱਥੇ ਠਹਿਰੇ ਸੀ ਉਹ ਗੈਸਟ। ਉਹ ਕਹਿੰਦਾ ਗੱਲ ਤੇ ਕੁਛ ਨਹੀਂ ਹੈ, ਇਹ ਜਿਹੜਾ ਕਮਰਾ ਜਿੱਥੇ ਤੂੰ ਠਹਿਰਨਾ ਨਾ, ਇੱਥੇ ਕੁੜੀ ਇੱਕ ਸੜ ਕੇ ਮਰ ਗਈ ਹੈ। ਇਹ 2-4 ਗੈਸਟ ਪਹਿਲਾਂ ਵੀ ਆਏ ਰਾਤੀ, ਤੇ ਉਹ ਕੰਪਲੇਂਟ ਕਰਦੇ ਕਿ ਰਾਤ ਨੂੰ ਉਹਨਾਂ ਦੀ ਉਹ ਕੁੜੀ ਦੀ ਆਤਮਾ ਇੱਥੇ ਘੁੰਮਦੀ ਹੈ, ਭੂਤਨੀ, ਚਿੱਟੇ ਰੰਗ ਦੇ ਕੱਪੜੇ ਪਾਏ ਉਹਨੇ। ਠੀਕ ਹੈ, ਉਹ ਕਹਿੰਦਾ ਤੁਸੀਂ ਕਿਹੜੀ ਗੱਲ ਕੀਤੀ ਹੈ, ਤੇ ਮਜ਼ਾਕ ਹੈਗਾ ਵਾ, ਚਲੋ ਕੋਈ ਗੱਲ ਨਹੀਂ, ਮੈਂ ਵੇਖ ਲਾਂਗਾ ਆਪੇ ਭੂਤਨੀ। ਉਹਦੇ ਦਿਮਾਗ 'ਚ ਵੜ ਗਿਆ ਕੀੜਾ, ਇੱਥੇ ਭੂਤਨੀ ਹੈਗੀ। ਹੁਣ ਅੱਧੀ ਰਾਤ ਹੋਈ, ਉਹ ਕਿਤੇ ਬਿੱਲੀ ਬੁੱਲੀ ਡਿੱਗੀ ਛੱਤ ਤੋਂ, ਉਹਨੂੰ ਉੱਠ ਗਿਆ ਕਿ ਸੱਚੀ ਕੋਈ ਆ ਗਿਆ। ਉਧਰੋਂ ਫਿਰ ਹਵਾ ਚੱਲਣ ਦੀ, ਕਰਟਨ ਹਿੱਲੇ। ਅੱਧੇ ਘੰਟੇ 'ਚ ਉਹਦੇ ਦਿਮਾਗ ਨੇ ਸੱਚੀ ਭੂਤਨੀ ਤਿਆਰ ਕਰਕੇ ਨਿਕਲਦਾ ਉੱਥੇ। ਮੁੜ ਕੇ ਰਾਤ ਨੂੰ ਓਸ਼ੋ ਦੇ ਕਮਰੇ 'ਚ ਗਿਆ, ਉਹਨੂੰ ਉਠਾਇਆ। ਉਹ ਕਹਿੰਦਾ ਤੂੰ ਤੇ ਮੈਨੂੰ ਭੂਤ ਵਾਲੇ ਕਮਰੇ 'ਚ ਛੱਡ ਆਇਆ। ਉਹ ਕਹਿੰਦਾ ਮੈਂ ਤੇ ਤੈਨੂੰ ਓਦਾਂ ਹੀ ਸਮਝਾਇਆ ਸੀ ਕਿ ਉੱਥੇ ਇੱਕ ਭੂਤ ਹੈਗਾ, ਤੇ ਤੂੰ ਤੇ ਕਹਿੰਦਾ ਵਿਸ਼ਵਾਸ ਨਹੀਂ। ਕਹਿੰਦਾ ਮੈਂ ਜਸਟ ਗਲਤ ਕਹਾਣੀ ਸੁਣਾਈ ਤੈਨੂੰ, ਉੱਥੇ ਕੋਈ ਭੂਤਨੀ ਨਹੀਂ ਹੈ। ਬਸ ਤੇਰੇ ਮਾਈਂਡ ਦੀ ਇੱਕ ਕੀੜਾ ਵਾ, ਜਿੱਦਾਂ ਸਿੱਪੀ ਦੇ ਵਿੱਚ ਮੋਤੀ ਬਣਦਾ ਹੈ ਨਾ, ਤੇ ਮੋਤੀ ਏਦਾਂ ਨਹੀਂ ਬਣਦਾ, ਉਹ ਚ ਰੇਤਾ ਦਾ ਕਣਕਾ ਛੁੱਟਦੇ ਨੇ ਪਹਿਲਾਂ। ਹੁਣ ਲੋਕੀ ਪਤਾ ਕੀ ਕਿਹੜੇ ਸੱਪਾਂ ਦਾ ਇਲਾਜ ਕਰਦੇ ਨੇ ਨਿੱਜਰ ਸਾਹਿਬ? ਉਹਨਾਂ ਸੱਪਾਂ ਦਾ ਫਾਂਡਾ ਹੁੰਦਾ ਜਿੰਨਾ ਸੱਪਾਂ ਦਾ ਜ਼ਹਿਰ ਨਹੀਂ ਹੁੰਦਾ। ਲਿਆ ਮੈਂ ਨਾਗ ਕੋਬਰ ਦਿੰਦਾ ਨੂੰ, ਡੰਗ ਮਰਵਾਏ, ਇਹ ਤੋਂ ਤੈਨੂੰ ਬੰਦੇ ਨੂੰ ਸਹੀ ਕਰ। ਆਪ ਜੀ ਦੇਖੋ, ਜਿਹੜੇ ਲੋਕ ਪਤਾ ਕੀ ਵਹਿਮੀ ਹੁੰਦੇ, ਭਰਮ ਕਰਦੇ, ਉਹਨੂੰ ਕਹਿੰਦੇ ਕਿ ਲਿਆ ਵੀ ਤੇਰੇ ਮੋਢੇ ਤੇ ਮੈਂ ਕਾਲਾ ਧਾਗਾ ਬੰਨ ਦੇਣਾ, ਤਵੀਰ ਬੰਨ ਦੇਣਾ,
ਅਸਲ 'ਚ ਉਹਨੂੰ ਇੱਕ ਚੀਜ਼ ਛਡਾ ਕੇ ਤੇ ਨਿੱਜਰ ਸਾਹਿਬ ਨੂੰ ਦੂਜੀ ਚੀਜ਼ ਫੜਾਤੀ ਹੈ। ਉਹ ਤਾਂ ਮਨ ਸਟਰੋਂਗ ਹੋ ਗਿਆ ਕਿ ਇਹ ਜਿਹੜਾ ਤਵੀਤ ਗੱਲ 'ਚ ਪਾਇਆ ਇਹਨੇ ਭੂਤ ਨੂੰ ਲਾਗੇ ਨਹੀਂ ਆਉਣ ਦੇਣਾ। ਬਿਲਕੁਲ ਸਹੀ ਗੱਲ ਹੈ। ਪਰ ਭੂਤ ਹੀ ਹੈਗਾ ਵਾ, ਪਰ ਥੋੜਾ ਧਾਗੇ 'ਚ ਆ ਗਿਆ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਇਹ ਕੇਵਲ ਸਾਡੇ ਮਨ ਦੀਆਂ ਹੁੰਦੀਆਂ। ਤੇ ਜਿੱਦਾਂ ਹੁਣ ਨਿਰਮਲ ਬਾਬਾ ਜੀ, ਹੁਣ 100 ਬੰਦਾ ਆਉਂਦੇ ਆ ਤਾਂ ਉਹਨੂੰ ਕਹਿੰਦੇ ਵੀ ਤਥਾ, ਉਹ ਕਹਿੰਦੇ ਜੀ ਤੁਹਾਡੀ ਕਿਰਪਾ ਰੁਕੀ ਹੋਈ ਹੈ, ਫਲਾਣਾ ਕੰਮ ਕਰੋ ਜੀ। ਉਹ 100 ਬੰਦਾ ਆਇਆ, 100 ਚ 3-4 ਦਾ ਕੰਮ ਤਾਂ ਹੋਣਾ ਹੀ ਹੋਣਾ। ਉਹ ਤੇ ਕੁਦਰਤ ਨੇ ਥੋੜੀ ਸਿਸਟਮ ਰੋਕ ਦੇਣਾ। ਤੇ ਉਹ ਨਿਰਮਲ ਬਾਬਾ ਜੀ ਤੇ ਜਾਇਜ਼ਾ ਕਰਨ ਡਿਆ ਪੈਂਦੇ। ਚਲੋ 97 ਭੱਜ ਜਾਣ ਕੇ ਉਹ ਤਿੰਨਾਂ ਨੇ ਫਿਰ ਰੌਲਾ ਪਾਈ ਜਾਣਾ ਜ਼ਿੰਦਗੀ ਭਰ ਕਿ ਨਿਰਮਲ ਬਾਬਾ ਨੇ ਸਾਡਾ ਕੰਮ ਕਰਾਤਾ। ਇਹ ਜਿਹੜਾ ਕ੍ਰੀਏਟਿਵ ਹੁੰਦੀਆਂ ਨਾ, ਇਹ ਸਾਰਾ ਇੱਕ ਪ੍ਰੋਸੈਸ ਆ। ਤੇ ਜਿਨ੍ਹਾਂ ਦਾ ਨਹੀਂ ਹੋਇਆ ਉਹ ਫਿਰ ਦੂਜੇ ਬਾਬੇ ਕੋਲ ਚੱਲ ਜਾਂਦੇ ਆ, ਫਿਰ ਉੱਥੇ ਵੀ 2000 ਦਾ ਕੰਮ ਹੋ ਜਾਂਦਾ। ਫਿਰ ਜਿਹੜੇ ਬਾਕੀ ਪਾਈ ਗਏ ਫਿਰ ਦੂਜੇ ਬਾਬੇ ਕੋਲ। ਇਸੇ ਹੀ ਤਰ੍ਹਾਂ ਦੁਨੀਆ ਚੱਲਦੀ ਪਈ ਹੈ ਔਰ ਲੋਕੀ ਜਿਹੜਾ ਆਪਣਾ ਦਾਲ ਫੁੱਕਾ ਚਲਾ ਰਹੇ ਨੇ। ਤੋ ਇਹ ਸਾਧ ਸੰਗਤ ਜੀ ਚਲੇ ਵਿਚਾਰ ਥੋੜੀ ਆਊਟ ਹੋ ਗਈ। ਹਾਂਜੀ, ਆਪਾਂ ਬੈਕ ਟੂ ਨਾਰਮਲ ਆਉਣੇ। ਹਾਂਜੀ ਨਿਜਰ ਸਾਹਿਬ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ। ਕਹਿੰਦੇ ਜੇ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਪਿਆਰ ਦੇ ਵਿੱਚ ਆਪਾਂ ਬੰਨੇ ਜਾਈਏ ਤੇ ਜਿਹੜੀ ਮਾਇਆ ਹੈਗੀ ਮਾਲਕ ਦੀ ਬਣਾਈ ਹੋਈ, ਉਹ ਆਪਾਂ ਨੂੰ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੂਪ ਦੇ ਵਿੱਚ ਆਪਾਂ ਨੂੰ ਨਹੀਂ ਬਣ ਸਕਦੀ। ਇਸ ਕਰਕੇ ਜੇਠ ਦੇ ਮਹੀਨੇ 'ਚ ਪਰਮੇਸ਼ਰ ਦੇ ਨਾਲ ਜੁੜਨਾ ਹੀ ਜਿਹੜਾ ਹੈਗਾ ਲੋੜੀਦਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਪਿੱਛੇ ਜੇ ਅੱਜ ਇੱਕ ਲੜਕੀ ਆ, ਉਹਨੇ ਸਵਾਲ ਕੀਤਾ ਸੀ। ਉਹ ਕਹਿੰਦੀ ਸੀ ਕਿ ਵੀਰ ਜੀ ਮੈਂ ਕਥਾ ਸੁਣੀ ਆ, ਤੁਹਾਡੇ ਗਰੁੱਪ 'ਚ ਪਾਈ ਸੀ ਕਿਸੇ ਨੇ। ਉਹ ਜਿਹੜਾ ਸੰਤ ਸੀ ਉਹ ਕਹਿੰਦੇ ਸੀ ਕਿ ਇੱਕ ਬਾਬਾ ਵਾ, ਉਹਨੇ 60 ਸਾਲ ਤਪ ਕੀਤਾ, ਉਹ ਬ੍ਰਹਮ ਗਿਆਨੀ ਬਣ ਗਿਆ ਤੇ ਫਿਰ ਵੀ ਉਹ ਕਾਮ 'ਚ ਗ੍ਰਸਤ ਹੋ ਗਿਆ। ਤੇ ਉਹ ਏਦਾਂ ਹੋ ਸਕਦਾ ਵੀਰ ਜੀ? ਮੈਂ ਉਹਨੂੰ ਕਿਹਾ, ਮੈਂ ਗੁੜੀਆ ਦੇਖ ਗੱਲ ਸੁਣ ਮੇਰੀ, ਏਦਾਂ ਹੋ ਹੀ ਨਹੀਂ ਸਕਦਾ, ਪੋਸੀਬਲ ਨਹੀਂ ਆ। ਕਿਉਂਕਿ ਬ੍ਰਹਮ ਦੇ ਵਿੱਚ ਬੰਦਾ ਉਹਨਾਂ ਚਿਰ ਆਪਾਂ ਅਪਗ੍ਰੇਡ ਨਹੀਂ ਹੁੰਦੇ ਜਿੰਨਾ ਚਿਰ ਤੱਕ ਆਪਾਂ ਉਹਦੀ ਕੈਪੈਸਿਟੀ, ਉਹਦੀ ਜਿਹੜੀ ਸਾਡੇ ਅੰਦਰ ਕੈਪੈਸਿਟੀ ਨਹੀਂ ਬਿਲਡ ਹੁੰਦੀ, ਜਿੰਨਾ ਚਿਰ ਗੱਲ ਨੂੰ ਕਲੀਅਰ ਨਹੀਂ ਕਰਦੇ। ਬ੍ਰਹਮ ਬੜਾ ਕਲੀਅਰ ਹੈ। ਬ੍ਰਹਮ ਸਾਡੇ ਮੂੰਹ ਜਜ਼ਬਾਤੀ ਨਹੀਂ ਹੁੰਦਾ। ਜਿੰਨੀ ਸਾਡੀ ਔਕਾਤ ਆ ਉਨੀ ਵਸਤੂ ਪਾ ਦਿੰਦਾ ਹੈ। ਉਹ ਪਾਣੀ 'ਚ ਵੀ ਲਿਖਿਆ, ਉਹਦੀ ਤੱਕੜੀ ਬੜੀ ਸੱਚੀ ਹੈ। ਜਦੋਂ ਸਾਡੀ ਔਕਾਤ ਬਣ ਗਈ ਉਹਨਾਂ 'ਚ ਦੂਜੀ ਅਵਸਥਾ ਨਹੀਂ ਮਿਲਣੀ। ਇਹ ਠੀਕ ਹੈ ਨੀ ਜੀ ਸਾਹਿਬ? ਬਿਲਕੁਲ। ਉਹ ਤਾਂ ਜਿਹੜੀ ਹੈ ਰਿਕੁਆਇਰਮੈਂਟ ਜਦ ਤੱਕ ਪੂਰੀ ਨਹੀਂ ਹੁੰਦੀ, ਜਿਹੜੀ ਹੈਗੀ ਪਾਣੀ ਦੇ ਵਿੱਚ ਪਾਣੀ ਸਮਾ ਸਕਦਾ ਹੈ, ਜਦ ਆਪਣੇ ਜਿਹੜੇ ਹੈਗੇ ਇਹ ਔਗੁਣ ਨਹੀਂ ਜਾਂਦੇ ਤਦ ਤੱਕ ਪਰਮਾਤਮਾ ਥੋੜੀ ਨਾ ਹੁੰਦਾ। ਹਾਂ, ਇੱਕ ਚੀਜ਼ ਨਿੱਜਾ ਸਾਹਿਬ ਹੋ ਰਿਹਾ ਆਪਣੇ ਗਰੁੱਪ 'ਚ ਹੀ ਹੈਗੀ ਇੱਕ ਮੈਡਮ, ਉਹ ਮੈਨੂੰ ਕਹਿੰਦੇ ਕਿ ਵੀਰ ਜੀ ਮੈਨੂੰ ਪਤਾ ਲੱਗ ਜਾਂਦਾ। ਅੱਛਾ, ਹਾਂ, ਅਨਰੈਗੂਲੇਟ ਥਾਟਸ ਉਹਨੂੰ ਕਹਿੰਦੇ ਨੇ। ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਵੀਰ ਜੀ ਕੀ ਹੋਣਾ। ਮੈਂ ਏਦਾਂ ਕਰੋ, ਮੈਂ ਲਾਟਰੀ ਦਾ ਨੰਬਰ ਦੱਸੋ ਮੈਨੂੰ। ਤੇ ਮੈਂ ਹਾਂ ਦੱਸੋ ਮੈਨੂੰ ਲਾਟਰੀ ਦਾ ਨੰਬਰ, ਮੈਂ ਪਾ ਲੈਣਾ ਤੇ ਅੱਧਾ ਨਾਮ ਤੁਹਾਡਾ ਤੇ ਅੱਧਾ ਮੇਰਾ। ਕਹਿੰਦੀ ਨਹੀਂ, ਉਹ ਨਹੀਂ ਮੈਂ ਦੱਸ ਸਕਦੀ। ਤੇ ਮੈਂ ਤੁਸੀਂ ਕੀ ਦੱਸ ਸਕਦੇ ਜੋ? ਕਹਿੰਦੀ ਘਰ ਦੀਆਂ ਗੱਲਾਂ, ਕੰਮ ਦੀਆਂ ਗੱਲਾਂ। ਮੈਂ ਤੇ ਮੈਨੂੰ ਫਲਾਣੇ ਨੇ ਫੋਨ ਕਰ ਦੇਣਾ ਵਾ, ਮੈਨੂੰ ਇੰਜ ਹੋਣਾ। ਮੈਂ ਜਦੋਂ ਤੁਹਾਡੇ ਰਿਸ਼ਤੇ ਰਿਹਾ, ਤੁਹਾਨੂੰ ਨਹੀਂ ਫੋਨ ਕਰਨਾ ਤੇ ਕਿਹਨੂੰ ਕਰਨਾ ਨਾ? ਹੈਂ, ਆ ਜਿੱਦਾਂ ਗੋਭੀ ਵੇਚਣ ਵਾਲਾ ਆ ਜਾਊਗਾ ਭਾਈ ਗਲੀ 'ਚ, ਤੇ ਮੈਂ ਬਾਜ਼ਾਰ 'ਚ ਕੋਈ ਨਾ ਕੋਈ ਲੰਘਦੇ ਆ ਕਿ ਇਹਨੇ ਤਾਂ ਗੋਭੀ ਵੇਚਣ ਆਉਣੀ ਹੈ। ਤੁਸੀਂ ਆਪਣੇ ਦਿਮਾਗ ਨਾਲ ਜੋੜ ਲਿਓ। ਤੇ ਇਹ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਇਨਸਾਨ, ਹੁਣ ਆਪਾਂ ਜਿਹੜਾ ਜੀਵਨ ਕਰਦੇ ਆ, ਆਪਾਂ ਮੰਨ ਲਓ ਆਪਾਂ ਜਿਹੜਾ ਜੀਵਨ ਬਤੀਤ ਕਰਦੇ ਆ, ਔਰ ਨੈਚੁਰਲੀ ਵਿਚਾਰ ਸਾਡੇ ਮਨ 'ਚ ਉਹੀ ਆਉਣੇ ਆ। ਇਹਦਾ ਮਤਲਬ ਨਹੀਂ ਕਿ ਸਾਨੂੰ ਭਵਿੱਖ ਬਾਣੀ ਪਤਾ ਲੱਗ ਗਿਆ ਕਿ ਕੱਲ ਨੂੰ ਕੀ ਹੋਣਾ। ਬਹੁਤ ਔਖਾ ਦੱਸਣਾ। 99% ਜਿਹੜਾ ਆਪਾਂ ਸੋਚਦੇ ਉਦਾਂ ਹੁੰਦਾ ਨਹੀਂ ਆ। ਕੁਦਰਤ ਇਹ ਬਿਲਕੁਲ ਇਹ ਚੀਜ਼ ਬਾਰੇ ਬੜੀ ਸ਼ੋਰ ਆ। ਇੱਥੇ ਮੈਨੂੰ ਲੌਗ ਲਿਖਦਾ ਮੈਂ ਟਾਵਰ 'ਚ। ਮੈਂ ਕਈ ਵਾਰੀ ਵੇਖਿਆ, ਮੈਂ 1-2 ਮਿੰਟ ਦੀ ਅੱਗੇ ਐਡਵਾਂਸ ਐਂਟਰੀ ਪਾਉਣਾ ਵਾ, ਉਹ ਕੰਮ ਉਸ ਟਾਈਮ ਤੇ ਨਹੀਂ ਹੁੰਦਾ। ਜਾਂ ਪਹਿਲਾਂ ਹੋ ਜੂ ਤੇ ਜਾਂ ਲੇਟ ਹੋ ਜਾਂਦਾ। ਸੇਮ ਟਾਈਮ ਤੇ ਕੰਮ ਨਹੀਂ ਹੁੰਦਾ। ਉਹ ਜਦ ਕਿ ਉਹ ਕੰਮ ਹਜ਼ਾਰਾਂ ਵਾਰੀ ਕੀਤਾ ਹੈ, ਉਹ ਟਾਈਮ ਨਹੀਂ ਲੱਗਦਾ। ਹਾਂਜੀ ਨਿਜਾ ਸਾਹਿਬ ਅੱਗੇ ਚਲੀ, ਇਸ ਤੋਂ ਬੋਲ ਦੋ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਨ। ਕਹਿੰਦੇ ਮਾਣਕ ਮੋਤੀ ਜਿਹੜਾ ਹੈਗੇ ਪਰਮੇਸ਼ਰ ਦਾ ਨਾਮ ਹੈਗਾ, ਪਰਮੇਸ਼ਰ ਦੇ ਗੁਣ ਹੈਗੇ। ਉਹਨਾਂ ਨੂੰ ਧਾਰਨ ਕਰਨ ਦੇ ਨਾਲ, ਨਾਮ ਵੱਲ ਜਿਹੜਾ ਹੈਗਾ ਨਾਮ ਧਨ ਇਕੱਠਾ ਕਰਨ ਦੇ ਨਾਲ, ਕਹਿੰਦੇ ਉਸ ਨੂੰ ਸੰਨ ਨਹੀਂ ਲੱਗ ਸਕਦੀ। ਜਿੰਨਾ ਖਰਚਾਂਗੇ ਓਨਾ ਵਧੂਗਾ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ।
ਕਹਿੰਦੇ ਜਿੰਨੇ ਵੀ ਮਨ ਨੂੰ ਭਾ ਰਹੇ ਆ ਇਹ ਸਾਰੇ ਦੇ ਸਾਰੇ ਮਾਲਕ ਪਰਮਾਤਮਾ ਦੀ ਖੇਡ ਹੈਗੀ। ਮਾਲਕ ਪਰਮਾਤਮਾ ਦੇ ਵੱਲੋਂ ਜਿਹੜੇ ਹੈਗੇ ਸਾਰੇ ਦੇ ਸਾਰੇ ਰੰਗ ਤਮਾਸ਼ਾ ਜੋ ਵੀ ਦੁਨੀਆ 'ਚ ਦਿਸ ਰਹੀ ਆ ਇਹ ਪ੍ਰਕਿਰਤੀ ਉਹ ਮਾਲਕ ਪਰਮਾਤਮਾ ਦੀ ਬਣਾਈ ਹੋਈ ਆ। ਹਾਂਜੀ ਬਿਲਕੁਲ ਠੀਕ ਹੈ ਜੀ। ਮਾਨਕ ਮੋਤੀ ਨਾਮ ਪ੍ਰਭ ਉਹਨੇ ਲਾਗੇ ਨਹੀਂ ਸਨ। ਉਹ ਕਹਿੰਦੇ ਕਿ ਨਾਮ ਜਿਹੜਾ ਨਾ ਉਹ ਮੋਤੀ ਆ, ਮਾਨਕ ਆ, ਮੁੜ ਕੇ ਨੁਕਸਾਨ ਨਹੀਂ ਲੱਗ ਸਕਦੀ। ਇਹ ਨਹੀਂ ਕਿ ਅੱਜ ਅਵਸਥਾ ਬਣੀ ਤਾਂ ਕੱਲ ਨੂੰ ਟੁੱਟ ਗਈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਉਹ ਕੋਈ ਚਰਨਜੀਤ ਦਾ ਅਰੇਂਜਮੈਂਟ ਥੋੜੀ ਹੈਗਾ ਜਿਹੜਾ 2 ਮਿੰਟਾਂ ਚ 3 ਮਿੰਟਾਂ ਚ ਪ੍ਰਿਡਿਕਸ਼ਨ ਕੁਝ ਸੋਚਿਆ ਤੇ ਉਲਟਾ ਹੋ ਗਿਆ। ਉਹ ਬ੍ਰਹਮ ਦਾ ਹੈ। ਪਰ ਬ੍ਰਹਮ ਜਦੋਂ ਕੋਈ ਚੀਜ਼ ਦਿੰਦਾ ਹੈ ਨਾ ਉਹ ਐਸੀ ਭੀਖ ਦਿੰਦਾ ਹੈ ਅਨੰਤ ਜਨਮਾਂ ਦੀ ਮੇਰੇ ਵਰਗਿਆਂ ਦੀ ਭੁੱਖ ਉਤਰ ਜਾਂਦੀ। ਉਹ ਦਿੰਦਾ ਵੀ ਏਡਾ ਤਗੜਾ ਵਾ ਜੇ ਉਹਦੀ ਦਿੱਤੀ ਦਾਤ ਜੇ ਹਿੱਲ ਜੇ ਤੇ ਨਿੱਜਾ ਸਾਹਿਬ ਫਿਰ ਪਰਮਾਤਮਾ ਕਾਹਦਾ ਹੋਇਆ? ਉਹ ਤੇ ਮੇਰੇ ਵਰਗਾ ਹੀ ਕੋਈ ਹੋਇਆ ਵੇਲੜ। ਰਾਈਟ? ਬਿਲਕੁਲ। ਬ੍ਰਹਮ ਜਦੋਂ ਚੀਜ਼ ਦਿੰਦਾ ਹੈ ਉਹ ਚੀਜ਼ ਜਿਹੜੀ ਉਹ ਖੋ ਨਹੀਂ ਸਕਦੀ। ਉਹ ਕਹਿੰਦੇ ਸਾਨ ਨਹੀਂ ਲੱਗ ਸਕਦੀ ਉਹਨੂੰ ਛੀਨ ਨਹੀਂ ਸਕਦਾ ਕੋਈ ਜਦੋਂ ਦਿੰਦਾ ਹੈ। ਤਾਂਹੀਓ ਬਾਣੀ ਚ ਕਿਹਾ ਮਿਲੇ ਨਾ ਵਿਛੜੇ ਜੇ ਮਿਲਿਆ ਹੋਵੇ। ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ। ਹਾਂ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ। ਮਿਲਿਆ ਹੋਇਆ ਨਾ। ਹਾਂਜੀ, ਇਸ ਤਰ੍ਹਾਂ ਦੀ ਤੁਕ ਹੁੰਦੀ। ਹਾਂ, ਮਤਲਬ ਕਹਿਣ ਤੋਂ ਭਾਵ ਸਿੰਪਲ ਆਪਾਂ ਗੱਲ ਕਰਦੇ ਕਿ ਜੇ ਮਿਲਿਆ ਤੇ ਵਿਛੜਦਾ ਨਹੀਂ ਆ। ਹਾਂ, ਜੇ ਬਹੁਤ ਤੇਰਾ ਲੋੜੀਏ ਬਾਤੀ ਮੇਲ ਨਾ ਹੋਏ, ਗੱਲਾਂ ਦੇ ਨਾਲ ਮੇਲ ਨਹੀਂ ਹੁੰਦਾ ਕਹਿੰਦੇ। ਹਾਂ, ਤੇ ਜੇ ਮਿਲ ਗਿਆ ਤੇ ਵਿਛੜ ਗਿਆ ਵਾ ਇਹਦਾ ਮਤਲਬ ਸੱਜਣਾ ਤੈਨੂੰ ਮਿਲਿਆ ਹੀ ਨਹੀਂ। ਜਦੋਂ ਆਉਂਦਾ ਨਾ ਉਹ ਉਸ ਤੋਂ ਬਾਅਦ ਤੁਹਾਨੂੰ ਸ਼ਰਮ ਆਉਣੀ ਉਹ ਤੋਂ ਚੀਜ਼ ਮੰਗਣ ਲੱਗਿਆ। ਕਿੰਨੀ ਮਰਜ਼ੀ ਲੋੜ ਹੋਵੇ ਤੁਸੀਂ ਮੰਗਣਾ ਹੀ ਨਹੀਂ ਉਹ ਤੋਂ। ਆਪ ਜਸਟ ਸੋਚੋ ਬ੍ਰਹਮ ਕੀ ਹੈ। ਮੁੜ ਕੇ ਦਿਲ ਥੋੜੀ ਕਰਦਾ ਉਸ ਤੋਂ ਮੰਗਣ ਨੂੰ ਕਿ ਮੇਰੀ ਆਹ ਚੀਜ਼ ਕਰਦੇ, ਮੇਰਾ ਆਹ ਕੰਮ ਕਰਦੇ। ਦਿਲ ਹੀ ਨਹੀਂ ਕਰਦਾ। ਐਸੀ ਸ਼ਕਤੀ ਉਸ ਤੋਂ ਪਦਾਰਥ ਮੰਗਣ ਨੂੰ ਜੀ ਨਹੀਂ ਕਰਦਾ। ਪਰਮਾਤਮਾ ਆ ਗਿਆ ਹਿਰਦੇ ਚ। ਉਹ ਤੇ ਐਸੀ ਸ਼ਕਤੀ ਆ ਗਈ ਹੈ ਜੋ ਉਹ ਫਿਰ ਤੇ ਬੰਦਾ ਗੂੰਗਾ ਹੋ ਜਾਂਦਾ, ਸਬਰ ਚ ਆ ਜਾਂਦਾ, ਸੰਤੋਖ ਚ ਆ ਜਾਂਦਾ। ਐਡੀ ਤਗੜੀ ਚੀਜ਼ ਹੈ। ਇੱਕਦਮ ਜੀਵਨ ਚ ਠਹਿਰਾਓ, ਬਿਲਕੁਲ ਹੀ ਰੁਕ ਜਾਣਾ ਹੈ, ਸਾਰਾ ਕੁਝ ਰੁਕ ਜਾਏਗਾ। ਬੜੀ ਵੱਡੀ ਅਵਸਥਾ। ਹਾਂਜੀ ਨਜਰ ਸਾਹਿਬ ਅੱਗੇ ਚਲੀਏ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਕਹਿੰਦੇ ਜਿੰਨੇ ਵੀ ਮਨ ਨੂੰ ਭਾ ਰਹੇ ਆ ਇਹ ਜੋ ਸ੍ਰਿਸ਼ਟੀ ਹੈਗੀ ਸਾਰੀ ਦੀ ਸਾਰੀ ਇਹਦੇ ਵਿੱਚ ਜੋ ਵੀ ਰੰਗ ਤਮਾਸ਼ੇ ਹੈਗੇ ਸਾਰੇ ਮਾਲਕ ਪਰਮਾਤਮਾ ਦੇ ਹੈਗੇ ਭਾਈ। ਉਹਦੀ ਖੇਡ ਹੈਗੀ ਮਾਲਕ ਪਰਮਾਤਮਾ ਦੀ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਕਹਿੰਦੇ ਜੋ ਮਾਲਕ ਪਰਮਾਤਮਾ ਚਾਹੁੰਦਾ ਆ ਉਹੀ ਕਰਦਾ ਹੈ। ਔਰ ਜੀਵ ਵੀ ਜਿਹੜੇ ਹੈਗੇ ਜਿਸ ਤਰ੍ਹਾਂ ਮਾਲਕ ਪਰਮਾਤਮਾ ਚਾਹੁੰਦਾ ਹੈ ਉਸੇ ਤਰੀਕੇ ਦੇ ਨਾਲ ਉਹਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਚੱਲਦੀ ਹੈ। ਹਾਂਜੀ ਹਾਂਜੀ, ਠੀਕ ਹੈ ਜੀ। ਕਹਿੰਦੇ ਕਿ ਜਿੱਦਾਂ ਦੀ ਸ੍ਰਿਸ਼ਟੀ ਦੀ ਪ੍ਰੋਗਰਾਮਿੰਗ ਕੀਤੀ ਹੈ ਪਰਮਾਤਮਾ ਨੇ ਔਰ ਖੁਦ ਹੀ ਤੇ ਪਰਮਾਤਮਾ ਹੈ ਤੇ ਉਹ ਜਿਹਨੂੰ ਜਿੱਦਾਂ ਨੂੰ ਚੰਗਾ ਲੱਗਦਾ ਉਦਾਂ ਹੀ ਚਲਾਉਂਦਾ। ਉਹ ਤੇ ਬੌਸ ਹੈ ਨਾ, ਇਹ ਬੌਸ ਹੈ ਇਹਦਾ। ਆਪਾਂ ਤੇ ਨਹੀਂ ਨਾ ਬੌਸ ਹੈਗੇ। ਬਿਲਕੁਲ। ਸਾਡੀ ਤੇ ਜ਼ਬਾਨ ਨਹੀਂ ਸਾਡਾ ਕਹਿਣਾ ਮੰਨਦੀ। ਉਹ ਕਹਿੰਦੀ ਹੈ ਗੁਲਾਬ ਜਾਮਨ ਨੂੰ ਤੂੰ ਮੈਨੂੰ ਖਵਾ, ਅਸੀਂ ਕਹਿੰਦੇ ਨਹੀਂ ਖਾਣਾ। ਉਹ ਕਹਿੰਦਾ ਤੂੰ ਕੌਣ ਆ ਮੈਨੂੰ ਹਾਂ ਨਾ ਜਾਣ ਨਾ ਕਿੱਦਾਂ ਕਹੀ ਆ। ਚੱਲ ਸਿਰ ਫਰਿੱਜ ਕੋ ਪਹੁੰਚ, ਫਰਿੱਜ ਖੋਲ, ਉੱਥੇ ਰਸਗੁੱਲਾ ਖਾਣਾ ਮੈਂ। ਤੁਸੀਂ ਕਹਿੰਦੇ ਜੋ ਨਹੀਂ ਉਹ ਮੇਰਾ ਮੁੰਡਾ ਮਨਾ ਕਰੂਗਾ, ਡਾਕਟਰ ਮਨਾ ਕਰਦਾ ਹੈ, ਉਹਨੇ ਲਿਖਿਆ ਨਹੀਂ ਡਾਇਬਟੀਜ਼ ਹੈਗੀ ਤੂੰ ਨਹੀਂ ਖਾਣਾ। ਕਹਿੰਦੀ ਕਿਹੜੇ ਡਾਕਟਰ ਨੂੰ ਤੂੰ ਜਾਣਦਾ? ਤੂੰ ਇਹ ਰਸਗੁੱਲਾ ਚੱਕ ਮੂੰਹ ਚ ਪਾ ਗਿਆ, ਵੱਡਾ ਮਾਲਕ ਬਣਿਆ ਫਿਰਦਾ। ਮੈਂ ਮਾਲਕ ਤੇਰੇ ਸਰੀਰ ਦੀ, ਤੂੰ ਨਹੀਂ ਹੈਗਾ। ਨਿਜਰ ਸਾਹਿਬ ਸੱਚ ਤੇ ਝੂਠ ਹੈ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਸਾਡੀ ਤੇ ਜ਼ਬਾਨ ਨਹੀਂ ਸਾਡੇ ਕੰਟਰੋਲ ਚ ਤੇ ਬਾਕੀ ਧਰਤੀਆਂ ਧੁਰਤੀਆਂ ਕਿੱਥੇ ਸਾਡੇ ਕੰਟਰੋਲ ਚ? ਇਹ ਤੇ ਪਰਮਾਤਮਾ ਦੇ ਕੰਟਰੋਲ ਚ। ਹਾਂਜੀ ਠੀਕ ਹੈ ਨਿਜਰ ਸਾਹਿਬ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਕਹਿੰਦੇ ਜੋ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਆ, ਜਿਨ੍ਹਾਂ ਨੂੰ ਜਿਹੜਾ ਹੈਗਾ ਬ੍ਰਹਮ ਗਿਆਨੀ ਮਿਲਾ ਦੇ, ਜਿਨ੍ਹਾਂ ਕੋਲ ਗੁਰਮਤ ਆ ਗਈ, ਬ੍ਰਹਮ ਗਿਆਨ ਆ ਗਿਆ, ਉਹ ਜਿਹੜੇ ਚੱਲ ਪਏ ਇਸ ਰਸਤੇ ਤੇ, ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ, ਜਿਨ੍ਹਾਂ ਨੇ ਧਿਆਨ ਸਿਮਰਨ ਕੀਤਾ, ਉਹਨਾਂ ਨੂੰ ਪਰਮੇਸ਼ਰ ਆਪਣਾ ਕਰ ਲੈਂਦਾ ਹੈ ਭਾਈ। ਜੋ ਪ੍ਰਭੇ ਕੀਤੇ ਮਾਲਕ ਬਖਸ਼ਿਸ਼ ਮਾਲਕ ਨੇ ਕਰਨੀ ਹੈ, ਪਰਮਾਤਮਾ ਨੇ ਆਪਣੇ ਕਰਨਾ, ਪਰਮਾਤਮਾ ਨੇ ਆਪ ਪ੍ਰਗਟ ਹੋਣਾ ਹੈ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ। ਕਹਿੰਦੇ ਉਹ ਧਨਤਾ ਦੇ ਯੋਗ ਹੈ ਭਾਈ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਕਹਿੰਦੇ ਆਪ ਜੇ ਕੋਈ ਇਨਸਾਨ ਜਿਹੜਾ ਹੈਗਾ ਆਪਣੇ ਉਪਰਾਲੇ ਦੇ ਨਾਲ ਜਿਹੜਾ ਹੈਗਾ ਆਪ
ਆਪਣੀ सोच के अनुसार जिहड़ा हैगा अपने कर्म के अनुसार जे कोई परमेश्वर के नाल मिल जाता है तो फिर तो भाई फिर विछड़ के क्यों रोण, क्यों जिहड़े हैगे आ जिहड़ियां जूना सारियां जिहड़ियां हैगियां ये गतिमान क्यों होण। हाँ जी वीर जी। हाँ जी ठीक है जी, तो को बोलते दोबारा। जो प्रभ कीते आपने सही कही धन, जो परमेश्वर ने अपने बना लिया ਉਹੀ ਧਨਤਾ ਦੇ ਯੋਗ ਆ, ਜਿਨ੍ਹਾਂ ਤੇ ਬਖਸ਼ਿਸ਼ ਕਰਤੀ ਹੈ ਮਾਲਕ ਪਰਮਾਤਮਾ ਨੇ। ਆਪਾਂ ਖਾਲੀ ਪਾਤਰ ਹੋ ਸਕਦੇ ਹਾਂ ਭਾਈ, ਆਪਣਾ ਭਾਂਡਾ ਜਿਹੜਾ ਹੈਗਾ ਸਿੱਧਾ ਕਰ ਸਕਦੇ ਹਾਂ ਕਿ ਦਾਤ ਪੈ ਜੇ, ਇੰਨਾ ਹੀ ਆਪਾਂ ਕਰ ਸਕਦੇ ਹਾਂ। ਦਾਤ ਪਾਉਣੀ ਮਾਲਕ ਦੇ ਹੱਥ ਦੇ ਵਿੱਚ ਹੈਗੀ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ। ਉਹ ਕਹਿੰਦੇ ਕਿ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਉਹਦੇ ਪਿਆਰ ਚ ਜਿਹੜੇ ਖੋ ਗਏ ਆ, ਜਿਨ੍ਹਾਂ ਨੇ ਆਪਣੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਸਵਾਸਤੇ ਬੜੇ ਕੀਮਤੀ ਹੈ ਔਰ ਮੈਂ ਇਹਨਾਂ ਨੂੰ ਫਾਲਤੂ ਦੇ ਕੰਮਾਂ ਚ ਸਾਰਿਆਂ ਨੂੰ ਨਹੀਂ ਵੇਸਟ ਕਰਾਂਗਾ, ਮੈਂ ਆਪਣੇ ਜੀਵਨ ਚ 1-2 ਘੰਟਾ ਕੱਢ ਕੇ ਤੇ ਵੀ ਕੰਮ ਕਰਾਂਗਾ, ਉਹ ਕਿਤੇ ਧਨਤਾ ਦੇ ਯੋਗ ਹੈ। ਉਹੀ ਆ ਉਹਨਾਂ ਦਾ ਹੀ ਜਿਹੜਾ ਉਹ ਧਨ ਨੇ। ਬਾਕੀ ਤੇ ਜਿਹੜੇ ਦੁਨੀਆ ਤੇ ਆਉਣ ਜਾਣ ਦੇ ਹੀ ਹੈ ਉਹ ਤੇ ਪੂਰਾ ਦੇ ਪੂਰਾ ਆ ਰਹੇ ਨੇ। ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਆ ਇੱਥੇ ਆਮ ਬੰਦੇ ਦੀ ਗੱਲ ਨਹੀਂ ਕੀਤੀ, ਭੀੜ ਦੀ ਗੱਲ ਨਹੀਂ ਕੀਤੀ, ਉਹ ਬੰਦੇ ਦੀ ਗੱਲ ਕੀਤੀ ਜਿਹੜਾ ਨਿਰਗੁਣ ਬ੍ਰਹਮ ਕੋਲ ਡਾਇਰੈਕਟ ਜਾ ਰਿਹਾ ਔਰ ਉਹਦੇ ਨਾਲ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਸਿਸਟਮ ਚੱਲਣ ਡਿਆ ਇਹਦੇ ਪਿੱਛੇ ਕਿਹੜੀ ਸ਼ਕਤੀ ਹੈ। ਔਰ ਉਹ ਆਪ ਯਥਾਰਥ ਸੱਚ ਨੂੰ ਖੁਦ ਦੇਖਣਾ ਚਾਹੁੰਦਾ ਹੈ ਔਰ ਫਸਟ ਹੈਂਡ ਐਕਸਪੀਰੀਅੰਸ ਚਾਹੁੰਦਾ, ਸੈਕੰਡ ਹੈਂਡ ਐਕਸਪੀਰੀਅੰਸ ਨਹੀਂ ਚਾਹੁੰਦਾ। ਉਹ ਚਾਹੁੰਦਾ ਕਿ ਮੈਂ ਆਪਣੀਆਂ ਅੱਖਾਂ ਨਾਲ ਦੇਖਣਾ ਹੈ ਔਰ ਉਹੀ ਧਨਤਾ ਦਾ ਯੋਗ ਹੈ ਨਿਜਰ ਦਾ। ਤੇ ਜਿਹੜਾ ਰਾਹ ਚ ਰੁਕ ਗਿਆ ਉਹ ਨਹੀਂ ਧਨਤਾ ਦਾ ਯੋਗ ਹੈਗਾ। ਬਿਲਕੁਲ ਠੀਕ ਹੈ ਨਿਜਰ ਦਾ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਕਹਿੰਦੇ ਜੇ ਆਪਣੇ ਆਪ ਹੀ ਕੋਈ ਜਿਹੜੇ ਹੈਗੇ ਆਪਣੇ ਉਪਰਾਲੇ ਨਾਲ ਪਰਮਾਤਮਾ ਨੂੰ ਜੇ ਕੋਈ ਮਿਲ ਸਕਦਾ ਹੁੰਦਾ ਤੇ ਫਿਰ ਇੰਨੀ ਭੀੜ ਕਿਉਂ ਹੋਣੀ ਸੀ, ਇੰਨੀਆਂ ਜੂਨਾਂ ਕਾਹਦੇ ਵਾਸਤੇ ਹੋਣੀਆਂ ਸੀਗੀਆਂ, ਇੰਨਾ ਚੀਕ ਚਿੰਗਾੜਾ ਕਿਉਂ ਹੋਣਾ ਸੀਗਾ ਇਸ ਸ੍ਰਿਸ਼ਟੀ ਦੇ ਵਿੱਚ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਇੱਥੇ ਉਹ ਕਹਿ ਰਹੇ ਨੇ ਕਿ ਜੇ ਬੰਦਾ ਖੁਦ ਹੀ ਪਰਮਾਤਮਾ 'ਚ ਚੱਲ ਜਾਂਦਾ ਤੇ ਫਿਰ ਇੱਥੇ ਇੰਨੀ ਭੀੜ ਨਹੀਂ ਹੋਣੀ। ਬਿਲਕੁਲ। ਇੱਥੇ ਜਿਹੜੇ ਬੰਦੇ ਤੁਰੇ ਫਿਰਦੇ ਆ ਕਾਢਿਆਂ ਨੂੰ, ਇਹ ਤੇ ਨਿਜਸਾ ਮੈਂ ਏਦਾਂ ਵੇਖਣ ਆ ਕਿ ਜਿੱਦਾਂ ਜਿਹੜਾ ਇਨਸਾਨ ਇੱਥੇ ਜੀਵ ਜ਼ਿਆਦਾ ਵੱਧ ਰਿਹਾ ਨਾ, ਮੈਂ ਸੋਚਦਾ ਕਿ ਪ੍ਰਕਿਰਤੀ ਦਾ ਨਿਯਮ ਆ। ਇਹਦਾ ਮਤਲਬ ਨਾ ਵੇਖੋ ਪ੍ਰਕਿਰਤੀ ਕਰ ਰਹੀ ਕਿੰਨਾ ਜੀਵ ਇੰਜੈਕਟ ਕਰ ਰਹੀ ਆ। ਬਿਲਕੁਲ ਬਿਲਕੁਲ। ਸਭ ਨੂੰ ਚਾਂਸ ਦੇ ਰਹੀ ਹੈ ਪ੍ਰਕਿਰਤੀ, ਸਭ ਨੂੰ ਚਾਂਸ ਦੇ ਰਹੀ ਹੈ। ਪਰ ਦੇਖੋ ਇਹ ਸਾਰਿਆਂ ਨੂੰ ਮਨੁੱਖਾ ਜਨਮ ਜਿੱਦਾਂ ਕਲਯੁਗ ਆ ਔਰ ਫਟ ਜਿਹੜਾ ਨਾ ਜੀਵ ਜਿਹੜੇ ਵੀ ਹੈਗੇ ਕੀੜੇ ਕੂੜੇ ਜੋ ਵੀ ਬੰਦੇ ਬਣ ਕੇ ਪੈਦਾ ਹੋ ਰਹੇ ਔਰ ਉਹ ਫਟਕ ਆ ਕੇ ਜਿੱਦਾਂ ਮਨੁੱਖਾ ਜਨਮ ਮਿਲ ਰਿਹਾ ਔਰ ਇਸੇ ਕਰਕੇ ਕਲਯੁਗ ਦਾ ਸਮਾਂ ਵੀ ਥੋੜਾ ਕਹਿੰਦੇ। ਤੇ ਔਰ ਬਾਅਦ ਦੇ ਵਿੱਚ ਕਿਉਂਕਿ ਫਿਰ ਇਸ ਨੇ ਸਤਯੁਗ ਤੋਂ ਚਾਲੂ ਹੋਣਾ ਔਰ ਕਲਯੁਗ ਦੇ ਵਿੱਚ ਕੀ ਹੁੰਦਾ ਕਿ ਭੋਗੀ ਜੁਨੀ ਹੁੰਦੀ ਹੈ। ਤੁਸੀਂ ਦੇਖੋ ਬਿਮਾਰੀਆਂ ਬਹੁਤ ਜ਼ਿਆਦਾ ਨੇ। ਕਿਉਂ? ਕਿਉਂਕਿ ਕਈ ਜਿਹੜੇ ਹੁੰਦੇ ਸਾਡੇ ਕਰਮ ਹੈ ਨਾ ਜਿਹੜੇ ਉਹ ਸਾਨੂੰ ਮਨੁੱਖਾ ਸਰੀਰ ਹੀ ਭੋਗਣੇ ਪੈਂਦੇ ਆ। ਕਿਉਂਕਿ ਬੋਧ ਚਾਹੀਦਾ। ਇੱਕ ਤੇ ਜੀਵ ਨੂੰ ਸਜ਼ਾ ਮਿਲੂ, ਕਾਹਦੀ ਸਜ਼ਾ ਮਿਲਣੀ? ਜਿਹੜਾ ਬੰਦੇ ਨੂੰ ਜਿਹੜੀ ਸਜ਼ਾ ਮਿਲਦੀ ਆ ਕਈਆਂ ਕਰਮਾਂ ਦੀ, ਉਹਨੂੰ ਸਰੀਰਕ ਤੌਰ ਤੇ ਉਹਨੂੰ ਬੋਧ ਕਰਾਉਂਦੀ ਹੈ ਕੁਦਰਤ। ਨਿਜਰ ਸਾਹਿਬ ਜੇ ਕੋਈ ਤੇਰੇ ਤੇ ਚੇਤਨ ਹੋਵੇ, ਤੈਨੂੰ ਪਤਾ ਹੋਵੇ ਕਿ ਤੂੰ ਦੁੱਖ ਭੋਗ ਰਿਹਾ, ਕੁਛ ਜਿਹੜੇ ਏਦਾਂ ਦੇ ਕਰਮ ਹੁੰਦੇ ਖਤਰਨਾਕ ਕਰਮ, ਉਹਨਾਂ ਨੂੰ ਪ੍ਰੈਕਟੀਕਲੀ ਭੋਗਣਾ ਪੈਂਦਾ। ਹਾਂਜੀ ਠੀਕ ਹੈ ਨਿਜਰ ਸਾਹਿਬ। ਫਿਰ ਕਹਿੰਦੇ ਆ ਕਿ ਆਪਣਾ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਤੇ ਜੇ ਆਪਣੇ ਨਾਲ ਹੀ ਬੰਦਾ ਖੁਦ ਹੀ ਮਿਲ ਸਕਦਾ ਹੁੰਦਾ ਫਿਰ ਤੇ ਤੇਰੇ ਧਰਤੀ ਤੇ ਇੰਨੀ ਭੀੜ ਨਹੀਂ ਹੋਣੀ ਸੀ। ਠੀਕ ਹੈ ਨਿਜਰ ਸਾਹਿਬ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਕਹਿੰਦੇ ਭਾਈ ਪਰਮੇਸ਼ਰ ਨੂੰ ਜਿਹੜਾ ਹੈਗਾ ਜੇ ਮਿਲਣਾ ਹੈ ਕਿਸੇ ਨੇ ਤੇ ਬ੍ਰਹਮ ਗਿਆਨ ਲੈਣਾ ਪਊਗਾ, ਸਾਧ ਸੰਗਤ ਕਰਨੀ ਪਊਗੀ, ਸਾਧੂਆਂ ਦਾ ਸੰਗ ਕਰਨਾ ਪਊਗਾ। ਉਹਦੇ ਨਾਲ ਜਿਹੜਾ ਹੈਗਾ ਉਹ ਗਿਆਨ ਲੈ ਕੇ ਫਿਰ ਜਿਹੜਾ ਹੈਗਾ ਆਪ ਜਿਹੜੀ ਹੈਗੀ ਕਮਾਈ ਕਰਨੀ ਪਊਗੀ, ਜਿਹੜੇ ਹੈਗੇ ਆ ਧਿਆਨ ਸਿਮਰਨ ਕਰਨਾ ਪਊਗਾ, ਤਾਂ ਉਹ ਪਰਮੇਸ਼ਰ ਦਾ ਰੰਗ ਮਾਣ ਸਕਦੇ ਆ ਭਾਈ, ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੈਗੀ ਆ। ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੇ ਭਾਗ ਮਥਨ। ਕਹਿੰਦੇ ਜੇਠ ਦਾ ਮਹੀਨਾ ਉਹਦੇ ਵਾਸਤੇ ਖੁਸ਼ਹਾਲੀ ਵਾਲਾ ਹੈਗਾ, ਉਹਦੇ ਵਾਸਤੇ ਪਰਮੇਸ਼ਰ ਦੇ ਨਾਲ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਰਿਹਾ ਆ, ਜਿਹਦੇ ਜਿਹਦੇ ਮੱਥੇ ਤੇ ਭਾਗ ਜਾਗ ਪਏ ਆ, ਜਿਹਨੂੰ ਸਾਧੂ ਸੰਗ ਪ੍ਰਾਪਤ ਹੋ ਗਿਆ ਹੈ, ਜਿਹੜਾ ਧਿਆਨ ਸਿਮਰਨ ਕਰਨ ਲੱਗ ਪਿਆ ਆ, ਉਹਦੇ ਵਾਸਤੇ ਜੇਠ ਦਾ ਮਹੀਨਾ ਕਹਿੰਦੇ ਆ ਰੰਗਾਂ ਵਾਲਾ ਹੈ, ਖੁਸ਼ੀਆਂ ਵਾਲਾ ਹੈ।
ਹਾਂਜੀ ਵੀਰ ਜੀ। ਠੀਕ ਹੈ ਨਿੱਜਰ ਸਾਹਿਬ। ਸਾਧੂ ਸੰਗ ਰੱਬ ਤੇ ਨਾਨਕ ਰੰਗ ਮਾਣਨ ਮਾਨੰਦ। ਤੇ ਬਸ ਉਹ ਸੰਗਤ ਮਿਲ ਜਾਂਦੀ ਆ ਤੇ ਉਹ ਫਿਰ ਕੀ ਹੁੰਦਾ, ਫਿਰ ਅਗਲੇ ਬੰਨੇ ਕੀ ਲਿਖਿਆ, ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ। ਜੇਠ ਦਾ ਮਹੀਨਾ ਉਸ ਧਣੀ ਦੇ ਵਾਸਤੇ ਰੰਗੀਲਾ ਹੋ ਜਾਂਦਾ ਹੈ, ਜਿਹਦੇ ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਆ ਜਾਂਦਾ ਹੈ। ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ, ਜਿਹਦੇ ਮੱਥੇ ਤੇ ਭਾਗ ਜਾਗ ਪੈਂਦੇ ਆ ਭਾਈ, ਉਹਦੇ ਵਾਸਤੇ ਜੇਠ ਦਾ ਮਹੀਨਾ ਖੁਸ਼ਹਾਲੀ ਵਾਲਾ ਹੋ ਜਾਂਦਾ ਹੈ। ਉਹ ਜੁੜ ਗਿਆ ਮਾਲਕ। ਬਿਲਕੁਲ ਠੀਕ ਹੈ ਜੀ। ਹਾਂ, ਪਹਿਲੀ ਗੱਲ ਤੇ ਕਹਿੰਦੇ ਕਿ ਉਹ ਬੰਦਾ ਜਿਹੜਾ ਜਿਹਨੂੰ ਸੰਗਤ ਮਿਲ ਗਈ ਹੈ, ਕਿਉਂਕਿ ਨਿਰਗੁਣ ਬ੍ਰਹਮ ਨੂੰ ਲੱਭਣਾ ਵੀ ਆਸਾਨ ਥੋੜੀ ਹੈ। ਬਿਨਾਂ ਮੰਜ਼ਿਲ ਤੋਂ ਕਿੱਥੋਂ ਭੱਜਾਂਗੇ ਆਪਾਂ। ਜੇਕਰ ਅੱਖਰਾਂ 'ਚ ਹੁੰਦਾ ਤੇ ਸਾਰੀ ਦੁਨੀਆ ਨੇ ਬ੍ਰਹਮ ਗਿਆਨੀ ਬਣ ਜਾਣਾ ਸੀ ਪੜ੍ਹ ਕੇ, ਪਰ ਉਹਨੂੰ ਸਮਝਣ ਦੇ ਲਈ ਵੀ ਅਵਸਥਾ ਚਾਹੀਦੀ ਆ, ਔਰ ਫਿਰ ਉਹ ਗਿਆਨ ਉਤਾਂ ਦਾ ਚਾਹੀਦਾ। ਫਿਰ ਉਸਦੇ ਲਈ ਬਾਣੀ ਕਹਿੰਦੀ ਆ ਕਿ ਸੰਗਤ ਕਰੋ, ਚੰਗੀ ਸੰਗਤ ਕਰੋ, ਉਹ ਸੰਗਤ ਕਰੋ ਜਿਹੜਾ ਤੁਹਾਡਾ ਜੀਵਨ ਉੱਚਾ ਕਰੇ। ਜਿਹੜੀ ਸੰਗਤ ਕੀਤੀ ਹੁੰਦੀ ਹੈ ਨਾ। ਹਾਂ, ਮੈਂ ਤਾਂ ਇਹ ਚੀਜ਼ ਮਹਿਸੂਸ ਕੀਤੀ ਹੈ ਮੇਰੀ ਪਰਸਨਲ, ਬਈ ਇਸ ਤਰ੍ਹਾਂ ਹੈਗਾ ਭਾਈ ਕਿ ਜਦ ਤੱਕ ਅਭਿਆਸੀਆਂ ਦੀ ਸੰਗਤ ਨਹੀਂ ਹੁੰਦੀ ਨਾ, ਧਿਆਨ ਸਿਮਰਨ ਕਰਨ ਵਾਲੇ ਜਿਹੜੇ ਚੱਲ ਰਹੇ, ਜਿਹੜੇ ਯਾਤਰਾ ਕਰ ਰਹੇ ਆ ਨਾ, ਉਹ ਸੰਗਤ ਚਾਹੀਦੀ ਆ। ਜਿਹੜੇ ਆਪ ਪ੍ਰੈਕਟੀਕਲ ਕਰ ਰਹੇ ਆ ਨਾ, ਉਹਨੂੰ ਉਹ ਸੰਗਤ ਚਾਹੀਦੀ। ਹਾਂਜੀ ਵੀਰ ਜੀ। ਹਾਂ ਬਿਲਕੁਲ। ਇਹ ਜੇ ਸੰਗਤ ਦਾ ਮਤਲਬ ਇਹ ਹੁੰਦਾ ਕਿ ਕੋਈ ਬ੍ਰਹਮ ਗਿਆਨੀ ਨਹੀਂ ਹੁੰਦਾ ਸੰਗਤ ਦੇ ਵਿੱਚ, ਉੱਥੇ ਪਰਮਾਤਮਾ ਹੀ ਹੁੰਦਾ ਵਾ। ਇੱਧਰ ਵੀ ਪਰਮਾਤਮਾ ਬੋਲਣ ਦਿਆ, ਇੱਧਰ ਵੀ ਪਰਮਾਤਮਾ ਬੋਲਣ ਦਿਆ। ਪਰਮਾਤਮਾ ਸਾਡੇ ਤੋਂ ਵੱਖ ਨਹੀਂ ਹੈ ਤੇ ਨਾ, ਕਿਉਂਕਿ ਸਾਡੀ ਵੇਖਣ ਵਾਲੀ ਅੱਖ ਨਹੀਂ ਹੈ। ਜੇ ਅਸੀਂ ਸਿੱਖਣਾ ਹੋਵੇ ਨਾ, ਅਸੀਂ ਕੁੱਤੇ ਤੋਂ ਵੀ ਸਿੱਖ ਸਕਦੇ ਹਾਂ ਨਿੱਜਰ ਸਾਹਿਬ, ਕਿਉਂਕਿ ਉਹ ਵੀ ਗੁਣ ਦਿੰਦਾ, ਵਫਾਦਾਰੀ ਦੱਸਦਾ ਸਾਨੂੰ ਕਿ ਮੈਂ ਮਾਲਕ ਦੇ ਜੁੱਤੇ ਪੈਣ ਦਿਆ, ਮੈਂ ਘਰ ਨਹੀਂ ਛੱਡਣਾ ਇਹਨੂੰ। ਜੇ 7 ਦਿਨ ਰੋਟੀ ਪਾਈ, 2 ਦਿਨ ਨਹੀਂ ਪਾਈ, ਫਿਰ ਹੀ ਬੈਠਾ ਉੱਥੇ। ਗੁਣ ਸਿੱਖਣਾ ਤਾਂ ਸਹੀ। ਜੇ ਅਸੀਂ ਟੀਚਰ ਬਣਾਈਏ, ਤੁਸੀਂ ਬਿੱਲੀ ਤੋਂ ਸਿੱਖੋ, ਬਿੱਲੀ ਸਿਖਾਉਂਦੀ ਆ, ਕੱਚੂ ਕੁੰਮਾ ਸਿਖਾਉਂਦਾ। ਉਹ ਕਹਿੰਦਾ ਮੈਂ ਇੰਨਾ ਸਲੋ ਚੱਲੂਗਾ, ਪਰ ਮੈਂ ਬਹਿੰਦਾ ਨਹੀਂ, ਮੈਂ ਤੁਰਿਆ ਜਾਊਂ। ਕੱਚੂ ਕੁੰਮੇ ਦੀ ਚਾਲ ਉਸ ਤੋਂ ਸਿੱਖ ਲਓ। ਹਰ ਇੱਕ ਜਾਨਵਰ ਚ ਕੁਛ ਨਾ ਕੁਛ ਸਿੱਖਣ ਲਈ ਹੈਗਾ, ਪਰ ਜੇ ਕੋਈ ਸਿੱਖਣਾ ਚਾਹਵੇ ਤਾਂ, ਤੇ ਜੇ ਕੋਈ ਨਹੀਂ ਸਿੱਖਣਾ ਚਾਹੁੰਦਾ, ਭਾਵੇਂ ਨੂੰ ਕੈਂਬਰਿਜ ਯੂਨੀਵਰਸਿਟੀ ਚ ਭੇਜ ਦਿਓ, ਉੱਥੇ ਵੀ ਨਹੀਂ ਸਿੱਖਣਾ। ਤੇ ਸੰਗਤ ਵਿੱਚ ਇਹ ਹੁੰਦਾ, ਬਾਕੀ ਆਪਾਂ ਸਾਰੇ ਉਸਦੇ ਮਾਰਗ ਵੱਲ ਗਤੀ ਕਰ ਰਹੇ ਹਾਂ। ਕੁਝ ਸਾਡੇ ਤੋਂ ਅੱਗੇ ਨੇ, ਜਿੱਦਾਂ ਮੈਂ ਪਿੱਛੇ ਹਾਂ, ਤੇ ਕੁਛ ਅੱਗੇ ਨੇ। ਤੇ ਉਹਦੇ ਵਿੱਚ ਫਿਰ ਕੀ ਹੁੰਦਾ ਕਿ ਸਾਡੇ ਜਿਹੜੇ ਨਾ ਸਾਨੂੰ ਪ੍ਰੇਰਨਾ ਮਿਲਦੀ ਆ, ਸਾਡਾ ਮਾਰਗਦਰਸ਼ਨ ਹੁੰਦਾ ਹੈ। ਜਿੱਦਾਂ ਆਪਾਂ ਅਨਨੋਨ ਰਸਤੇ ਵੱਲ ਯਾਤਰਾ ਕਰਦੇ ਹਾਂ, ਆਪਾਂ ਨੋਰਮਲੀ ਕਰਦੇ ਹਾਂ ਨਾ, ਜਦੋਂ ਕਾਰ ਮਿਲਦੀ ਨਾ ਰਸਤੇ ਦੇ ਵਿੱਚ, ਸਾਡਾ ਹੌਸਲਾ ਵੱਧ ਜਾਂਦਾ ਕਿ ਬਈ ਰਸਤਾ ਸਹੀ ਆ। ਇਹਨਾਂ ਤੇ ਫਰਕ ਪੈਂਦਾ ਹੀ ਇਹਨਾਂ ਨੇ। ਜੋ ਕਾਰ ਹੀ ਨਾ ਮਿਲੀ, ਮੈਂ ਇਕੱਲਾ ਹੀ ਤੁਰਿਆ ਜਾਊਂਗਾ, ਫਿਰ ਬਿਲਕੁਲ ਮੀਲ ਪੱਥਰ ਤਾਂ ਚਾਹੀਦੇ ਹਨ। ਹਾਂ, ਤੇ ਫਿਰ ਉੱਥੋਂ ਮੈਨੇਜਰ ਸਾਹਿਬ ਨੂੰ ਪੁੱਛਦਾ ਕਿ ਨਿੱਜਰ ਸਾਹਿਬ ਤੁਸੀਂ ਉੱਥੋਂ ਹੋ ਕੇ ਆਏ ਜੋ, ਤੇ ਕੀ ਸੀ ਰਸਤਾ ਕਲੀਅਰ ਸੀ? ਨਿੱਜਰ ਸਾਹਿਬ ਕਹਿੰਦੇ ਹਾਂ ਚਰਨਜੀਤ ਠੀਕ ਆ, ਥੋੜਾ ਧਿਆਨ ਰੱਖੀ, ਉੱਥੇ ਨਾ ਥੋੜੀ ਜਿਹੀ ਸੜਕ ਖਰਾਬ ਹੈਗੀ। ਇਹੋ ਹੀ ਤਾਂ ਹੁੰਦਾ। ਬਿਲਕੁਲ। ਤੇ ਤੁਸੀਂ ਮੈਨੂੰ ਉਠਾਈ ਜੋ, ਮੈਂ ਤੁਹਾਨੂੰ ਉਠਾਈ ਜਾਂਦਾ ਵਾ, ਆਪਾਂ ਰਲ ਮਿਲ ਕੇ ਆਪਾਂ ਕੰਮ ਚਲਾਈ ਜਾਈਏ, ਇਕੱਠੇ ਤੁਰੇ ਜਾਈਏ। ਵੇਖੋ, ਜਿੱਥੇ ਸੰਗਤ ਤੁਰਦੀ ਹੈ ਤੇ ਬ੍ਰਹਮ ਆਉਂਦਾ ਹੈ। ਕੁਦਰਤੀ ਨਿਯਮ ਬਣਾਇਆ ਪਰਮਾਤਮਾ ਨੇ ਨਿਯਮ ਬਣਾਇਆ ਕਿ ਸੰਗਤ ਦੇ ਵਿੱਚ ਖੁਸ਼ ਰਹਿੰਦਾ ਹੋ। ਇਹ ਵੀ ਉਹਦੀ ਲੀਲਾ ਵਾ। ਬਿਲਕੁਲ। ਬਾਣੀ ਕਹਿੰਦੀ ਹੈ ਗੁਰਗੀ ਸਾਹਿਬ, ਬਾਣੀ ਕਹਿੰਦੀ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਕਹਿੰਦੇ ਸ਼ਬਦ ਦੀ ਵਿਚਾਰ ਦੇ ਨਾਲ ਬੁੱਝ ਲਓ। ਸੰਗਤ ਦੇ ਵਿੱਚ ਵਰਤ ਰਿਹਾ ਹੈ ਮਾਲਕ ਪਰਮਾਤਮਾ। ਸ਼ਬਦ ਜਿਹੜਾ ਹੈਗਾ, ਵਿਚਾਰ ਜਿਹੜੀ ਹੈਗੀ ਆ, ਜਿਹੜਾ ਰਸਤਾ ਜਿਹੜਾ ਹੈਗਾ, ਸੰਗਤ ਦੇ ਵਿੱਚ ਮਿਲ ਜਾਏਗਾ ਤੁਹਾਨੂੰ। ਹਾਂ, ਔਰ ਉਹ ਤੇ ਇਸ਼ਾਰੇ ਦਿੰਦਾ, ਉਹ ਸਾਨੂੰ ਸਮਝਾਉਂਦਾ। ਤੇ ਉਹ ਜੋ ਜੇ ਅਸੀਂ ਉਹ ਗੱਲ ਨੂੰ ਸਮਝਦੇ ਹਾਂ, ਅਸੀਂ ਸੋਚਦੇ ਹਾਂ ਕਿ ਚਰਨਜੀਤ ਸਿੰਘ ਜਾਂ ਨਿੱਜਰ ਸਾਹਿਬ ਬੋਲਦੇ ਆ, ਫਿਰ ਤੇ ਅਸੀਂ ਬੰਦੇ ਹਾਂ। ਤੇ ਜੇ ਅਸੀਂ ਸੋਚਦੇ ਹਾਂ ਕਿ ਸਾਨੂੰ ਬ੍ਰਹਮ ਹੀ ਸਮਝਾਉਂਦੇ ਆ, ਹੈ ਤੇ ਬ੍ਰਹਮ ਹੀ ਆ, ਸਾਡੇ ਅੰਦਰ ਵੀ ਤੇ ਬ੍ਰਹਮ ਹੀ ਬੈਠਾ, ਤੁਹਾਡੇ ਅੰਦਰ ਵੀ ਬ੍ਰਹਮ ਬੈਠਾ। ਤੇ ਉਹ ਸੁਣਨ ਦੇ ਵਿੱਚ ਕੀ ਹੁੰਦਾ, ਸਾਡੇ ਅੰਦਰ ਸ਼ਰਧਾ ਪੈਦਾ ਹੁੰਦੀ ਕਿ ਚਰਨਜੀਤ ਨੂੰ ਤਾਂ ਸਾਈਡ ਤੇ ਕਰ ਦਿਓ, ਨਿੱਜਰ ਸਾਹਿਬ ਨੂੰ ਵੀ ਸਾਈਡ ਤੇ ਕਰ ਦਿਓ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦਾ ਮਤਲਬ ਕੱਢ ਰਹੇ ਆਂ, ਤੁਸੀਂ ਉਹ ਤਾਂ ਸੋਚੋ, ਆਪਣੀ ਬੁੱਧੀ ਨਾਲ ਵਰਤੋ, ਵਿਵੇਕ ਦੇ ਨਾਲ, ਕਿ ਹਾਂ ਗੁੜਕਾ ਫੜ ਲਓ ਹੱਥ ਚ। ਉਸ ਤੋਂ ਬਾਅਦ ਸਾਡੀ ਵਿਆਖਿਆ ਸੁਣ ਲਓ, ਕੰਪੇਅਰ ਕਰ ਲਓ ਨਿੱਜਰ ਸਾਹਿਬ। ਬਿਲਕੁਲ। ਤੇ ਜੋ ਮੈਸੇਜ ਮਿਲਿਆ ਚੰਗੀ ਕੀ ਚੁੱਕ ਲਓ। ਜਿੱਦਾਂ ਆਪਾਂ ਦੁਕਾਨ ਤੇ ਜਾਂਦੇ ਹਾਂ, ਦੁਕਾਨ ਤੇ ਜਾ ਕੇ ਉਹ ਦੁਕਾਨਦਾਰ ਥੋੜੀ ਕਹਿੰਦਾ ਕਿ ਸਾਰੇ ਸੇਬ ਲੈ ਜਾ 100 ਕੁਇੰਟਲ। ਉਹ ਕਹਿੰਦਾ ਭਾਈ ਚਰਨਜੀਤ ਜਿਹੜੇ ਅੱਧੇ ਕੋਲੋਂ ਜੇ ਚਾਹੀਦੇ, ਤੈਨੂੰ ਕਿਲੋ ਚਾਹੀਦੇ, ਪਾ ਚਾਹੀਦੇ, ਤੂੰ ਆਪਣੇ ਕੱਢ ਲਾ। ਇਸੇ ਤਰ੍ਹਾਂ ਕਥਾ ਹੁੰਦੀ ਹੈ। ਕਥਾ ਦੇ ਵਿੱਚ ਜਿਹੜੇ 2-4 ਅੱਖਰ ਚੰਦ ਹੁੰਦੇ ਤੁਹਾਡੇ ਮਤਲਬ ਦੇ, ਜਿਹੜੇ ਤੁਹਾਨੂੰ ਚਾਹੁੰਦੇ ਆ, ਮਹਿਸੂਸ ਕਰਦਾ ਕਿ ਤੁਸੀਂ ਇਹ ਗੱਲਾਂ ਸਹੀ ਹੈਗੀਆਂ ਨੇ,
ਤੁਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਦਿਓ। ਹਾਂਜੀ ਨਿਜਰ ਸਾਹਿਬ। ਇਹ ਪੰਜੀ ਪਾਤਸ਼ਾਹੀ ਦੀ ਹੋ ਗਈ। ਅੱਛਾ ਹਾਂ ਰੁਕ ਦਿਓ। ਆ ਫਿਰ ਹਰ ਜੇਠ ਰੰਗੀਲਾ ਤੇ ਧਨੀ ਜਿੱਤ ਕੇ ਭਾਗ ਮਤਨ ਮੱਥੇ ਤੇ ਜਿਹਦੇ ਭਾਗ ਹੈਗੇ, ਹਰ ਜੇਠ ਰੰਗੀਲਾ ਤਿਸ ਧਣੀ, ਉਸ ਧਣੀ ਦੇ ਉਸ ਦੇ ਵਾਸਤੇ ਜੇਠ ਜਿਹੜਾ ਹੈ ਰੰਗ ਤਮ ਰੰਗ ਖੁਸ਼ੀਆਂ ਖੇੜੇ ਵਾਲਾ ਹੈਗਾ, ਜਿਹਦੇ ਮੱਥੇ ਤੇ ਭਾਗ ਹੈਗੇ, ਜਿਹੜਾ ਧਿਆਨ ਸੀ। ਇੱਥੇ ਨਿਜਰ ਸਾਹਿਬ ਹਾਂ ਇੱਥੇ ਨਾ ਮੈਂ ਇੱਕ ਗੋਰਾ ਸੀ। ਹਾਂਜੀ ਹਾਂਜੀ। ਤੇ ਮੈਂ ਕ੍ਰਿਸਮਸ ਆ ਰਹੀ ਆ ਤੇ ਮੈਂ ਕ੍ਰਿਸਮਸ ਕਿਹੋ ਜਿਹੀ ਆ ਪਹਿਲਾਂ 2-3 ਸਾਲ ਤੇ ਉਹਨੇ ਕੋਈ ਅੰਗਰੇਜ਼ੀ ਦਾ ਵਰਡ ਵਰਤਿਆ, ਕਹਿੰਦਾ ਕ੍ਰਿਸਮਸ ਸਹੀ ਨਹੀਂ ਸੀ। ਮੈਂ ਕਿਉਂ? ਕਹਿੰਦਾ ਪੈਸੇ ਹੀ ਨਹੀਂ ਬੁੱਝ ਤੇ ਕ੍ਰਿਸਮਸ ਕਿਥੋਂ ਚੰਗੀ ਲੱਗੇ ਹੈ, ਕੁਝ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ। ਤੇ ਕਹਿੰਦੇ ਜੇਠ ਦਾ ਮੇਲਾ ਵੀ ਉਹਨੂੰ ਚੰਗਾ ਲੱਗਦਾ ਜਿਹਦੇ ਮਤਲਬ ਔਰ ਜਿਹਦੇ ਨਾਲ ਪ੍ਰਮਾਤਮਾ ਦਾ ਮਿਲਣ ਹੁੰਦਾ ਜੀਵ ਦਾ, ਜਿਹੜੀ ਪ੍ਰਮਾਤਮਾ ਨਾਲ ਮਿਲਣ ਹੁੰਦੀ ਆ ਉਹ ਜਾਣਦੀਆਂ ਨੇ ਕਿ ਜੇਠ ਦਾ ਮਹੀਨਾ ਕੀ ਹੈ, ਉਹਨਾਂ ਨੂੰ ਵੈਲਿਊ ਪਤਾ। ਹਾਂਜੀ ਨਹੀਂ ਦੱਸਾਂ। ਹੁਣ ਆਪਾਂ ਜਿਹੜੇ ਹੈਗੇ ਦੂਸਰਾ ਜਿਹੜਾ ਪਹਿਲੀ ਪਾਤਸ਼ਾਹੀ ਨੇ ਜੇਠ ਦੇ ਬਾਰੇ ਕੀਤਾ ਹੈ, 12 ਮਾਹ ਦੇ ਵਿੱਚ ਜੇਠ ਦਾ ਮਹੀਨਾ ਲਿਆ ਆ, 1108 ਅੰਗ ਦੇ ਉੱਤੇ ਹੈਗਾ। ਤੇ ਮਾਹ ਜੇਠ ਭਲਾ ਪ੍ਰੀਤਮ ਕਿਉਂ ਵਿਸਰਾ, 1108 ਅੰਗ ਦੇ ਉੱਤੇ ਹੈਗਾ, ਤੁਖਾਰੀ ਰਾਗ ਦੇ ਵਿੱਚ। ਆਪਾਂ ਨੇ 12 ਮਾਹ ਜਿਹੜਾ ਦੋਨੋਂ ਲਏ ਹੋਏ ਆ, ਇਹ ਵੀ ਲਿਆ ਸੀ ਉਹ ਵੀ ਲਿਆ ਸੀਗਾ। ਠੀਕ ਹੈ ਨਿਜਰ ਸਾਹਿਬ, ਮੈਂ ਕੱਢ ਲਿਆ, ਸਿੰਪਲ ਹੀ ਹੈ। ਹਾਂਜੀ। ਮਾਹ ਜੇਠ ਭਲਾ ਪ੍ਰੀਤਮ ਕਿਉਂ ਵਿਸਰਾ, ਕਹਿੰਦੇ ਜੇਠ ਦਾ ਮਹੀਨਾ ਬਹੁਤ ਚੰਗਾ ਆ, ਮੈਨੂੰ ਮੇਰਾ ਮਾਲਕ ਪਰਮਾਤਮਾ ਕਿਉਂ ਵਿਸਰ ਜਾਏ। ਮਾਹ ਜੇਠ ਭਲਾ ਪ੍ਰੀਤਮ ਕਿਉਂ ਵਿਸਰਾ, ਥਲ ਤਾਪੇ ਸਰ ਭਾਰ ਸਾਤਨ ਬਿਨੋ ਕਰੈ। ਕਹਿੰਦੇ ਜੇਠ ਦਾ ਮਹੀਨਾ ਵਧੀਆ ਆ ਮੇਰੇ ਜੀਵਨ ਦੇ ਵਿੱਚ, ਮੇਰੇ ਸਵਾਸ ਹੈਗੇ, ਮੈਨੂੰ ਮੌਕਾ ਮਿਲਿਆ ਮਾਲਕ ਪਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ। ਥਲ ਤਾਪੇ ਸਰ ਭਾਰ, ਕਹਿੰਦੇ ਧਰਤੀ ਭਾਵੇਂ ਜਿਹੜੀ ਹੈਗੀ ਆ ਬਾਹਰ ਤਪ ਰਹੀ ਆ, ਸਰ ਭਾਰ ਪੱਠੇ ਦੇ ਵਾਂਗੂ ਤਪ ਰਹੀ ਆ, ਉਸੇ ਤਰੀਕੇ ਦੇ ਨਾਲ ਇਨਸਾਨ ਜਿਹੜਾ ਹੈਗਾ, ਜੀਵ ਇਸਤਰੀ ਜਿਹੜੀ ਹੈਗੀ, ਉਹਦੇ ਅੰਦਰ ਜਿਹੜੀ ਹੈਗੀ ਤ੍ਰਿਸ਼ਨਾ ਦੀ ਅੱਗ ਇੰਨੀ ਬਲਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਕਿ ਇੰਨੀ ਤਪਸ਼ ਹੁੰਦੀ ਹੈ ਅੰਦਰ। ਸਾ ਧਨ ਬਿਨੋ ਕਰੇ, ਉਹ ਜੀਵ ਇਸਤਰੀ ਬੇਨਤੀ ਕਰਦੀ ਆ, ਮਹਾ ਜੇਠ ਭਲਾ ਪ੍ਰੀਤਮ ਕਿਉਂ ਵਿਸਰੇ। ਕਹਿੰਦੇ ਜੇਠ ਦਾ ਮਹੀਨਾ ਭਲਾ ਆ ਭਾਈ, ਮੈਨੂੰ ਮਾਲਕ ਕਿਉਂ ਵਿਸਰ ਜਾਏ, ਮੇਰੀ ਇਹ ਤਪਸ਼ ਜਿਹੜੀ ਹੈ ਬੁੱਝ ਜਾਏਗੀ ਜੇ ਮੈਂ ਭਗਤੀ ਕਰੂੰਗੀ, ਜੇ ਮੈਂ ਪ੍ਰੀਤਮ ਨੂੰ ਯਾਦ ਕਰੂੰਗੀ। ਤਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ। ਤਨ ਬੇਨਤੀ ਕਰਦੀ ਆ, ਗੁਣ ਸਾਰਦੀ ਆ, ਗੁਣ ਗ੍ਰਹਿਣ ਕਰਦੀ ਆ। ਕਹਿੰਦੀ ਗੁਣ ਗ੍ਰਹਿਣ ਕਰ ਲੂੰਗੀ ਤੇ ਮਾਲਕ ਪਰਮਾਤਮਾ ਨੂੰ ਭਾ ਜਾਊਂਗੀ। ਤਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ। ਸਾਚੇ ਮਹਿਲ ਰਹੇ ਬੈਰਾਗੀ, ਆਵਣ ਦੇ ਧਾਵਾਂ। ਉਹ ਮਾਲਕ ਪਰਮਾਤਮਾ, ਉਹ ਬੈਰਾਗੀ ਜਿਹੜਾ ਹੈਗਾ, ਮਾਇਆ ਤੋਂ ਅਟੰਕ ਅੰਦਰ ਹਿਰਦੇ ਘਰ ਦੇ ਵਿੱਚ ਹੀ ਹੈਗਾ, ਉਹ ਹਮੇਸ਼ਾ ਰਹਿਣ ਵਾਲਾ ਆਪਣੇ ਮਹਿਲ ਦੇ ਵਿੱਚ। ਸਾਚੇ ਮਹਿਲ ਰਹੇ ਬੈਰਾਗੀ, ਆਵਣ ਦੇ ਧਾਮ। ਜੇ ਮਾਲਕ ਪਰਮਾਤਮਾ ਕਿਤੇ ਮਿਹਰ ਕਰਦਾ, ਮੈਨੂੰ ਜਿਹੜਾ ਹੈਗਾ ਮੇਰੇ ਉੱਤੇ ਮਿਹਰ ਕਰਕੇ ਮੈਨੂੰ ਆਉਣ ਦੇ, ਤੇ ਮੈਂ ਵੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਦਰਸ਼ਨ ਕਰ ਲਵਾਂ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ। ਕਹਿੰਦੇ ਮੈਂ ਤਾਂ ਨਿਤਾਣੀ ਆ, ਨਿਮਾਣੀ ਆ, ਮੇਰਾ ਕੋਈ ਮਾਣ ਨਹੀਂ ਹੈ, ਮੇਰਾ ਕੋਈ ਤਾਣ ਨਹੀਂ ਹੈਗਾ ਉਸ ਮਾਲਕ ਪਰਮਾਤਮਾ ਤੋਂ ਇਲਾਵਾ। ਉਸ ਤੋਂ ਇਲਾਵਾ ਮੈਂ ਕਿਵੇਂ ਸੁਖੀ ਹੋ ਸਕਦੀ ਹਾਂ, ਮੈਂ ਕਿਵੇਂ ਉਹਦੇ ਮਹਿਲ ਦਾ ਸੁਖ ਪ੍ਰਾਪਤ ਕਰ ਸਕਦੀ ਹਾਂ। ਨਾਨਕ ਜੇਠ ਜਾਣੇ ਤਿਸ ਜੈਸੀ, ਕਰ ਮੈਂ ਮਿਲੇ ਗੁਣ ਗਹਿਲੀ। ਆਖਰੀ ਦੇ ਵਿੱਚ ਮਹਾਰਾਜ ਕਹਿ ਰਿਹਾ ਕਿ ਜਿਸ ਜੀਵ ਇਸਤਰੀ ਨੂੰ ਧਿਆਨ ਸਿਮਰਨ ਪ੍ਰੇਮਾ ਭਗਤੀ ਜਿਹੜੀ ਹੈਗੀ, ਆਹ ਗੁਣ ਮਿਲ ਜਾਂਦਾ ਹੈ, ਜਿਹਦੇ ਤੇ ਬਖਸ਼ਿਸ਼ ਹੋ ਜਾਂਦੀ ਆ, ਇਹ ਧਿਆਨ ਸਿਮਰਨ ਦੀ ਭਗਤੀ ਦੀ, ਪ੍ਰੇਮਾ ਭਗਤੀ ਦੀ ਬਖਸ਼ਿਸ਼ ਹੋ ਜਾਂਦੀ ਆ, ਉਹ ਜੀਵ ਇਸਤਰੀ ਜਿਹੜੀ ਹੈਗੀ ਆ, ਨਾਨਕ ਜੇਠ ਜਾਣੇ ਤਿਸ ਜੈਸੀ, ਉਹ ਤਾਂ ਉਸ ਮਾਲਕ ਪਰਮਾਤਮਾ ਦੇ ਵਰਗੀ ਹੋ ਜਾਂਦੀ ਆ ਭਾਈ। ਜਿਹੜੇ ਹਰ ਜਨ ਕੈਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਤਾਂ ਮਾਲਕ ਪਰਮਾਤਮਾ ਵਰਗੀ ਹੋ ਜਾਂਦੀ ਹੈ। ਹਾਂਜੀ ਵੀਰ ਜੀ। ਮਾਹ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਥਲ ਤਾਪੇ ਸਰ ਭਾਰ ਸਾਤਨ ਬਿਨੋ ਕਰੇ। ਸਰ ਕਹਿੰਦੇ ਆ ਬਰੋਬਰ, ਭਾਰ ਕਹਿੰਦੇ ਆ ਪੱਠਾ ਪੱਠੀ, ਥਲ ਜਿਹੜਾ ਹਿਰਦਾ ਪੱਠੀ ਵਾਂਗੂ ਤਪਦਾ ਆ। ਸਾਧਨ ਬਿਨੋ ਕਰੇ, ਬੇਨਤੀ ਕਰਦੀ ਹੈ ਜੀਵ ਇਸਤਰੀ
ਮੈਨੂੰ ਮੇਰਾ ਮਾਲਕ ਪ੍ਰਮਾਤਮਾ ਪਿਆਰਾ ਕਿਉਂ ਵਿਸਰ ਜਾਏ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇਹ ਦੇਖੋ, ਇਹ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਉਹਨਾਂ ਨੇ ਸਰਲ ਭਾਸ਼ਾ ਵਰਤੀ ਹੈ, ਉਹ ਭਾਸ਼ਾ ਵਰਤੀ ਹੈ ਜਿਹੜੀ ਭਾਸ਼ਾ ਦੇ ਨਾਲ ਇਨਸਾਨ ਆਮ ਸਧਾਰਨ ਬੁੱਧੀ ਵਾਲਾ ਬੰਦਾ ਸਮਝ ਲੈਂਦਾ। ਇੱਥੇ ਉਹਨਾਂ ਨੇ ਜੇਠ ਦਾ ਮਹੀਨਾ ਵਰਤਿਆ। ਜੇਠ ਦੇ ਮਹੀਨੇ 'ਚ ਗਰਮੀ ਹੁੰਦੀ ਨੇ ਜਗ੍ਹਾ, ਬਿਲਕੁਲ ਹਾਂ। ਉਹ ਕਹਿੰਦੇ ਜਦੋਂ ਜੇਠ ਦੇ ਮਹੀਨੇ ਗਰਮੀ ਹੁੰਦੀ ਤੇ ਹਰ ਕੋਈ ਬੰਦਾ ਤਰਾਹ ਕਰਦਾ, ਪਰ ਜੇਠ ਦਾ ਮਤਲਬ ਉਹਨਾਂ ਨੇ ਵਰਤਿਆ ਕਿ ਜਿਹੜਾ ਜੀਵ ਇਹ ਮਹਿਸੂਸ ਕਰਦਾ ਹੈ ਕਿ ਜੀਵਨ 'ਚ ਅਸ਼ਾਂਤੀ ਹੈਗੀ ਹੈ। ਹਾਂ, ਤ੍ਰਿਸ਼ਨਾ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਬੜਾ ਭਾਂਬੜ ਮੱਚੇ ਹੋਏ, ਪਰ ਮੇਰਾ ਮਨ ਹੀ ਸ਼ਾਂਤ ਨਹੀਂ ਹੈਗਾ, ਮੇਰਾ ਚਿੱਤ ਹੀ ਸ਼ਾਂਤੀ। ਹਾਂਜੀ ਨਹੀਂ ਜਸਾ, ਕਾਮ ਕ੍ਰੋਧ ਲੋਭ ਅਹੰਕਾਰ ਦੀ ਜਿਹੜੀ ਹੈਗੀ ਇਹਨਾਂ ਦੀ ਅੱਗਾਂ ਲੱਗੀਆਂ ਹੁੰਦੀਆਂ। ਹਾਂ, ਔਗੁਣਾਂ ਦੀ ਅੰਦਰ ਅੱਗ ਲੱਗੀ ਹੋਈ ਹੈ ਔਰ ਬੰਦਾ ਵਿਚਾਰਾ ਪਾਗਲ ਹੋਇਆ ਪਿਆ। ਉਹ ਜਿੱਦਾਂ ਜੇਠ ਦੇ ਮਹੀਨੇ 'ਚ ਬੰਦਾ ਗਰਮੀ ਨੂੰ ਵੇਖ ਕੇ ਰੌਲਾ ਪਾਉਂਦਾ ਨਾ ਕਿ ਬੜੀ ਗਰਮੀ ਬਾਬਾ, ਬੜੀ ਗਰਮੀ, ਪੱਖਾ ਛੱਡ ਦੋ, ਬੱਤੀ ਚਲ ਗਈ। ਬੰਦਾ ਇੱਕ ਨਾ ਵੇਖੋਗੇ ਨਾ ਜੇਠ ਦੇ ਮਹੀਨੇ 'ਚ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਅੰਦਰ ਬੇਚੈਨੀ ਜੀ ਬਣ ਜਾਂਦੀ ਹੈ ਗਰਮੀ ਦੇ ਨਾਲ। ਉਸੇ ਤਰ੍ਹਾਂ ਸਾਡੇ ਜੀਵਨ 'ਚ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਸਾਡੇ ਜੀਵਨ 'ਚ ਬੇਚੈਨੀ ਪੈਦਾ ਹੋ ਜਾਂਦੀ। ਉਹ ਫਿਰ ਕਹਿੰਦੇ ਕਿ ਕਿਉਂ ਵਿਛਰੇ, ਕਿ ਇਹ ਇੰਨੇ ਐਸੇ ਤਪ ਦੇ ਮੌਸਮ ਦੇ ਵਿੱਚ, ਮਤਲਬ ਐਸਾ ਜੀਵਨ ਹੈ ਸਾਡਾ ਕਾਮਨਾਵਾਂ ਵਿੱਚ, ਛਾਵਾਂ ਦੇ ਵਿੱਚ ਜਿਹੜਾ ਅਸੀਂ ਤਪ ਰਹੇ ਹਾਂ, ਤੇ ਪਰਮਾਤਮਾ ਸਾਨੂੰ ਕਿਉਂ ਵਿਛਰੇ। ਠੀਕ ਹੈ ਜੀ ਸਾਹਿਬ? ਬਿਲਕੁਲ। ਤਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭਾਵਾਂ। ਤਨ ਬੇਨਤੀ ਕਰਦੀ ਆ ਤੇ ਗੁਣ ਇਕੱਠੇ ਕਰਦੀ ਆ। ਗੁਣਾਂ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਜਿਹੜਾ ਹੈਗਾ, ਗੁਣਾਂ ਦੇ ਵਿੱਚ ਸਾਰੇਂਦੀ ਮਤਲਬ ਗੁਣਾਂ ਨੂੰ ਇਕੱਠੇ ਕਰਦੀ ਹੈ, ਗੁਣਾਂ ਨੂੰ ਗ੍ਰਹਿਣ ਕਰਦੀ ਹੈ। ਕਿਉਂ? ਗੁਣ ਸਾਰੀ ਪ੍ਰਭਾਵਾਂ। ਕਹਿੰਦੇ ਗੁਣਾਂ ਦੇ ਨਾਲ ਹੀ ਤਾਂ ਮਾਲਕ ਪਰਮਾਤਮਾ ਨੂੰ ਮੈਂ ਪਾ ਜਾਊਂਗੀ। ਤਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭਾਵਾਂ। ਸਾਚੇ ਮਹਿਲ ਰਹੇ ਬੈਰਾਗੀ, ਆਵਣ ਦੇ ਤਾਂ ਆਵਾਂ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਹਿਰਦੇ ਮੇਰੇ ਹਿਰਦੇ ਸੇਜ ਦੇ ਉੱਤੇ ਹੈਗਾ। ਇਹ ਸੱਚੇ ਮਹਿਲ ਦੇ ਵਿੱਚ ਹੈਗਾ ਮਾਲਕ ਪਰਮਾਤਮਾ, ਜਿਹੜਾ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹਦੇ ਬਜਰ ਕਪਾਟ ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਜੜੇ ਹੋਏ ਆ। ਤੇ ਜੇ ਮਾਲਕ ਪਰਮਾਤਮਾ ਮਿਹਰ ਕਰਦਾ ਤੇ ਧਿਆਨ ਸਿਮਰਨ ਵਾਲਾ ਗੁਣ ਦੇ ਦੇ, ਤੇ ਇਸ ਤਰੀਕੇ ਦੇ ਨਾਲ ਮੈਂ ਵੀ ਮਾਲਕ ਪਰਮਾਤਮਾ ਦੇ ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਅੰਦਰ ਜਿਹੜੀ ਆ ਵੜ ਜਾਵਾਂ। ਹਾਂਜੀ ਵੀਰ, ਟੋਕ ਬੋਲਦੇ ਹੋ। ਤਨ ਬਿਰੋਂ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭਾਵਾਂ। ਬੇਨਤੀ ਕਰ ਰਹੀ ਆ ਗੁਣਾਂ ਦੇ ਵਿੱਚ, ਜਿਹੜੀ ਗੁਣਾਂ ਨੂੰ ਇਕੱਠੇ ਕਰ ਰਹੀ, ਗ੍ਰਹਿਣ ਕਰ ਰਹੀ ਆ। ਕਹਿੰਦੀ ਗੁਣ ਕਿਉਂ? ਕਿਉਂਕਿ ਗੁਣ ਸਾਰੀ ਪ੍ਰਭਾਵਾਂ ਵੀ ਪਰਮਾਤਮਾ ਨੂੰ ਮੈਂ ਪਾ ਜਾਵਾਂ। ਹਾਂਜੀ ਵੀਰ, ਬਿਲਕੁਲ ਠੀਕ ਹੈ ਜੀ। ਬਾਣੀ ਕਹਿ ਰਹੀ ਹੈ ਕਿ ਗੁਣੀ ਦੀ ਗੱਲ ਨਹੀਂ ਕਰਦੀ। ਉਹ ਕਹਿੰਦੇ ਗੁਣੀ ਉਹ ਬੰਦਾ ਹੁੰਦਾ ਹੈ ਜਿਹਦੇ 'ਚ ਚੰਗੇ ਗੁਣ ਹੁੰਦੇ। ਆਪਾਂ ਕਿੱਦਾਂ ਕਿਹਨੂੰ ਚੰਗੇ ਲੱਗਾਂਗੇ ਕਿ ਮੈਂ ਤਾਰੀਫ ਕਰੀ ਜੇ ਮੈਂ ਬਹੁਤ ਵਧੀਆ ਤੇ ਮੈਂ ਚੰਗਾ ਹੋ ਜਾਵਾਂਗਾ? ਨਾ, ਮੇਰੇ ਚੰਗੇ ਗੁਣ ਮੇਰੀ ਤਾਰੀਫ ਹੈ। ਬਿਲਕੁਲ। ਗੋਰਖੀ ਸਾਹਿਬ ਦੇਖ ਲਓ, ਦੁਨੀਆ ਦੇ ਵਿੱਚ ਵੀ ਜਿਹੜਾ ਹੈ ਨਾ, ਦੁਨੀਆ ਦੇ ਵਿੱਚ ਵੀ ਜੇ ਆਪਾਂ ਚਾਹੁੰਦੇ ਹਾਂ ਸਾਡੀ ਦੁਨੀਆ ਜਿਹੜੀ ਹੈਗੀ ਸਾਨੂੰ ਜਿਹੜੀ ਇੱਜ਼ਤ ਦੇ, ਤੇ ਆਪਾਂ ਨੂੰ ਚੰਗੇ ਗੁਣ ਧਾਰਨ ਕਰਨੇ ਪੈਣੇ ਆ। ਦੁਨੀਆ ਵੀ ਗੁਣਾਂ ਵਾਲੇ ਨੂੰ ਹੀ ਚੰਗਾ ਗਿਣਦੀ ਹੈ, ਤੇ ਪਰਮਾਤਮਾ ਕਿਉਂ ਨਹੀਂ ਗਿਣੂਗਾ? ਬਿਲਕੁਲ ਸਹੀ ਗੱਲ ਹੈ। ਮੈਂ ਨਾ ਕੱਲ ਪੜ੍ਹਦਿਆ ਸੀ ਕਿਤੇ, ਉਹ ਕਹਿੰਦਾ ਤੁਹਾਡੇ ਘਰ ਪ੍ਰਾਹੁਣਾ ਆਇਆ, ਜੇਕਰ ਉਹ ਭੁੱਖਾ ਵਾ, ਉਹਨੇ ਰੋਟੀ ਨਹੀਂ ਖਾਧੀ ਔਰ ਤੁਹਾਡੇ ਘਰੋਂ ਖਾ ਕੇ ਚਲਾ ਗਿਆ, ਖਾਧੇ ਬਿਨਾਂ ਚਲਾ ਗਿਆ, ਤੇ ਉਹ ਬਹੁਤ ਮਾੜੀ ਚੀਜ਼ ਹੈ ਤੁਹਾਡੇ ਲਈ। ਕਹਿੰਦੇ ਬਹੁਤ ਮਾੜੀ। ਇਸ ਲਈ ਘਰੇ ਕੋਈ ਗੈਸਟ ਆਉਂਦਾ ਨਾ, ਉਹਨੂੰ ਚਾਹ ਪਾਣੀ ਜ਼ਰੂਰ ਪਾ ਕੇ ਪਿਆ ਕੇ ਭੇਜਣਾ, ਸੰਤੁਸ਼ਟ ਕਰਕੇ ਭੇਜਿਆ ਕਰੋ। ਕਿਤੇ ਨੀ ਘੜ ਚਲੇ ਤੁਹਾਡੇ ਪੈਸੇ। ਯਾਦ ਰੱਖਣੀ ਮੇਰੀ ਗੱਲ। ਗੈਸਟ ਘਰੇ ਆ ਗਿਆ, ਉਹਨੂੰ ਪਾਣੀ ਚਾਹ ਜ਼ਰੂਰ ਪਿਆਓ, ਹੋ ਸਕੇ ਤੇ ਰੋਟੀ ਵੀ ਖਵਾਓ, ਕੋਈ ਫਰਕ ਨਹੀਂ ਪੈਂਦਾ। 10 ਮਿੰਟ ਅੱਧਾ ਘੰਟਾ ਮਿਹਨਤ ਲੱਗਦੀ ਹੈ। ਇਹ ਕਿਉਂ? ਇਹ ਕਿਉਂਕਿ ਇਹ ਚੀਜ਼ ਜਿਹੜੀ ਹੁੰਦੀ ਹੈ ਨਾ, ਉਹ ਜਿਹੜਾ ਬੰਦਾ ਤੁਹਾਡੇ ਕੋਲ ਸੰਤੁਸ਼ਟ, ਇੱਕ ਬੰਦਾ ਆਇਆ, ਤੁਸੀਂ ਉਹਨੂੰ 2-4 ਮਿੰਟ ਲਈ ਕੁਛ, ਮੈਂ ਮੰਨਦਾ ਖਰਚਾ ਹੋਣਾ, ਪਰ ਉਹ ਖਰਚਾ ਤੁਹਾਨੂੰ ਨਾ ਬੜਾ ਉੱਪਰ ਚੁੱਕੂਗਾ। ਤੇ ਜੇਕਰ ਆਪਾਂ ਸੋਚੀਏ ਕਿ ਇਹ ਪਾਣੀ ਪਿਆ ਕੇ ਇਹਨੂੰ ਭੇਜ ਦਈਏ, ਨਿੱਜਰ ਸਾਹਿਬ, ਇਹ ਆਮ ਲੋਕ ਕਰਦੇ ਨੇ। ਤਾਂ ਅੱਜ ਕੱਲ੍ਹ ਏਦਾਂ ਦੀ ਸੋਚ ਹੋ ਗਈ, ਔਰ ਉਹਦੇ ਕਰਕੇ ਹੁੰਦਾ ਹੈ ਕਿ ਜਿੱਦਾਂ ਮਾਇਆ ਦੀ ਤੁਹਾਡੇ ਕੋਲ ਪਕੜਿਆ, ਤੁਸੀਂ ਮਾਇਆ ਛੱਡਣਾ ਨਹੀਂ ਚਾਹੁੰਦੇ। ਹੁਣ ਮਾਇਆ ਨੂੰ ਛੱਡਣ ਦਾ ਇੱਕ ਬੜਾ ਸੌਖਾ ਤਰੀਕਾ, ਦਾਨ ਕਰਿਆ ਕਰੋ। ਦਾਨ ਕਰੋਗੇ ਆਪੇ ਤੁਹਾਡੀ ਪਕੜ ਛੁੱਟ ਜੂ।
ਸਾਡਾ ਪਕੜ ਉਹਨੂੰ ਘੁੱਟਣ ਦੇ ਕਰਕੇ ਹੀ ਮਾਇਆ ਸਾਨੂੰ ਘੇਰ ਰਹੀ ਹੈ। ਪੈਸੇ ਦੀ ਮੈਂ ਗੱਲ ਕਰਦਾ, ਦੂਜੀ ਮਾਇਆ ਦੀ ਨਹੀਂ ਮੈਂ ਗੱਲ ਕਰਦਾ। ਹੱਥੋਂ ਦਾਨ ਕਰੋ, ਥੋੜਾ ਥੋੜਾ ਕਰੋ, ਆਟੋਮੈਟਿਕਲੀ ਉਹਦਾ ਬੰਦਿਸ਼ ਹੈ, ਤੁਸੀਂ ਉੱਥੋਂ ਮੁਕਤ ਹੋ ਜਾਓ। ਤਾਂ ਕੋਸ਼ਿਸ਼ ਕਰਿਆ ਕਰੋ ਤੁਹਾਡੇ ਘਰ ਗੈਸਟ ਆਵੇ। ਚੰਗੇ ਗੁਣ ਇਹੋ ਹੁੰਦੇ ਆ। ਚੰਗੇ ਗੁਣ ਕਾਹਦੇ ਆ? ਅਗਲੇ ਨੂੰ ਪਿਆਰ ਨਾਲ ਬੁਲਾਓ, ਇੱਜ਼ਤ ਨਾਲ ਬੁਲਾਓ। ਛੋਟਾ ਬੱਚਾ ਵੀ ਉਹਦਾ ਨਾਂ ਸੱਦੋ, ਆ ਟਿੰਕੂ ਪਿੰਕੀ ਸ਼ਿੰਕੀ ਇਹ ਨਾ ਸੱਦਿਆ ਕਰੋ। ਮੈਂ ਵੀ ਲਾਈਕ ਨਹੀਂ ਕਰਦਾ। ਮੈਂ ਆਪਣੇ ਘਰੇ ਵੀ ਰੂਲ ਬਣਾਇਆ, ਬੱਚਿਆਂ ਦੇ ਪ੍ਰੋਪਰ ਨਾਂ ਸੱਦਣੇ। ਛੋਟਾ ਜਿਹਾ ਹੈਗਾ ਉਹ ਮੇਰੇ ਭਰਾ ਦਾ ਮੁੰਡਾ ਕਵੀਰਾਜ ਸਿੰਘ, ਮੈਂ ਉਹਨੂੰ ਕਵੀਰਾਜ ਸਿੰਘ ਹੀ ਕਹਿੰਦਾ। ਉਹਦਾ ਨਾਂ ਨਹੀਂ ਮੈਂ ਚੇਂਜ ਕਰਦਾ, ਔਰ ਨਾ ਹੀ ਚੇਂਜ ਕਰਨਾ ਚਾਹੀਦਾ। ਉਹ ਬੱਚਾ ਵੀ ਲਾਈਕ ਕਰਦਾ, ਉਹਦਾ ਪ੍ਰੋਪਰ ਨਾਮ ਸੱਦਿਆ ਜਾਵੇ। ਔਰ ਛੋਟੇ ਬੱਚੇ ਨੂੰ ਵੀ ਜਸਟ ਸੋਚੋ, ਮੈਂ ਇੱਕ ਤੁਹਾਨੂੰ ਗੱਲ ਦੱਸਦਾ। ਇੱਕ ਮੁੰਡਾ ਮੈਨੂੰ ਮਿਲਿਆ, 1998 ਦੀ ਗੱਲ ਹੈ। ਉਹਦਾ ਫਾਦਰ ਨਾਲ ਕਾਫੀ ਵੱਡਾ ਅਫਸਰ ਸੀ, ਮੈਨੂੰ ਲੱਗਦਾ ਕਾਫੀ ਵੱਡਾ ਅਫਸਰ ਹੀ। ਘਰੇ ਗੱਡੀ ਆਉਂਦੀ ਸੀ। ਮੁੰਡਾ ਸਾਡੇ ਕੋਲ ਮਿਲਣ ਆ ਜਾਂਦਾ। ਅਸੀਂ ਰਾਮ ਟੇਕਰੀ ਚ ਰਹਿੰਦੇ ਨੇ, ਜਸਰ ਜਮੂਰ ਕੈਂਪ ਚ। ਤੇ ਉੱਥੇ ਉਹ ਸਾਨੂੰ ਆਉਣਾ, ਉਹ ਮੁੰਡੇ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ ਕੋਈ ਚੰਗੇ ਸੰਸਕਾਰ ਸੀ। ਮੈਨੂੰ ਕਹਿੰਦਾ ਡੈਡੀ ਮੇਰਾ ਪਤਾ ਕਿੱਦਾਂ ਗੱਲ ਕਰਦਾ ਚਰਨਜੀਤ। ਮੈਂ ਕਿਹਾ ਕਿੱਦਾਂ ਕਰਦਾ? ਕਹਿੰਦਾ ਤੁਹਾਨੂੰ ਉੱਥੇ ਕੰਮ ਕਰਨ ਵਾਸਤੇ ਭੇਜਿਆ ਸੀ, ਤੁਸੀਂ ਕੀਤਾ? ਤੈਨੂੰ ਨਹੀਂ ਕਹਿੰਦਾ ਸੀ ਨਾ, ਤੂੰ ਕਹਿੰਦਾ ਸੀ ਤੁਸੀਂ ਉੱਥੇ ਜਾਓ ਤੇ ਉਹ ਕੰਮ ਕਰਕੇ ਆਓ। ਮਤਲਬ ਆਪਣੇ ਮੁੰਡੇ ਨੂੰ ਏਦਾਂ ਗੱਲ ਕਰਦਾ ਸੀ ਉਹ, ਜਿੱਦਾਂ ਮਤਲਬ ਉਹ ਸੋਚਦਾ ਹੈ ਕਿ ਮੇਰਾ ਮੁੰਡਾ ਵੀ ਕੋਈ ਅਫਸਰ ਹੈ। ਇਸ ਗੱਲ ਕਰਨ ਦਾ ਤਰੀਕਾ, ਜਦੋਂ ਆਪਾਂ ਚੰਗੀ ਕੁਆਲਿਟੀ ਦੀ ਗੱਲ ਕਰਨੀ ਆ, ਇਹ ਤੇ ਨਹੀਂ ਹੋ ਸਕਦਾ ਨਿੱਜਰ ਸਾਹਿਬ ਮੈਂ ਤੁਹਾਡੇ ਨਾਲ ਹੋਰ ਕਰਾਂ, ਛੋਟੇ ਮੁੰਡੇ ਨਾਲ ਹੋਰ ਕਰਾਂ ਤੇ ਉਹਦੇ ਨਾਲ ਮੈਂ ਹੋਰ ਕਰਾਂ। ਚੰਗੀ ਕੁਆਲਿਟੀ ਉਨਾ ਚਿਰ ਤੱਕ ਨਹੀਂ ਹੋਣੀ ਜਿੰਨਾ ਚਿਰ ਤੱਕ ਆਪਾਂ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਗੱਲ ਨਹੀਂ ਕਰਦੇ। ਜਦੋਂ ਆਪਾਂ ਸਾਰਿਆਂ ਨੂੰ ਰਿਸਪੈਕਟ ਨਾਲ ਗੱਲ ਕਰਾਂਗੇ ਤੇ ਨੈਕਸਟ ਜਿਹੜੀ ਸਾਡੀ ਬਾਣੀ ਆ ਨਾ, ਉਹ ਬਾਣੀ ਵੀ ਕਹਿੰਦੀ ਨਿਰਮਲ ਬਾਣੀ, ਤੇ ਸਾਡੀ ਬਾਣੀ ਨਿਰਮਲ ਹੋ ਜਾਊਗੀ। ਉਹ ਤੁਸੀਂ ਕਿਸੇ ਨੂੰ ਕੁਛ ਵੀ ਨਾ ਗਾਓ, ਉਹਨੂੰ 2-4 ਪਿਆਰ ਦੇ ਸ਼ਬਦ ਬੋਲ ਦਿਓ ਤੇ ਉਹਨੇ ਕੀ ਉਹਦੀ ਆਤਮਾ ਤ੍ਰਿਪਤ ਹੋ ਜਾਣੀ। ਠੀਕ ਹੈ ਨੀ ਜੀ ਸਾਹਿਬ? ਬਿਲਕੁਲ। ਤੇ ਜੇ ਸੜ ਜੇ ਰੌਲਾ ਪਾ ਕੇ ਰੋਟੀਆਂ ਖਵਾਈਆਂ, ਉਹਦੇ ਚੰਗਾ ਨਾ ਖਵਾਓ। ਉਹ ਖਵਾਈ ਦਾ ਤੇ ਉਹਦੇ ਨਾ ਖਵਾਈ, ਉਹ ਸਗੋਂ ਨਾ ਖਵਾਈ ਚੰਗੀ। ਅਗਲੇ ਨੂੰ ਰੌਲਾ ਪਾ ਕੇ ਕੀ ਖਵਾਈ? ਹੁਣ ਘਰ ਦਾ ਵਾ, ਅਗਲੇ ਬੰਨੇ ਬਾਣੀ ਚੋਣਾ ਵਾ, ਫਿਰ ਮੈਂ ਬੋਲਾਂਗਾ ਉਦੋਂ ਉਹ ਵਧੀਆ ਕਥਾ ਹੋ ਜਾਊਗੀ। ਹਾਂਜੀ ਜਦੋਂ ਅਗਲੀ ਤੋਂ ਬੋਲੋ। ਸਾਚੇ ਮਹਿਲ ਰਹੇ ਬੈਰਾਗੀ, ਆਵਣ ਦੇ ਤਾਂ ਆਵਾਂ। ਕਹਿੰਦੇ ਸੱਚੇ ਮਹਿਲ ਦੇ ਵਿੱਚ ਹਿਰਦੇ ਸੇਜ ਦੇ ਉੱਤੇ, ਇਹ ਹਿਰਦੇ ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਰਹਿ ਰਿਹਾ ਹੈ। ਔਰ ਇਹ ਵਜਰ ਕਪਾਟ ਹੈਗੇ, ਇਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜੜੇ ਹੋਏ। ਜੇ ਮਾਲਕ ਮਿਹਰ ਕਰਦੇ ਮੇਰੇ ਉੱਤੇ, ਮੈਨੂੰ ਧਿਆਨ ਸਿਮਰਨ ਦੇ ਦੁਆਰਾ, ਚੰਗੇ ਗੁਣਾਂ ਦੇ ਦੁਆਰਾ ਜਿਹੜਾ ਹੈਗਾ, ਮੈਂ ਮਾਲਕ ਪਰਮਾਤਮਾ ਮਿਹਰ ਕਰਦੇ ਤੇ ਮੈਂ ਵੀ ਅੰਦਰ ਆ ਜਾ, ਮਾਲਕ ਦੇ ਦਰਸ਼ਨ ਕਰ ਲਵਾਂ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਉੱਤੇ ਤੇ ਉਹਨਾਂ ਨੇ ਕਹਿਤਾ ਕਿ ਮੈਂ ਚੰਗੇ ਗੁਣਾਂ ਦਾ ਧਾਰਨੀ ਬਣਾਂਗਾ, ਮੈਂ ਚੰਗੇ ਗੁਣ ਲਵਾਂਗਾ। ਕਿਉਂਕਿ ਮਾਲਕ ਜਿਹੜਾ ਨਾ ਨੌਕਰ ਨੂੰ ਉਹਨਾਂ ਚਿਰ ਪਸੰਦ ਨਹੀਂ ਕਰਦਾ ਜਿੰਨਾ ਚਿਰ ਨੌਕਰ ਚ ਕੋਈ ਖੂਬੀ ਨਹੀਂ ਹੁੰਦੀ। ਇੱਕ ਮਰਦ ਵੀ ਜਿਹੜਾ ਔਰਤ ਨੂੰ ਨਹੀਂ ਪਸੰਦ ਕਰੂਗਾ ਜਦ ਤੱਕ ਉਹਦੀ ਔਰਤ ਦੇ ਅੰਦਰ ਚੰਗੇ ਗੁਣ ਨਹੀਂ। ਜੇ ਉਹ ਬੋਲਣ ਲੱਗਿਆ ਰਿਸਪੈਕਟ ਨਹੀਂ ਕਰਦੀ, ਬਦਤਮੀਜ਼ੀ ਕਰਦੀ ਆ, ਉਹਦਾ ਪਤੀ ਭਾਵੇਂ ਜੋ ਮਰਜ਼ੀ ਆ ਉਹਨੂੰ ਪਸੰਦ ਨਹੀਂ ਕਰੂਗਾ। ਜਿਹੜੀ ਜ਼ਬਾਨ ਲੜਾਊਗੀ, ਇਹ ਕਿਉਂਕਿ ਗੱਲ ਕਰਨੀ ਤੇ ਜ਼ਬਾਨ ਲੜਾਉਣ ਚ ਬੜਾ ਫਰਕ ਹੈ ਨਿੱਜਰ। ਇਸੇ ਹੀ ਤਰ੍ਹਾਂ ਚੰਗੇ ਗੁਣ ਹੈ ਜਿਹੜੇ, ਚੰਗੇ ਗੁਣ ਦਾ ਮਤਲਬ ਕੀ ਹੈ? ਜੋ ਅਸੀਂ ਦੇਣਾ ਹੈ ਸਾਨੂੰ ਉਹੀ ਵਾਪਸ ਆਉਣਾ ਹੈ। ਆਪਾਂ ਰਿਸਪੈਕਟ ਨਾਲ ਗੱਲ ਕਰੀਏ ਔਰ ਹਰ ਕੋਈ ਜਿਤਨਾ ਮਾਣ ਨਾਲ ਖਵਾਈਏ, ਔਰ ਜਿੰਨਾ ਸਾਡੇ ਕੋਲ ਹੁੰਦਾ ਉਹਨਾਂ ਕਰੀਏ ਆਪਾਂ ਜਾਇਜ਼ ਤੇ ਚੰਗੇ ਗੁਣ ਤੇ ਤੁਹਾਡੇ ਹੀ ਹੈ। ਸੱਚ ਬੋਲੋ, ਮਿਹਨਤ ਕਰੋ, ਸਾਰਿਆਂ ਨੂੰ ਉਹਦਾ ਹੱਕ ਬਣਦਾ ਹੱਕ ਦਿਓ, ਚੁਗਲੀ ਨਾ ਕਰੋ। ਜੇ ਸੱਤ ਹੈਗੀ ਆ, 2 ਨੌਵਾਂ ਹੈਗੀਆਂ ਨੇ ਤੇ ਉਹ ਬੈਲੈਂਸ ਕਰੇ। ਇਹ ਨਾ ਕਰੇ ਕਿ ਇੱਕ ਨਾਲ ਪਿਆਰ ਕਰੇ ਦੂਜੇ ਤੋਂ ਨਫ਼ਰਤ ਕਰੇ, ਉਹ ਤੇ ਗੜਬੜ ਹੋ ਜਾਣੀ ਆ। ਉਹ ਫਿਰ ਛਾਪਾ ਜਿਹੜਾ ਹੁੰਦਾ ਨਾ ਨਿੱਜਰ ਸਾਹਿਬ, ਜਦ ਤੱਕ ਬਰਾਬਰ ਨਹੀਂ ਨਾ, ਹੁਣ 1 ਨੌ ਆਈ ਹੈ ਘਰੇ, ਮੰਨ ਲਾ ਜੇ ਸਿਆਣੀ ਸੱਸ ਹੈ ਨਾ, ਉਹ ਦੋਨੋਂ ਨੌਵਾਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਕੁੜੀਆਂ ਸਮਝੇ ਆਪਣੀ, ਤੇ ਕੁੜੀਆਂ ਵੀ ਆਪਣੀ ਸੱਸ ਨੂੰ ਆਪਣੀ ਮਾਂ ਸਮਝਣ। ਜਿੱਦਾਂ ਮਾਂ ਮਾੜਾ ਚੰਗਾ ਬੋਲਦੀ ਇਹਦੇ ਗੁੱਸਾ ਨਹੀਂ ਨਾ ਕਰਦੇ, ਪਰ ਸੱਸ ਦੀ ਗੱਲ ਦਾ ਗੁੱਸਾ ਮੰਨਦੇ ਆ। ਕਿਉਂ ਮੰਨਦੇ ਆ? ਕਿਉਂਕਿ ਅਸੀਂ ਉਹਨੂੰ ਮਾਂ ਸਮਝਦੇ ਨਹੀਂ। ਤੇ ਜਦੋਂ ਆਪਾਂ ਉਸ ਨੂੰ ਆਪਾਂ ਨਜ਼ਰ ਤੇ ਵੇਖਦੇ ਆ ਕਿ ਜਿਹੜਾ ਉਹ ਕਹਿੰਦੀ ਆ ਕਿ ਪੁੱਤ ਆਪਣੇ ਬੱਚੇ ਨੂੰ ਪੜ੍ਹਾ, ਇਹਦੇ ਚ ਮਾੜਾ ਤਾਂ ਕੁਛ ਨਹੀਂ ਆ। ਤੇ ਜੇ ਮੈਂ ਗੁੱਸਾ ਕਰਨਾ ਹੋਵੇ ਤੇ ਮਾਤਾ ਤੈਨੂੰ ਜ਼ਿਆਦਾ ਪਤਾ ਮੈਂ ਪੜ੍ਹਾਵਾਂ ਜਾਂ ਨਾ ਪੜ੍ਹਾਵਾਂ, ਤੈਨੂੰ ਕੀ ਲੋੜ ਪਈ ਕਹਿਣ ਦੀ? ਉਹ ਅਗਲੀ ਕਹਿੰਦੀ ਪੁੱਤ ਆਪਣੇ ਬੱਚੇ ਨੂੰ ਪੜ੍ਹਾ, ਜੇ ਮੇਰੇ ਬੱਚੇ ਪੜ੍ਹ ਜਾਣਗੇ ਤੇ ਉਹਦੇ ਚ ਮਾਤਾ ਦਾ ਕੀ ਫਾਇਦਾ? ਨਿੱਜਰ ਸਾਹਿਬ ਬਿਲਕੁਲ। ਪਰ ਆਪਾਂ ਉਲਟਾ ਸੋਚਦੇ ਆ। ਉਹ ਕਿਸੇ ਨੇ ਉਹ ਕਹਾਵਤ ਹੈਗੀ ਆ, ਕਹਿੰਦੇ ਚੰਗੀ ਮੱਤ ਮਿਲੇ ਤੇ ਲਓ ਉਹਨੂੰ, ਪਰ ਆਪਾਂ ਨਹੀਂ ਏਦਾਂ ਕਰਦੇ। ਆਪਾਂ ਆਪਣਾ ਹੰਕਾਰ ਲੈ ਆਉਂਦੇ ਵਿੱਚ ਤੇ ਚੰਗੀ ਮੱਤ ਲੈਂਦੇ ਹੀ ਨਹੀਂ। ਅਸੀਂ ਇਹ ਨਹੀਂ ਸੋਚਦੇ ਕਿ ਇਹ ਚ ਫਾਇਦਾ ਕਿਹਦਾ ਵਾ। ਉਹ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖ। ਰਾਤ ਨੂੰ 11 ਵਜੇ ਆਇਆ, 10 ਵਜੇ ਆਇਆ, ਤੇ ਇਹਦੇ ਵਿੱਚ ਅਗਲੀ ਨੇ ਕਹਿ ਵੀ ਦਿੱਤਾ। ਹੁਣ ਉਹ ਬੰਦਾ ਹੈਗਾ ਵਾ
ਦਾ ਬੰਦਾ ਉਹਨੇ ਤੇ ਤੁਹਾਨੂੰ ਕਹਿਣਾ ਇੱਕ ਨਾ ਮਾੜੇ ਕੰਮ ਤੋਂ ਪੁੱਤ 12 ਵੱਜ ਗਏ 1 ਵੱਜ ਗਿਆ ਸੌਂ ਜਾਓ ਤੇ ਤੁਸੀਂ ਕਹੋ ਕਿ ਸਾਨੂੰ ਇਹ ਵੀ ਨਾ ਕਹੋ। ਇਹੋ ਲੜਾਈ ਹੁੰਦੀ ਔਰ ਘਰਾਂ 'ਚ ਕਾਹਦੀਆਂ ਲੜਾਈਆਂ ਹੁੰਦੀਆਂ ਉਹ ਇਹੋ ਹੀ ਹੁੰਦਾ। ਜਿਹੜੇ ਬਜ਼ੁਰਗ ਹੁੰਦੇ ਆ ਬਜ਼ੁਰਗ ਮੈਂ ਸੋਚਦਾ ਕਿ ਥੋੜਾ ਜਿਹਾ ਬਜ਼ੁਰਗ ਵੀ ਠੀਕ ਨੇ ਮਾੜੇ ਨਹੀਂ ਹੁੰਦੇ। ਚਲੋ ਦੋਨਾਂ ਦੀਆਂ ਆਪਣੀਆਂ ਇੱਕ ਸੀਮਾ ਦੇ ਹਿਸਾਬ ਨਾਲ ਕੰਮ ਕਰੋ ਤੇ ਉਹ ਉੱਥੇ ਹਾਰਮੋਨੀ ਆਊਗੀ ਘਰ 'ਚ, ਉੱਥੇ ਪਵਿੱਤਰਤਾ ਆਊਗੀ, ਉੱਥੇ ਗੁਣ ਆਉਣਗੇ। ਜੇ ਕੋਈ ਸ਼ਿਕਾਇਤ ਹੈਗੀ ਡਾਇਰੈਕਟ ਹੀ ਗੱਲ ਕਰੋ, ਬੰਦੇ ਨੂੰ ਦੱਸੋ ਵੀ ਆਹ ਚੀਜ਼ ਵੀਰੇ ਮੈਂ ਪਸੰਦ ਨਹੀਂ ਹੈ ਨਾ, ਤੇ ਉਹ ਅਗਲਾ ਨੂੰ ਕੋਸ਼ਿਸ਼ ਕਰੇ ਉਹਨੂੰ ਕਿ ਮੈਂ ਵੀ ਹੈਲਪ ਕਰਦਾ ਤੇ ਆਪਾਂ ਮਸਲੇ ਦਾ ਹੱਲ ਕਰੀਏ। ਹਾਂਜੀ ਨੇਜਰ ਸਾਹਿਬ ਆ ਤੋਂ ਦੁਬਾਰਾ ਬੋਲੋ। ਹਾਂ, ਸਾਚੇ ਮਹਿਲ ਰਹੇ ਬੈਰਾਗੀ ਆਵਣ ਦੇ ਧਾਵਾਂ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸੱਚੇ ਮਹਿਲ ਦੇ ਵਿੱਚ, ਜਿਹੜਾ ਹਿਰਦੇ ਸੇਜ ਦੇ ਉੱਤੇ ਹਿਰਦੇ ਦੇ ਵਿੱਚ ਹੈਗਾ ਮਾਲਕ ਪਰਮਾਤਮਾ। ਔਰ ਜਿਹੜਾ ਮਹਿਲ ਹੈਗਾ ਇਹਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਬਜਰ ਕਪਾਟ ਹੈਗੇ ਆ। ਜੇ ਗੁਣ ਹੋ ਜਾਣਗੇ ਤੇ ਧਿਆਨ ਸਿਮਰਨ ਦੇ ਦੁਆਰਾ ਇਹ ਬਜਰ ਕਪਾਟ ਖੁੱਲ ਜਾਂਦੇ ਆ ਭਾਈ। ਸਾਚੇ ਮਹਿਲ ਰਹੇ ਬੈਰਾਗੀ ਆਵਣ ਦੇ ਧਾਵਾਂ। ਜੇ ਮਾਲਕ ਮਿਹਰ ਕਰਦੇ ਮੇਰੇ ਉੱਤੇ ਤੇ ਮੈਂ ਵੀ ਜਿਹੜਾ ਹੈਗਾ ਉਹਦੇ ਦਰਸ਼ਨ ਕਰ ਲਵਾਂ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੁਸੀਂ ਚੰਗੇ ਗੁਣ ਲਿਆਓ। ਬਿਲਕੁਲ ਸਿੰਪਲ ਜੀ ਗੱਲ ਆ। ਇਹ ਸੰਸਾਰ ਆ। ਮੈਂ ਤੁਹਾਨੂੰ ਥੋੜਾ ਹੋਰ ਸੌਖੇ ਤਰੀਕੇ ਨਾਲ ਕੋਸ਼ਿਸ਼ ਕਰਦਾ ਕਿ ਜਿੱਦਾਂ ਮੇਰੀ ਬੜੀ ਬੁੱਧੀ ਹੈਗੀ ਮੈਂ ਉਸ ਹਿਸਾਬ ਨਾਲ ਦੱਸਦਾ ਕਿ ਮਤਲਬ ਸੰਸਾਰ ਆ ਇਹ ਸੰਸਾਰ ਨੂੰ ਦੋ ਫਲ ਲੱਗੇ ਨੇ, ਇੱਕ ਚੰਗਾ ਫਲ ਆ, ਇੱਕ ਮਾੜਾ ਫਲ ਆ। ਤੇ ਫਲ ਸਾਨੂੰ ਤੋੜਨਾ ਤੇ ਪੈਣਾ ਹੀ ਆ। ਦੋਨੋਂ ਫਲ ਇਕੱਠੇ ਆਉਂਦੇ। ਉਹ ਜਿਹੜੀ ਚੋਣ ਆ ਨਾ, ਉਹ ਚੋਣ ਸਾਡੇ ਹੱਥ ਹੈ। ਅਸੀਂ ਕਿਹੜਾ ਤੋੜਦੇ ਹਾਂ, ਕਿਉਂਕਿ ਜਿਹੜਾ ਤੋੜ ਲਿਆ ਉਹ ਸਾਡੇ ਬੈਗ 'ਚ ਪੈ ਜਾਣਾ। ਨਿਜਰ ਸਾਹਿਬ ਬਿਲਕੁਲ ਸਹੀ ਆ। ਉਹਨੂੰ ਕਹਿ ਲਓ ਤੁਸੀਂ ਅੰਮ੍ਰਿਤ ਫਲ ਕਹਿ ਲਓ, ਤੇ ਦੂਸਰਾ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਬਿਖ ਦਾ ਫਲ ਕਹਿ ਲਓ, ਜ਼ਹਿਰ ਦਾ ਫਲ ਕਹਿ ਲਓ। ਦੋ ਫਲ ਆ ਹੀ ਲੱਗੇ ਹੋਏ। ਹਾਂ, ਉਹ ਮਤਲਬ ਜਿਹੜੀ ਸਾਡੀ ਬੈਗੜੀ ਉਹੀ ਕਹਿੰਦੇ ਸਵਾਦ ਦੀ ਪੰਡ ਕਹਿੰਦੇ ਚੁੱਕੇ ਨਾਲ ਖਾਣੀ ਪੈਣੀ। ਉਹ ਸਵਾਦ ਦੀ ਪੰਡ ਹੀ ਕਹੀ ਆ। ਮੈਂ ਫਲ ਕਹਿਤਾ, ਥੋੜਾ ਸਟੈਂਡਰਡ ਵਧਾਤਾ ਆਪਣਾ। ਨਿਜਰ ਸਾਹਿਬ ਹਾਂਜੀ ਬਿਲਕੁਲ। ਉਹ ਤੇ ਕਿਤੇ ਸਵਾਬ ਬਾਬਾ ਜੀ ਕਹਿੰਦੇ ਸਵਾਦ ਦੀ ਪੰਡ ਕਾਲਕ। ਚਲੋ ਇੱਥੇ ਚੰਗਾ ਫਲ ਵੀ ਆ, ਮਾੜਾ ਫਲ ਵੀ ਆ। ਔਰ ਇਹ ਮੈਂ ਮਹਿਸੂਸ ਕਰਦਾ ਨਿਜਰ ਸਾਹਿਬ ਕਿ ਜਿੱਦਾਂ ਇੱਕ ਟੈਂਕੀ ਆ, ਆਪਾਂ ਟੈਂਕੀ ਦਾ ਪਾਣੀ ਪੀਣਾ ਹੈ ਤੇ ਕਿਉਂ ਨਾ ਸਾਫ਼ ਸੁਥਰਾ ਪਾਣੀ ਭਰੀਏ। ਆਪਾਂ ਕਾਹਨੂੰ ਮਾੜਾ ਪਾਣੀ ਪਾਈਏ? ਬਿਲਕੁਲ ਪੀਣਾ ਤੇ ਸਾਨੂੰ ਪੈਣਾ ਹੀ ਆ। ਹਾਂ, ਖਾਣਾ ਤਾਂ ਆਪਾਂ ਨਹੀਂ ਹੈ ਫਲ। ਇਹਦਾ ਮਤਲਬ ਕਿ ਥੋੜਾ ਫਲ ਜਿਹੜਾ ਚੰਗਾ ਤੋੜੀਏ, ਬਸ ਸਾਫ਼ ਸੁਥਰਾ ਤੋੜੀਏ। ਕਿਉਂਕਿ ਹੁਣ ਮੰਡੀ 'ਚ ਆਪਾਂ ਫਲ ਖਰੀਦਦੇ ਹਾਂ, ਕਿਤੇ ਚਲਾਕ ਹੁੰਦੇ, ਰੁਪਈਏ 50 ਦੇਈਦੇ ਆ ਤੇ ਆਪਾਂ ਪੂਰੇ ਉਹਦਾ ਟੋਕਰਾ ਕਿੰਨਾ ਵੱਡਾ ਲਾਇਆ ਹੋਊਗਾ, ਉੱਥੇ ਮੈਂ ਕੁਇੰਟਲ 1.5 ਕੁਇੰਟਲ ਹੁੰਦੇ ਆ ਸੇਬ, ਆਪਾਂ ਸਾਰੇ ਫਰੋੜ ਕੇ ਉੱਥੇ 4 ਪੀਸ ਕੱਢੇ ਹੁੰਦੇ ਆ। ਪਰ ਜਦੋਂ ਆਪਾਂ ਕਰਮ ਕਰਦੇ ਹਾਂ ਉਦੋਂ ਆਪਾਂ ਕਿਉਂ ਨਹੀਂ ਸੋਚਦੇ? ਉਦੋਂ ਆਪਾਂ ਜਿੱਦਾਂ ਇੱਕ ਰੇਹੜੀ ਤੇ ਹਜ਼ਾਰਾਂ ਸੇਬ ਪਏ ਆ, ਆਪਾਂ ਉੱਥੋਂ ਉਹਨਾਂ ਚੰਗਿਆਂ ਨੂੰ ਛੱਡ ਕੇ ਇੱਕ ਗਲਿਆ ਸੇਬ ਫੜੀਏ, ਆਪਣੇ ਲਈ ਕਿੱਡੀ ਅਕਲ ਦਾ ਕੰਮ ਹੈ। ਉੱਥੇ ਏਡੀ ਬੁੱਧੀ ਕਿਉਂ ਨਹੀਂ ਕੰਮ ਕਰਦੀ? ਇਹ ਵਿਚਾਰ ਕਰਨ ਵਾਲੀ ਚੀਜ਼। ਉਸ ਟਾਈਮ ਤੇ ਕੋਸ਼ਿਸ਼ ਕਰਨੀ ਹੈ ਆਪਾਂ ਗਲਿਆ ਸੜਿਆ ਸੇਬ ਨਹੀਂ ਫੜਨਾ, ਆਪਾਂ ਸਾਫ਼ ਸੁਥਰਾ ਸੇਬ ਫੜਨਾ। ਸੇਬ ਦਾ ਮਤਲਬ ਚੰਗਾ ਕੰਮ ਕਰਨਾ ਤੇ ਪੈਣਾ ਹੀ। ਹੁਣ ਮੈਂ ਸਵੇਰੇ ਉੱਠ ਪਿਆ, ਕੰਮ ਸ਼ੁਰੂ ਹੋ ਗਿਆ। ਅੱਜ ਦਾ ਪੇਪਰ ਮੇਰੇ ਹੱਥ 'ਚ ਆ ਗਿਆ ਕਿ ਚਰਨਜੀਤ ਪਿਓ ਦਾ ਪੁੱਤਾ ਜੋ ਤੇਰਾ ਦਿਲ ਕਰਦਾ ਲਿਖ ਲਿਆ। ਸ਼ਾਮੀ ਜਿਹੜਾ ਤੇਰਾ ਪੇਪਰ ਹੀ ਉਹ ਸ਼ਾਮੀ ਸਬਮਿਟ ਹੋ ਜਾਣਾ। ਮੈਂ ਅਪਲੋਡ ਕਰ ਦੇਣਾ ਸ਼ਾਮੀ, ਪਰ ਸ਼ਾਮ ਤੱਕ ਤੂੰ ਲਿਖਣਾ ਤੂੰ ਹੀ। ਭਾਵੇਂ ਹਰੀਆਂ ਲੀਕਾਂ ਮਾਰ ਲਾ, ਭਾਵੇਂ ਲਾਲ ਮਾਰ ਲਾ, ਇਹ ਮਰਜ਼ੀ ਤੇਰੀ ਹੈ। ਲਾਲ ਮਾਰੇਗਾ ਉਹਦਾ ਕੁਝ ਹੋਰ ਮਿਲੂਗਾ ਹੀ। ਪਰ ਇੱਥੇ ਬਾਣੀ ਕਹਿੰਦੀ ਆ ਕਿ ਮੈਂ ਚੰਗੇ ਕਰਮ ਕਰਾਂਗਾ, ਮਤਲਬ ਕਿ ਹਰੀਆਂ ਲੀਕਾਂ ਮਾਰੀਆਂ ਤੇ ਫਿਰ ਮੇਰਾ ਜਿਹੜਾ ਪਰਮਾਤਮਾ ਉਹ ਵੇਂਦਾ ਪਿਆ ਮੇਰੇ ਲਈ। ਫਿਰ ਆਵੇਂ ਦਵੇਂ ਤੇ ਆਵਾਂ, ਫਿਰ ਵੇਂਦਾ ਰਹਿੰਦਾ ਹੈ ਕਿ ਇਹ ਚਰਨਜੀਤ ਤੇ ਨਿੱਜਰ ਸਾਹਿਬ ਵਾਵਾ ਹਰੀਆਂ ਲੀਕਾਂ ਮਾਰਦੇ ਆ, ਇਹਨਾਂ ਨੂੰ ਸਮਾਧੀ ਦੇ ਦਿੱਤੀ ਜਾਵੇ। ਕੀ ਕਹਿੰਦੇ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਇਹਨਾਂ ਨੂੰ ਸਮਾਧੀ ਦੇ ਦਿਓ। ਬ੍ਰਹਮ ਫਿਰ ਕਹਿੰਦਾ ਕਿ ਆ ਜਾਓ ਅੰਦਰ, ਕਿਉਂਕਿ ਤੁਸੀਂ ਹੱਥ ਪਹਿਲਾਂ ਮਾਰਨ ਦੇ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੇ ਪੱਲੇ ਹੈ, ਤੁਸੀਂ ਕਰ ਸਕਦੇ ਜੋ, ਅੰਦਰ ਆ ਜਾਓ। ਉਹ ਫਿਰ ਅਗਲੇ ਬੰਨੇ ਬਾਣੀ ਤੋਂ ਆਵਣ ਦੇਵੇਂ ਤਾਂ ਬੋਲਾਂ। ਨਿੱਜਰ ਸਾਹਿਬ ਫਿਰ ਬੋਲੋ। ਆਵਣ ਦੇ ਤਾਂ ਆਵਾਂ, ਸਾਚੇ ਮਹਿਲ ਰਹੇ ਬੈਰਾਗੀ ਆਵਣ ਦੇ ਤਾਂ ਆਵਾਂ। ਹਾਂ, ਜੋ ਪਰਮਾਤਮਾ ਅੰਦਰ ਬੈਠਾ ਮਹਿਲ ਦੇ ਅੰਦਰ, ਫਿਰ ਉਹ ਸਾਨੂੰ ਆਪਣੀ ਸਮਾਧੀ ਦੇ ਰੂਪ 'ਚ ਸਾਨੂੰ ਦਰਸ਼ਨ ਦੇ ਦਿੰਦਾ। ਅਸੀਂ ਵੀ ਉੱਥੇ ਚੱਲ ਜਾਂਦੇ। ਪਰ ਉਹਨੂੰ ਪ੍ਰਭਾਵਿਤ ਕਰਨ ਦਾ ਤਰੀਕਾ ਇਹੋ ਹੀ ਆ ਕਿ ਚੰਗੇ ਗੁਣ। ਜਿੱਦਾਂ ਇੱਕ ਔਰਤ ਪਤੀ ਦੇ ਨਾਲ ਤੇ ਰਹਿ ਸਕਦੀ ਆ,
ਪਰ ਪਤੀ ਦੇ ਹਿਰਦੇ 'ਚ ਨਹੀਂ ਰਹਿ ਸਕਦੀ। ਹਿਰਦੇ 'ਚ ਪਤੀ ਪਤਨੀ ਉਹੀ ਰਹੂਗੀ ਜਿਹੜੀ ਚੰਗੇ ਗੁਣਾਂ ਦੀ ਧਾਰਨੀ ਹੈ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਨਾਲ ਰਹਿਣਾ ਤੇ ਦਿਲ 'ਚ ਰਹਿਣਾ ਬੜਾ ਫਰਕ ਜੇ। ਦੁਨੀਆ ਤੇ ਕਿ ਕਰੋੜਾਂ ਹੀ ਹੈਗੀ ਆ, ਰਹਿਣ ਤੇ ਇਕੱਠੇ ਦੇ ਆ, 70 ਸਾਲ ਹੀ ਇਕੱਠੇ ਨੇ, ਪਰ ਕਿਸੇ ਦੇ ਦਿਲ 'ਚ ਰਹਿਣਾ ਉਹ ਵੱਡੀ ਗੱਲ ਆ। ਉਹ ਤੇ ਉਹੀ ਰਹੂਗਾ ਜਿਹੜਾ ਉਹਨੂੰ ਭਾਊਗਾ, ਜਿਹਦੇ ਕੋਲ ਚੰਗੇ ਗੁਣ ਆ। ਤੇ ਚੰਗੇ ਗੁਣ ਤੇ ਤੁਹਾਨੂੰ ਪਤਾ ਹੀ ਹੈ ਚੰਗੇ ਗੁਣ ਕਿਹੜੇ ਆ, ਮਾੜੇ ਗੁਣ ਕਿਹੜੇ। ਹਾਂਜੀ ਨਿੱਜਰ ਸਾਹਿਬ ਐਕਚੁਅਲੀ ਪ੍ਰੋਬਲਮ ਇਹ ਹੈ ਨਾ ਗੋਰਖੀ ਸਾਹਿਬ ਕਿ ਜਿਹੜੇ ਫਲਾਂ ਦੀ ਗੱਲ ਕਰ ਰਹੇ ਨਾ, ਗਲੇ ਸੜੇ ਤੇ ਚੰਗੇ ਫਲ ਜਿਹੜੇ ਹੈਗੇ, ਜਿਹੜੇ ਗਲੇ ਸੜੇ ਆ ਨਾ ਉਹਨਾਂ ਨੂੰ ਇੰਨਾ ਜ਼ਿਆਦਾ ਲਿਸ਼ਕ ਮਾਰ ਰਹੇ ਆ ਨਾ, ਇੰਨਾ ਜ਼ਿਆਦਾ ਖੰਡ ਲੱਗੀ ਹੋਈ ਆ ਉਹਨਾਂ ਦੇ ਉੱਤੇ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ। ਬਸ ਆਹੀ ਪ੍ਰੋਬਲਮ ਆ ਜਾਂਦੀ ਹੈ। ਨਿੱਜਰ ਸਾਹਿਬ ਇਹ ਬਿਲਕੁਲ ਸਹੀ ਜੇ। ਮੈਂ ਨਾ ਉੱਥੇ ਬਾਬੇ ਸ਼ਹੀਦੇ ਲਾਗੋਂ ਮੰਡੀ 'ਚ ਨਾ ਪਤਾ ਨਹੀਂ ਸੇਬ ਖਰੀਦੇ, ਪਤਾ ਨਹੀਂ ਮੈਂ ਸੇਬ ਖਰੀਦੇ, ਬਾਹਰੋਂ ਵੇਖਣ ਨੂੰ ਤੇ ਬੜੇ ਵਧੀਆ ਪਰ ਅੰਦਰੋਂ ਸਾਰੇ ਖਰਾਬ। ਇਹਦਾ ਮਤਲਬ ਕਿ ਜਿੱਦਾਂ ਫਲ ਵੀ ਜਿੱਦਾਂ ਅੰਦਰੋਂ ਖਰਾਬ ਹੁੰਦਾ ਉਸੇ ਤਰ੍ਹਾਂ ਕਰਮ ਹੁੰਦੇ ਨੇ। ਕਰਮ ਬਾਹਰੋਂ ਤੇ ਬੜੇ ਚਮਕਦੇ ਤੇ ਕਿਤੇ ਕੀ ਹੋ ਰਿਹਾ, ਇੰਦਰੀਆਂ ਦਾ ਭੋਗ ਆ। ਬਿਲਕੁਲ। ਹਾਂਜੀ ਨਹੀਂ ਦਿੱਤਾ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ। ਕਹਿੰਦੇ ਜੀਵ ਇਸਤਰੀ ਜਿਹੜੀ ਹੈਗੀ ਨਿਮਾਣੀ ਹੈਗੀ, ਨਿਤਾਣੀ ਹੈਗੀ ਆ, ਕੋਈ ਤਾਣ ਨਹੀਂ ਹੈ, ਕੋਈ ਮਾਣ ਨਹੀਂ ਆ ਉਹਦਾ। ਪਰਮੇਸ਼ਰ ਤੋਂ ਬਗੈਰ ਕਹਿੰਦੇ ਕੋਈ ਤੇਰੀ ਵੈਲਿਊ ਨਹੀਂ ਹੈਗੀ ਆ। ਭਾਵੇਂ ਜਿੰਨੀ ਦੁਨੀਆ ਦੇ ਵਿੱਚ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਡਿਗਰੀ ਕਰ ਲਾ, ਜੋ ਮਰਜ਼ੀ ਜਿਹੜੀ ਮਰਜ਼ੀ ਧਨ ਦੌਲਤ ਲੈ ਲਾ, ਜਿੰਨਾ ਮਰਜ਼ੀ ਅਮੀਰ ਹੋ ਜਾ, ਜੇ ਤੇਰੇ ਕੋਲ ਉਹ ਮਾਲਕ ਪਰਮਾਤਮਾ ਵਾਲੇ ਜਿਹੜੇ ਹੈਗੇ ਆ, ਮਾਲਕ ਦੀ ਨੇੜਤਾ ਨਹੀਂ ਹੈਗੀ ਆ, ਤੇ ਭਾਈ ਤੂੰ ਨਿਮਾਣਾ ਆ ਤੇ ਨਿਤਾਣਾ ਹੈਗਾ ਆ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ। ਉਹਦੇ ਮਹਿਲ ਦਾ ਸੁਖ ਕਿਵੇਂ ਪ੍ਰਾਪਤ ਕਰ ਸਕਦੀ ਆ। ਅਗਲੀ ਲਾਈਨ ਦੇ ਵਿੱਚ ਜਵਾਬ ਦੇ ਰਹੇ ਮਹਾਰਾਜ, ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗਹਿਲੀ। ਕਹਿੰਦੇ ਜੇ ਕਿਤੇ ਇਹ ਧਿਆਨ ਸਿਮਰਨ ਵਾਲਾ ਜਿਹੜਾ ਹੈਗਾ, ਇਹ ਮਿਹਰ ਹੋ ਜਾਏ ਮਾਲਕ ਪਰਮਾਤਮਾ ਦੀ, ਇਹ ਗੁਣ ਮਿਲ ਜਾਏ, ਇਹ ਗੁਣ ਨੂੰ ਗ੍ਰਹਿਣ ਕਰ ਲੈ, ਭਗਤੀ ਵਾਲਾ ਇਹ ਗੁਣ ਗ੍ਰਹਿਣ ਕਰ ਲੈ, ਤੇ ਫਿਰ ਜਿਹੜੀ ਹੈਗੀ ਆ ਜੇਠ ਦੇ ਮਹੀਨੇ ਦੇ ਵਿੱਚ ਵੀ ਉਸ ਮਾਲਕ ਪਰਮਾਤਮਾ ਵਰਗੀ ਹੀ ਹੋ ਸਕਦੀ ਆ। ਇਹ ਜਿਹੜੀ ਹੈਗੀ ਜੀਵ ਇਸਤਰੀ, ਉਹਦੇ ਵਰਗੀ ਬੂੰਦ ਜਿਹੜੀ ਹੈਗੀ ਆ, ਇਹ ਪਾਣੀ ਜਿਹੜਾ ਹੈਗਾ ਉਹ ਪਵਿੱਤਰ ਹੋ ਸਕਦਾ ਹੈ, ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਮਹਿਲ ਦੇ ਵਿੱਚ ਜਿਹੜਾ ਹੈਗਾ ਜਾ ਸਕਦੀ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਪਰਮਾਤਮਾ ਦੇ ਮਹਿਲ ਤੋਂ ਬਾਹਰ ਜਿਹੜੀ ਆਪਣੀ ਸੁਰਤੀ ਹੈ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਵਾਚੀ ਰਹਿੰਦੀ ਹੈ। ਉਹ ਸੁਖੀ ਨਹੀਂ ਹੋ ਸਕਦੀ, ਸੁਖ ਪਾਈ ਨਹੀਂ ਸਕਦੀ। ਇਹ ਜਿਹੜਾ ਸੁੱਖ ਦਿਖਦਾ ਹੈ, ਸੁੱਖ ਏਦਾਂ ਵਧੀਆ ਥੋੜੀ ਹੈ। ਇੰਨੇ ਇਤਿਹਾਸ ਚੈੱਕ ਕਰੋ, ਕਿੰਨੇ ਰਾਜੇ ਮਹਾਰਾਜੇ ਹੋਏ, ਉਹਨਾਂ ਨੇ ਆਪਣਾ ਘਰ ਬਾਗ ਛੱਡ ਕੇ ਇੱਕ ਜੰਗਲਾਂ 'ਚ ਜਾ ਕੇ ਤਪੱਸਿਆ ਕੀਤੀ। ਕਿਉਂ? ਕਿਉਂਕਿ ਇਹਨਾਂ ਨੇ ਵੇਖ ਲਿਆ ਸੀ ਕਿ ਮਹਿਲਾਂ 'ਚ ਸੁੱਖ ਨਹੀਂ ਹੈਗਾ। ਇਹ ਤੇ ਘੀ ਵਾਂਗੂ ਜਿੰਨਾ ਤੇਲ ਪਾਈ ਜਾਓਗੇ ਉਨੀ ਅੱਗ ਵੱਧਦੀ ਹੈ। ਤੇ ਇਹ ਹਾਂਜੀ ਠੀਕ ਹੈ ਨਿੱਜਰ ਸਾਹਿਬ। ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗਹਿਲੀ। ਕਹਿੰਦੇ ਭਾਈ ਜਿਹਨੂੰ ਇਹ ਕਰਮਾਂ ਦੇ ਵਿੱਚ ਜਿਹੜਾ ਹੈਗਾ ਇਹ ਗੁਣ ਮਿਲ ਜਾਏ, ਇਹ ਗੁਣ ਗ੍ਰਹਿਣ ਕਰ ਲੈ, ਜਿਹੜੀ ਧਿਆਨ ਸਿਮਰਨ ਵਾਲੇ ਗੁਣ ਗ੍ਰਹਿਣ ਕਰ ਲੈ, ਜਿਹੜੀ ਭਗਤੀ ਕਰਨ ਲੱਗ ਜਾਏ, ਤੇ ਉਹ ਤਾਂ ਭਾਈ ਫਿਰ ਪਰਮਾਤਮਾ ਵਰਗੀ ਹੋ ਜਾਂਦੀ ਆ। ਜੇਠ ਦੇ ਮਹੀਨੇ ਦੇ ਵਿੱਚ ਕਹਿੰਦੇ ਆ ਉਹ ਤਾਂ ਮਾਲਕ ਵਰਗੀ ਹੋ ਗਈ। ਹਾਂਜੀ ਬਿਲਕੁਲ ਠੀਕ ਹੈ। ਜੇਠ ਦਾ ਮਹੀਨਾ ਮਤਲਬ ਇਹ ਜਿਹੜਾ ਸੰਸਾਰ ਆ ਜਿੱਥੇ ਆਪਾਂ ਰਹਿ ਰਹੇ ਹਾਂ, ਜਿੱਦਾਂ ਬੰਦਾ ਵੇਖੋ ਇਛਾਵਾਂ ਕਾਮਨਾਵਾਂ ਦੀ ਅੱਗ ਦੇ ਵਿੱਚ, ਤ੍ਰਿਸ਼ਨਾਵਾਂ ਦੀ ਅੱਗ ਦੇ ਵਿੱਚ ਭੁੱਜ ਰਿਹਾ। ਉਹ ਕਹਿੰਦੇ ਕਿ ਜੇਕਰ ਉਹ ਪਰਮਾਤਮਾ ਦੀ ਸ਼ਰਨ 'ਚ ਜਾ ਕੇ ਉਹਦੇ ਵਰਗਾ ਹੋ ਜਾਂਦਾ, ਆਪਣੇ ਆਪ ਨੂੰ ਸ਼ਾਂਤ ਕਰ ਲੈਂਦਾ ਹੈ ਨਾਮ ਦੇ ਨਾਲ, ਤੇ ਫਿਰ ਇਹ ਜੇਠ ਦਾ ਮਹੀਨਾ ਕਹਿਣ ਤੋਂ ਭਾਵ ਹੈ ਇਹ ਜਿਹੜੀ ਮਾਇਆ ਰੂਪੀ ਸੰਸਾਰ ਆ ਉਹਨੂੰ ਦੁਖੀ ਨਹੀਂ ਕਰ ਸਕਦਾ। ਉਹਨੂੰ ਜੇਠ ਦੇ ਮਹੀਨੇ ਵਾਂਗੂ ਜਿੱਦਾਂ ਆਪਾਂ ਬੰਦਾ ਪਰੇਸ਼ਾਨ ਹੋ ਜਾਂਦਾ, ਜਾਨਵਰ ਵੇਖੋ ਕਿੱਦਾਂ ਜਵਾਨ ਬਾਹਰ ਕੱਢੀ ਹੁੰਦੀ ਹੈ, ਉਸੇ ਤਰ੍ਹਾਂ ਸਾਡਾ ਹਾਲ ਆ। ਜਦੋਂ ਅਸੀਂ ਉਸ ਪਰਮਾਤਮਾ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਸਾਡੀ ਸੁਰਤੀ ਉਹਦੇ ਅੰਦਰ ਲੀਨ ਹੋ ਜਾਂਦੀ ਹੈ। ਫਿਰ ਇਹ ਜਿਹੜੇ ਔਗਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਤੇ ਵੈਸ਼, ਇਹ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਸਾਡਾ ਅੰਤਰ ਸ਼ਾਂਤ ਹੋ ਜਾਂਦਾ ਹੈ। ਜਦੋਂ ਸਾਡਾ ਅੰਤਰ ਸ਼ਾਂਤ ਹੋ ਗਿਆ ਨਾ, ਤੇ ਤੁਸੀਂ ਬਾਹਰ ਨਿਕਲ ਕੇ ਵੇਖ ਲਓ, ਤੁਹਾਨੂੰ ਦੁਨੀਆ ਦੇ ਵਿੱਚ ਇੱਕ ਬੰਦਾ ਵੀ ਜੇ ਬੁਰਾ ਮਿਲ ਗਿਆ ਨਾ ਤੇ ਮੈਨੂੰ ਫੋਨ ਕਰ ਦਿਓ, ਹਾਂ ਚਰਨਜੀਤ ਸਾਨੂੰ ਇੱਕ ਬੰਦਾ ਬੁਰਾ ਮਿਲ ਗਿਆ। ਨਹੀਂ ਮਿਲੂਗਾ, ਮੁਸ਼ਕਿਲ ਆ। ਬੁਰਾ ਕਿਉਂ ਮਿਲ ਰਿਹਾ ਹੈ? ਕਿਉਂਕਿ ਸਾਡਾ ਦਰਪਣ ਗੰਦਾ ਹੈ, ਜਿੱਥੋਂ ਹੀ ਵਹਿੰਦੇ ਪਏ। ਉਹ ਇੱਕ ਅਵਸਥਾ ਹੈ, ਉਹ ਅਵਸਥਾ ਬਣੂਗੀ।
ਕੋਈ ਬਾਣੀ 'ਚ ਲਿਖਿਆ ਹੈ, ਉਹ ਹਰ ਚੀਜ਼ ਜਿਹੜੀ ਬਾਣੀ 'ਚ ਲਿਖਿਆ ਉਹ ਲੈਂਡਮਾਰਕ ਪੱਕਾ ਹੈ, ਪ੍ਰੋਪਰ ਨਕਸ਼ੇ ਨੇ ਤੇ ਉਹ ਜਿਹੜੀਆਂ ਵਸਤਾਵਾਂ ਸਾਨੂੰ ਪ੍ਰਾਪਤ ਹੋਣੀਆਂ। ਫਿਰ ਜੇਠ ਦੇ ਮਹੀਨੇ ਦੇ ਵਿੱਚ ਜਿੱਦਾਂ ਲੋਕੀ ਆਮ ਗਰਮੀ ਲੱਗਦੀ ਹੈ ਤੇ ਬ੍ਰਹਮ ਗਿਆਨੀ ਕੋਈ ਬੰਦਾ ਬੈਠਾ ਹੋਊਗਾ ਨਾ, ਉਹਨੂੰ ਗਰਮੀ ਲੱਗਣੀ ਨਹੀਂ ਹੋਣੀ, ਬਿਲਕੁਲ ਸ਼ਾਂਤ ਹੋ ਕੇ ਬੈਠਣਾ, ਕਿਉਂਕਿ ਜਿਹੜਾ ਅੰਦਰ ਦਾ ਜੀਵ ਹੈ ਉਹ ਬਿਲਕੁਲ ਸ਼ਾਂਤ ਹੋ ਗਿਆ, ਚਿੱਤ ਵੀ ਸ਼ਾਂਤ ਹੋ ਗਿਆ, ਮਨ ਸ਼ਾਂਤ ਹੋ ਗਿਆ। ਪਰਮਾਤਮਾ ਨੂੰ ਆਪਾਂ ਉਹਨਾਂ ਚਿਰ ਤੱਕ ਅਨੁਭਵ ਨਹੀਂ ਕਰ ਸਕਦੇ ਜਿੰਨਾ ਚਿਰ ਤੱਕ ਅਸੀਂ ਮਨ, ਬੁੱਧੀ, ਚਿੱਤ, ਹੰਕਾਰ 'ਚ ਬੈਠੇ ਹਾਂ। ਜਦ ਤੱਕ ਅਸੀਂ ਇਹ ਕਾਮ, ਕ੍ਰੋਧ, ਲੋਭ, ਮੋਹ 'ਚ ਬੈਠੇ ਆ ਨਾ, ਉਹਨਾਂ ਚਿਰ ਤੱਕ ਸਾਡੀ ਜਿਹੜੀ ਸੁਰਤੀ ਹੈ ਬਾਹਰ ਮੁੱਕੀ ਹੈ। ਪਰ ਜਦੋਂ ਸਾਡੀ ਸੁਰਤੀ ਟੁੱਟਦੀ ਹੈ, ਪਹਿਲਾਂ ਸਰੀਰ ਤੋਂ ਟੁੱਟੂਗੀ, ਫਿਰ ਫਿਰ ਅੱਗੇ ਸੂਖਮ ਹੈਗੇ ਨੇ ਮਨ, ਬੁੱਧੀ ਤੇ ਚਿੱਤ, ਫਿਰ ਇਹ ਵੀ ਖਤਮ ਹੋ ਜਾਣੇ ਤੇ ਇਹਨਾਂ ਤੋਂ ਵੀ ਸੁਰਤੀ ਅੱਗੇ ਚੱਲ ਜਾਣੀ। ਫਿਰ ਬਚਣਾ ਮੈਂ, ਹੋਣਾ ਭਾਵ ਹਉਮੈ ਰਹਿ ਜਾਣੀ। ਉਸ ਤੋਂ ਬਾਅਦ ਸੁਰਤੀ ਉਸ ਤੋਂ ਵੀ ਅੱਗੇ ਟੱਪ ਜਾਏਗੀ, ਜਿੱਥੇ ਕਹਿੰਦੇ ਨਾ ਆਵਣ ਦਵੇ ਤੇ ਆਵਾਂ, ਫਿਰ ਸੁਰਤੀ ਕਿਤੇ ਚੱਲ ਜਾਂਦੀ, ਸਮਾਧੀ ਚੱਲ ਜਾਂਦੀ। ਫਿਰ ਉੱਥੇ ਰਾਮ ਤੇ ਕਬੀਰਾ ਇੱਕ ਬੈ ਤੇ ਉੱਥੇ ਜਦੋਂ ਜਾਂਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਜਦ ਤੱਕ ਅਸੀਂ ਹੈਗੇ ਆ, ਸਾਡਾ ਹੋਣਾ ਭਾਵ ਹੈਗਾ, ਉਹਨਾਂ ਚਿਰ ਤੱਕ ਸਾਡੇ 'ਚ ਅਗਿਆਨ ਹੈਗਾ। ਜਦੋਂ ਅਸੀਂ ਆਪਣੇ ਸਤੂਲ ਸਰੀਰ ਦਾ ਤਿਆਗ ਕਰਕੇ, ਸਤੂਲ ਦੇ ਸਰੀਰ ਦਾ ਤਿਆਗ ਕਰਕੇ ਤੁਸੀਂ ਜਦੋਂ ਸਾਧਨਾ ਕਰਦੇ ਜੇ ਨਾ, ਤੁਸੀਂ ਦੇਖੋ ਝਟਕਾ ਜਿਹਾ ਤੁਹਾਨੂੰ ਵੱਜਦਾ, ਤੁਹਾਡੀ ਸੁਰਤੀ ਇਕੱਠੀ ਹੋ ਜਾਂਦੀ ਹੈ, ਲੱਤਾਂ 'ਚੋਂ ਇਕੱਠੀ ਹੋ ਕੇ ਉੱਪਰ ਚੱਲ ਜਾਂਦੀ ਹੈ ਤੇ ਤੁਹਾਡਾ ਥੋੜਾ ਜਿਹਾ ਗਲਾ ਘੁੱਟਿਆ ਜਾਂਦਾ, ਐਂ ਲੱਗੂਗਾ ਸਾਹ ਬੰਦ ਹੋ ਚੱਲਿਆ, ਐਂ ਲੱਗੂਗਾ ਨਾਸਾਂ 'ਚੋਂ ਵੀ ਸਾਹ ਘੱਟ ਗਿਆ। ਫਿਰ ਇੱਕਦਮ ਪਤਾ ਨਹੀਂ ਕੀ ਹੋਊਗਾ, ਤੁਹਾਡੀਆਂ ਨਾਸਾਂ ਤੋਂ ਇੰਝ ਲੱਗੂਗਾ ਕਿ ਇਹਨੇ ਜਾਲੀ ਲਾਤੀ ਹੈ, ਫਿਲਟਰ ਲਾਤਾ ਤੇ ਤੁਹਾਡੇ ਸਵਾਸ ਬੜੇ ਹੌਲੇ ਹੌਲੇ ਚੱਲਣ ਡੇ, ਆਪਣੇ ਬੜੇ ਖੁੱਲ ਜਾਣੇ ਤੇ ਉਸੇ ਟਾਈਮ ਹੀ ਤੁਹਾਡਾ ਪ੍ਰਵੇਸ਼ ਹੋ ਜਾਂਦਾ ਆਤਮਾ ਤੱਤ 'ਚ। ਉਹ ਹਰ ਦਿਨ ਹੀ ਆਪਾਂ ਉਸਦੇ ਆਤਮਾ 'ਚ ਜਾਂਦੇ ਹਾਂ, ਸਾਰੀ ਰਾਤ ਉੱਥੇ ਸੌਂਦੇ ਹਾਂ, ਦਿਨੇ ਆਪਾਂ ਉੱਠਦੇ ਹਾਂ। ਪਰ ਉਦੋਂ ਫਿਰ ਕੀ ਹੁੰਦਾ ਕਿ ਬੁੱਧੀ ਪ੍ਰਗਟ ਹੋ ਜਾਂਦੀ ਹੈ, ਬੁੱਧੀ ਦੇ ਨਾਲ ਹੀ ਪ੍ਰਗਟ ਹੋਣ ਦੇ ਨਾਲ ਮਨ ਪ੍ਰਗਟ ਹੋ ਜਾਂਦਾ, ਚਿੱਤ ਪ੍ਰਗਟ ਹੋ ਜਾਂਦਾ ਹੈ, ਔਰ ਜਿਹੜਾ ਪੁਰਾਣਾ ਡਾਟਾ ਜਿਹੜਾ ਹੈਗਾ ਸੀ ਹਾਰਡ ਡਿਸਕ 'ਚ, ਉਹ ਫਿਰ ਉਹ ਡਿਸਪਲੇ ਤੇ ਆ ਜਾਂਦਾ ਹੈ। ਜਿੱਦਾਂ ਲੈਪਟਾਪ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਨਾ, ਵੇਖੋ ਤੁਸੀਂ ਡੈਸਕਟਾਪ ਤੇ ਰੱਖੀਆਂ ਹੁੰਦੀਆਂ ਕੁਝ ਫਾਈਲਾਂ ਜਿਹੜੀਆਂ ਹੁੰਦੀਆਂ ਪਿੱਛੇ ਪਈਆਂ ਹੁੰਦੀਆਂ ਨੇ B ਡਰਾਈਵ, C ਡਰਾਈਵ ਦੇ ਵਿੱਚ, ਉਹ ਹੁੰਦੀਆਂ ਨੇ ਸਾਡਾ ਅਚੇਤਨ ਮਨ। ਪਰ ਕੁਝ ਫਾਈਲਾਂ ਜਿਹੜੀਆਂ ਅਸੀਂ ਡੇਲੀ ਅਸੈਸ ਕਰਦੇ ਹਾਂ, ਨਫ਼ਰਤ ਦੀਆਂ, ਘਿਰਨਾ ਦੀਆਂ ਜਾਂ ਕਿਸੇ ਨਾਲ ਰਾਗ ਦੀਆਂ, ਦਵੈਸ਼ ਦੀਆਂ, ਉਹ ਫਾਈਲਾਂ ਕੀ ਕਰਦੇ ਹਾਂ ਆਪਾਂ ਸਾਹਮਣੇ ਡੈਸਕਟਾਪ ਤੇ ਰੱਖੀਆਂ ਹੁੰਦੀਆਂ, ਪਰ ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ ਸਵੇਰੇ, ਮਤਲਬ ਕਹਿਣ ਤੋਂ ਬਾਅਦ ਹੀ ਉੱਠਦੇ ਹਾਂ, ਤੇ ਉਹ ਫਾਈਲਾਂ ਸਾਡੇ ਸਾਹਮਣੇ ਪ੍ਰਗਟ ਹੋ ਜਾਂਦੀਆਂ। ਇੱਕ ਤਰੀਕਾ ਹੈਗਾ, ਉਹ ਡੈਸਕਟਾਪ ਦੀਆਂ ਫਾਈਲਾਂ ਨੂੰ ਅਸੀਂ ਡਿਲੀਟ ਕਰ ਸਕਦੇ ਹਾਂ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ। ਉਹਦੇ 'ਚ ਡਿਲੀਟ ਕਰਨ ਦੇ ਲਈ ਹੁਣ ਤੁਸੀਂ ਕਹੋਗੇ ਕਿ ਚਰਨਜੀਤ ਮੈਂ ਕਿੱਥੋਂ ਡਿਲੀਟ ਕਰਾਂ? ਹੁਣ ਤੁਹਾਡਾ ਕੰਪਿਊਟਰ ਜਾਂ ਪਾਸਵਰਡ ਤੁਹਾਡੇ ਕੋਲ ਆ, ਤੁਸੀਂ ਡਿਲੀਟ ਕਰ ਸਕਦੇ ਹੋ, ਮੈਂ ਕਿੱਥੋਂ ਕਰ ਦੂੰਗਾ? ਹਾਂ, ਮੈਂ ਆਪਣੇ ਕੰਪਿਊਟਰ ਦੀਆਂ ਕਰ ਸਕਦਾ। ਜਿਹੜੀਆਂ ਫਾਈਲਾਂ ਮੇਰੇ ਨਫ਼ਰਤ ਦੀਆਂ ਪਈਆਂ ਨੇ, ਪੁਰਾਣੀਆਂ ਫਾਈਲਾਂ ਨੇ, ਮੇਰੇ ਜੀਵਨ ਦਾ ਅਤੀਤ ਸੀ, ਹੁਣ ਲੰਘ ਗਿਆ, ਹੁਣ ਕੁਛ ਨਹੀਂ ਹੈਗਾ, ਉੱਥੇ ਸੱਪ ਦੀ ਲਕੀਰ ਪਈ ਹੈ, ਮਾਫ਼ ਕਰ ਦਿਓ ਨਾ, ਤੁਸੀਂ ਮੁਕਤ ਹੋ ਜਾਓ। ਤੇ ਜਦੋਂ ਅਸੀਂ ਇਹ ਚੀਜ਼ਾਂ ਨੂੰ ਛੱਡਣ ਨੂੰ ਤਿਆਰ ਹਾਂ ਤੇ ਨਾਲ ਹੀ ਤੇ ਮੁੱਠੀ ਬਾਹਰ ਆ ਜਾਂਦੀ ਸਰਾਈ ਦੇ ਵਿੱਚੋਂ। ਸਰਾਈ ਦੇ ਰੁਕਾਵਟ ਕੀ ਹੈ? ਸਰਾਈ ਥੋੜੀ ਰੁਕਾਵਟ ਪੈਦਾ ਕਰ ਰਹੀ ਹੈ, ਤੇ ਨਾ ਹੀ ਫੁੱਲੀਆਂ ਕਰ ਰਹੀਆਂ ਨੇ। ਉਹ ਸਾਡਾ ਅਗਿਆਨ, ਸਾਡਾ ਭਰਮ ਜਿਹੜਾ ਅਸੀਂ ਮੁੱਠੀ 'ਚ ਫੜਿਆ, ਉਹ ਜਦੋਂ ਅਸੀਂ ਛੱਡਣ ਨੂੰ ਤਿਆਰ ਕਰਦੇ ਹਾਂ, ਅਸੀਂ ਕਹਿੰਦੇ ਪ੍ਰਮਾਤਮਾ ਸਾਨੂੰ ਪਤਾ ਕੋਈ ਨਹੀਂ, ਸਾਨੂੰ ਆਪਣਾ ਗਿਆਨ ਦੇ, ਤੇ ਪ੍ਰਮਾਤਮਾ ਮਿਹਰ ਕਰ ਦਿੰਦਾ, ਉਹ ਸਾਨੂੰ ਆਪਣਾ ਗਿਆਨ ਦਿੰਦਾ ਜਿਹੜਾ ਹੀ ਲੈ ਕੇ ਜੰਮੇ, ਪਰ ਅਸੀਂ ਮੰਗਦੇ ਹੀ ਨਹੀਂ। ਅਸੀਂ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ, ਬਹੁਤ ਗਿਆਨੀ ਹੋ ਗਏ, ਤੇ ਉਹ ਬਾਣੀ ਤੇ ਕਿਹਾ ਵੀ ਪੜ੍ਹ ਗੱਡੇ ਲੱਗੀ ਹੈ। ਪੜ੍ਹਨਾ ਤੇ ਬਹੁਤ ਵੱਡੀ ਉਲਝਣ ਹੈ, ਬੜੀ ਦੁਨੀਆ ਅੜ ਗਈ ਹੈ, ਕਿਉਂਕਿ ਉਹ ਵੀ ਇੱਕ ਬਿਮਾਰੀ ਹੈ। ਮੈਂ ਗਿਆਨੀ ਹਾਂ, ਹੁਣ ਜਿੰਨਾ ਆਪਾਂ ਮੈਂ ਬੋਲਦੇ ਹਾਂ, ਸਮਝ ਲਓ ਓਨਾ ਹੀ ਅਸੀਂ ਦੁਖੀ ਹਾਂ। ਬਿਮਾਰ ਬੰਦੇ ਦੀ ਪਛਾਣ ਪਤਾ ਕੀ ਹੁੰਦੀ? ਉਹਦੀ ਰਿਕਾਰਡਿੰਗ ਸੁਣੋ, ਬਾਰ-ਬਾਰ ਮੈਂ ਕਹਿਣਾ, ਮੈਂ ਤੁਹਾਨੂੰ ਆਹ ਕੰਮ ਕਿਹਾ, ਮੈਂ ਤੁਹਾਨੂੰ ਉਹ ਕੰਮ ਕਿਹਾ, ਮੈਂ ਕਿਹਾ ਸੀ ਤੁਸੀਂ ਉੱਥੇ ਜਾਓ, ਮੈਂ ਤੁਹਾਨੂੰ ਕਿਹਾ ਸੀ ਇੱਥੇ ਆਓ। ਜਿਹੜਾ ਬੰਦਾ ਜਿੰਨੀ ਜ਼ਿਆਦਾ ਮੈਂ ਵਰਤਦਾ ਜੇ, ਉਹ ਸਮਝ ਲਓ ਕਿ ਉਹ ਚੰਗੀ ਚੀਜ਼ ਨਹੀਂ ਆ। ਕੋਸ਼ਿਸ਼ ਕਰਿਆ ਕਰੋ ਮੈਂ ਦੀ ਨਾ ਵਰਤੋਂ ਕਰਿਆ ਕਰੋ। ਮੈਂ ਕੋਈ ਚੰਗਾ ਅੱਖਰ ਨਹੀਂ ਹੈਗਾ। ਹਾਂ, ਜ਼ਰੂਰਤ ਪੈਂਦੀ ਹੈ, ਕਈ ਵਾਰੀ ਕਹਿ ਸਕਦੇ ਹਾਂ ਮੈਂ ਬਹੁਤਾ ਮਾੜਾ ਇਨਸਾਨ ਹੈ, ਮੈਂ ਉਗਣਾ ਦਾ ਭਰਿਆ, ਫਿਰ ਮੈਂ ਜਾਇਜ਼ ਹੈ। ਠੀਕ ਹੈ ਜੀ ਜੈਸਾ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਅਸੀਂ ਨਾ ਮਾੜੇ ਕਹਿ ਦਿਓ, ਮਤਲਬ ਉਦੋਂ ਮੈਂ ਵਰਤਣੀ ਆ ਕਿ ਸੱਚੀ ਚਰਨਜੀਤ ਬਹੁਤ ਨਲਾਇਕ ਇਨਸਾਨ ਹੈ, ਉਦੋਂ ਮੈਂ ਬਹੁਤ ਮਾੜਾ ਇਨਸਾਨ ਹੈ, ਉਦੋਂ ਮੈਂ ਵਰਤ ਲਿਆ ਕਰੋ। ਉਦੋਂ ਕੋਸ਼ਿਸ਼ ਕਰਿਆ ਕਰੋ ਮੈਂ ਨਾ ਵਰਤਿਆ ਕਰੋ। ਅਸੀਂ ਕਹਿ ਦਿਆ ਕਰੋ, ਸੋਹਣਾ ਵਰਡ ਹੈ, ਤੋ ਕੋਸ਼ਿਸ਼ ਕਰਿਆ ਕਰੋ ਥੋੜਾ ਬਹੁਤਾ ਚੇਂਜ ਲਿਆਓ। ਤੇ ਅੱਜ ਹੋ ਗਈ ਨੇ ਜੈਸਾ ਵਿਚਾਰ ਪੂਰੀ? ਹਾਂਜੀ ਬਿਲਕੁਲ।
ਗੱਲਾਂ ਕੁਛ ਵੀ ਨਹੀਂ ਹੈਗੀਆਂ। ਜੀਵਨ ਬੜਾ ਸਰਲ ਹੈ। ਜੇਕਰ ਮੈਂ ਸੋਚਦਾ ਵਾਂ ਕਿ ਇੱਕ ਡਰਾਈਵਰ ਹੈ ਪਰਮਾਤਮਾ, ਉਹਦੀ ਟ੍ਰੇਨ ਤੇ ਬੈਠੇ ਆ ਤੇ ਆਪਾਂ ਇਸ ਸਫ਼ਰ ਦਾ ਆਨੰਦ ਲਈਏ, ਬਜਾਏ ਆਪਾਂ ਲੋਕਾਂ ਦੀਆਂ ਸੀਟਾਂ ਖੋਈਏ, ਲੋਕਾਂ ਦਾ ਸਮਾਨ ਚੋਰੀ ਕਰੀਏ ਟ੍ਰੇਨ ਚੋਂ। ਉਹਦੀ ਜਗ੍ਹਾ ਆਪਣੀ ਜਗ੍ਹਾ ਤੇ ਬਹਿ ਜਾਈਏ। ਮੈਂ ਕਹਿੰਦਾ ਸ਼ਾਂਤੀ ਦੇ ਨਾਲ ਸਫ਼ਰ ਵੀ ਸੋਹਣਾ ਲੰਘੂਗਾ ਤੇ ਜ਼ਿਆਦਾ ਪ੍ਰੋਬਲਮ ਨਹੀਂ ਹੋਊਗੀ। ਜਦੋਂ ਆਪਾਂ ਖਿੱਚੋ ਧੂਈ ਕਰਦੇ ਹਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਉਹ ਸਫ਼ਰ ਕੁਛ ਹੋਰ ਹੀ ਬਣ ਜਾਂਦਾ, ਔਰ ਉਹਦੇ ਕਰਕੇ ਜ਼ਿਆਦਾ ਲੋਕ ਪਰੇਸ਼ਾਨ ਨੇ। ਔਰ ਇੱਥੇ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ। ਹਰ ਕੋਈ ਬੰਦਾ, ਕੋਈ ਬੱਚਾ ਨਹੀਂ ਹੈਗੇ ਆਪਾਂ ਨੂੰ ਸਭ ਪਤਾ ਹੋ, ਪਰ ਆਪਾਂ ਜਾਣ ਕੇ ਜਦੋਂ ਉਹ ਕੰਮ ਕਰਦੇ ਹਾਂ ਤੇ ਫਿਰ ਉਹਦਾ ਮਤਲਬ ਇਹੋ ਹੀ ਹੈ, ਉਹਦੇ ਲਈ ਫਿਰ ਅਸੀਂ ਜ਼ਿੰਮੇਵਾਰ ਹਾਂ। ਆਪਾਂ ਜਦੋਂ ਕੋਈ ਕਰਮ ਕਰਦੇ ਹਾਂ ਨਾ, ਹੁਣ ਮੈਂ ਟੈਂਕੀ 'ਚ ਜਿਹੜਾ ਪਾਣੀ ਭਰਿਆ ਉਹ ਬੋਤਲ ਮੇਰੇ ਕੋਲ ਉਹੀ, ਉਹ ਤੋਂ ਮੈਂ ਪਾਣੀ ਪੀਣਾ, ਭਾਵੇਂ ਮੈਂ ਜ਼ਹਿਰ ਪਾਲਾਂ, ਭਾਵੇਂ ਮੈਂ ਦੁੱਧ ਪਾਲਾਂ, ਭਾਵੇਂ ਮੈਂ ਅੰਮ੍ਰਿਤ ਪਾਲਾਂ, ਉਹ ਮੇਰੀ ਮਰਜ਼ੀ ਆ। ਪਰ ਜਿਹੜਾ ਮੈਂ ਟੈਂਕੀ 'ਚ ਪਾਇਆ ਮੈਨੂੰ ਉਹ ਪੀਣਾ ਪੈਣਾ ਹੀ, ਉਹ ਪੱਕਾ ਪੀਣਾ ਪੈਣਾ ਵਾ। ਕੋਈ ਤੁਸੀਂ ਕਹੋਗੇ ਚਰਜੀ ਤੇ ਏਦਾਂ ਕਿੱਦਾਂ ਹੋ ਸਕਦਾ? ਇੱਕ ਕਿਸਾਨ ਨੇ ਜੋ ਬੀਜਿਆ ਪੈਲੀ 'ਚ ਉਹੀ ਉਗਣਾ ਕਿ ਨਹੀਂ? ਸਾਹਿਬ ਕੋਈ ਫਸਲ ਚੇਂਜ ਹੋ ਚੁੱਕੀ? ਨਹੀਂ ਚੇਂਜ ਹੁੰਦੀ, ਉਹੀ ਉਗੂਗਾ ਜੋ ਆਪਾਂ ਬੀਜਾਂਗੇ। ਜੇ ਆਪਾਂ ਜੋ ਬੀਜਣਾ ਉਹੀ ਉਗਣਾ ਤੇ ਇਹਦਾ ਮਤਲਬ ਚੰਗੀ ਤਰ੍ਹਾਂ ਫਸਲ ਨੂੰ ਵਿਚਾਰ ਕੀਤਾ ਜਾਵੇ, ਵਿਵੇਕ ਬੁੱਧੀ ਦੇ ਨਾਲ ਉਹ ਚੀਜ਼ ਬੀਜੀ ਜਾਵੇ ਜਿਹੜੀ ਚੀਜ਼ ਚੰਗੀ ਹੈ। ਤੇ ਅਤੇ ਉਹੀ ਆ ਕਿ ਹੋਰ ਤੇ ਕੁਝ ਖਾਸ ਗੱਲਾਂ ਤੇ ਹੈ ਨਹੀਂ। ਠੀਕ ਹੈ ਨਾ ਸਾਹਿਬ? ਬਿਲਕੁਲ ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ ਸਮਾਪਤ। ਗੋਰਖੀ ਸਾਹਿਬ, ਇੱਕ ਨਾ ਅਰਦਾਸ ਕਰਨੀ ਹੈਗੀ। ਆਪਣੇ ਇੱਕ ਸਿੰਘ ਹੈਗੇ ਆ, ਉਹਨਾਂ ਦੇ ਵਾਸਤੇ ਜਿਹੜਾ ਆਸਟ੍ਰੇਲੀਆ ਤੋਂ ਬਿਮਾਰ ਹੈਗੇ ਆ ਤੇ ਆਪਣੇ ਨਾਲ ਜੁੜਦੇ ਆ, ਤੇ ਉਹਨਾਂ ਦੀ ਅਰਦਾਸ ਕਰਦੇ ਹੋਏ। ਕੋਈ ਨਹੀਂ।